ਕਿੱਥੋਂ ਤੱਕ ਇਸ ਅੰਦੋਲਨ ਦੀ ਆਵਾਜ਼ ਪਹੁੰਚ ਚੁੱਕੀ ਹੈ, ਕਿੰਨਾ ਹੰਗਾਮਾ ਮਚਿਆ ਹੋਇਆ ਹੈ, ਪਰ ਉਸਨੂੰ ਕਿਤੇ ਨਾ ਕਿਤੇ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਗਲਤ ਨਹੀਂ ਮੰਨ ਰਹੀ। ਇੰਨੇ ਦਿਨਾਂ ਬਾਅਦ 11 ਮੀਟਿੰਗਾਂ ਹੋ ਗਈਆਂ, ਸਾਰਾ ਕੁਝ ਹੋਣ ਇੱਕ ਇੱਥੇ ਤੱਕ ਪਹੁੰਚ ਗਿਆ ਕਿ ਕਿਸਾਨਾਂ ਨੂੰ ਇੱਕ ਪ੍ਰਪੋਜ਼ਲ ਇਹ ਵੀ ਆਉਣ ਲੱਗਦੀ ਕਿ ਅਸੀਂ 3 ਸਾਲ ਤੱਕ ਵੀ ਕਾਨੂੰਨ ਸਸਪੈਂਡ ਕਰ ਸਕਦੇ ਹਾਂ। 1.5 ਸਾਲ ਦਾ ਤੇ ਆ ਹੀ ਗਿਆ, 1.5-2 ਸਾਲ ਦਾ। ਤਾਂ ਜਦੋਂ ਇੱਥੇ ਤੱਕ ਗੱਲ ਪਹੁੰਚ ਗਈ, ਮਗਰੋਂ ਫਿਰ ਇਹ ਕਹਿ ਦੇਣਾ ਕਾਨੂੰਨ ਤੇ ਠੀਕ ਹੈ ਜੀ, ਇੱਕ ਪੰਜਾਬ ਦਾ ਮਾਮਲਾ ਆ, ਬਾਕੀ ਤੇ ਕੋਈ ਗੱਲ ਹੈ ਨਹੀਂ, ਉਹ ਵੀ ਰਾਜ ਸਭਾ ਦੇ ਵਿੱਚ, ਇਹ ਬਾਕੀ ਤੇ ਸਭ ਠੀਕ ਹੀ ਹੈਗਾ ਆ। ਔਰ ਜੇ ਗੱਲ ਆਪਾਂ ਮਾੜੀ ਮੋਟੀ ਤੇ ਤਾਂ ਮੰਨਦੇ ਆ ਕਿਉਂਕਿ ਕਿਸਾਨਾਂ ਕਰਕੇ ਉਹਨਾਂ ਨੂੰ ਖੁਸ਼ ਕਰਨ ਲਈ ਅਸੀਂ ਕਹਿੰਦੇ ਆ ਕਿ ਮਾੜਾ ਮੋਟਾ ਤਬਦੀਲੀ ਕਰ ਦਿੰਦੇ ਆ, ਕਿਤੇ ਫੁੱਲ ਸਟਾਪ ਕੰਮ ਹਟਾ ਦਿੰਦੇ ਆ, ਪਰ ਅਦਰਵਾਈਜ਼ ਕਾਨੂੰਨ ਬਾਈ ਐਂਡ ਲਾਰਜ ਠੀਕ ਹੈ। ਇਹਦਾ ਗੱਲ ਦਾ ਭਾਸ਼ਾ ਦਾ ਮਤਲਬ ਕੀ ਹੈਗਾ? ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਹੀ ਨਕਾਰ ਦਿੱਤੀ ਕਿ ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਾਂਗੇ। ਇਹ ਤਾਂ ਸ਼ਬਦਾਵਲੀ ਦੇ ਵਿੱਚ ਸਾਫ਼ ਗੱਲ ਨਜ਼ਰ ਆ ਰਹੀ ਸੀਗੀ। ਬੜਾ ਅਫਸੋਸ ਹੋਇਆ ਕਿ ਇਹ ਮਿਨਿਸਟਰ ਸਾਹਿਬਾਨ, ਇਹ ਦੇਸ਼ ਦੇ ਕਿਹੋ ਜਿਹੇ ਲੀਡਰ ਲੋਕ ਹੈਗੇ ਆ ਜਿਹੜੇ ਸਾਰਾ ਕੁਝ ਕਰਨ ਤੋਂ ਬਾਅਦ ਕਹਿੰਦੇ ਮੈਂ ਨਾ ਮੰਨੂ। ਹੱਦ ਹੋ ਗਈ ਹੈ। ਤੇ ਜੋ ਬਾਈਡਨ ਨੇ ਕਿਹਾ ਕਿ ਦੇਖੋ ਜੀ ਇਹਦੇ 'ਚ ਕੋਈ ਕਾਨੂੰਨਾਂ 'ਚ ਤੇ ਕੋਈ ਗਲਤੀ ਨਹੀਂ ਹੈ, ਕਾਨੂੰਨ ਤੇ ਜੋ ਅਸੀਂ ਆਧਾਰਵਾਦੀ ਨੀਤੀਆਂ ਕਰਦੇ ਹਾਂ, ਲਿਬਰਲ ਮਾਡਰਨ ਕਾਰਪੋਰੇਟ ਟਾਈਪ ਅਸੀਂ ਆਪਣੀ ਐਗਰੀਕਲਚਰ ਕੀਤੀ ਹੈ, ਇਹੋ ਹੀ ਮੋਦੀ ਜੀ ਆਪਣੀ ਕਾਰਪੋਰੇਟ ਟਾਈਪ ਐਗਰੀਕਲਚਰ ਬਣਾਉਣਾ ਚਾਹੁੰਦੇ ਆ, ਤੇ ਇਹਦੇ 'ਚ ਤੇ ਕੋਈ ਬਹੁਤੀ ਗਲਤ ਗੱਲ ਨਹੀਂ ਹੈ। ਪਰ ਇੰਜ ਨਹੀਂ ਕਰਨਾ ਚਾਹੀਦਾ, ਧੱਕੇ ਨਾਲ ਨਹੀਂ, ਕਿਸਾਨਾਂ ਨੂੰ ਕੌਨਫੀਡੈਂਸ 'ਚ ਲੈ ਕੇ ਕਰ। ਲੋਕ ਸਭਾ ਦੇ ਵਿੱਚ ਪ੍ਰੋਫੈਸਰ ਮਨਜੀਤ ਜਿਸ ਤਰੀਕੇ ਨਾਲ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਗੱਲ ਨੂੰ ਕਾਫੀ ਚੁੱਕਿਆ, ਉਹ ਕਹਿੰਦੇ ਨੇ ਕਿ ਸਾਨੂੰ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ, ਸਾਨੂੰ ਪਹਿਲਾਂ ਕਹਿ ਦਿੱਤਾ ਗਿਆ ਵੀ ਇਸ ਮੁੱਦੇ ਤੇ ਨਹੀਂ, ਇਸ ਮੁੱਦੇ ਦੇ ਉੱਤੇ ਗੱਲ ਕਰਨੀ। ਉਹ ਕਹਿੰਦੇ ਅਸੀਂ ਕਿਸਾਨਾਂ ਦੇ ਇਸ਼ੂ ਦੇ ਉੱਤੇ ਗੱਲ ਕਰਨਾ ਚਾਹੁੰਦੇ ਸੀ ਤੇ ਉੱਥੇ ਸਾਨੂੰ ਕਿਹਾ ਵੀ ਗੱਲ ਹੀ ਨਹੀਂ ਕਰਨੀ ਇਸ ਮੁੱਦੇ ਤੇ। ਇਹ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਕਾਰਵਾਈਆਂ ਤੇ ਕਦੋਂ ਤੋਂ ਹੋਣ ਲੱਗ ਗਿਆ ਵੀ ਮੁੱਦੇ ਜਿਹੜੇ ਨੇ ਉਹ ਵੀ ਉਹ ਦੱਸਣਗੇ ਵੀ ਕਿਹਦੇ ਤੇ ਗੱਲ ਕਰਨੀ ਹੈ, ਇਹ ਸਰਕਾਰ ਦੱਸੇਗੀ। ਚਲੋ ਇਹ ਤੇ ਚੰਗੀ ਗੱਲ ਹੋ ਗਈ ਕਿ ਵੇਲੇ ਸਿਰ ਬਾਹਰ ਆ ਗਏ ਹਰਸਿਮਰਤ ਕੌਰ ਬਾਦਲ ਵੀ, ਨਹੀਂ ਤੇ ਇਹਨਾਂ ਦੇ ਘਰਾਓ ਵੀ ਜਿਹੜੇ ਘਰੋ ਘਰੀ ਜਿਸ ਤਰ੍ਹਾਂ ਬੀਜੇਪੀ ਦੇ ਹੁੰਦੇ ਸੀ ਨਾਲੋਂ ਨਾਲ ਇਹਨਾਂ ਦੇ ਵੀ ਹੋਣੇ ਸੀ। ਇਹਨਾਂ ਦੇ ਲੋਕਾਂ ਨੇ ਜ਼ਿਆਦਾ ਜੋਸ਼ ਨਾ ਕਰਨੇ ਸੀ। ਉਹਦਾ ਕਾਰਨ ਹੈ ਕਿ ਕਿਤੇ ਪਿੰਡਾਂ 'ਚ ਘਰ ਜ਼ਿਆਦਾ ਹੈਗੇ, ਜੇ ਐਮਪੀਆਂ ਨੂੰ ਉਹ ਵੀ 10 ਅਲੱਗ-ਅਲੱਗ ਪਾਰਟੀਆਂ ਤੋਂ ਉਹਨਾਂ ਦੀ ਕੋਈ ਨਹੀਂ ਸੁਣੀ ਜਾਂਦੀ, ਉਹਨਾਂ ਨੂੰ ਵਾਪਸ ਕਰ ਦਿੱਤਾ ਜਾਂਦਾ। ਇੱਕ ਆਰਡੀਨਰੀ ਫਾਰਮਰ ਦੀ ਆਵਾਜ਼ ਇਸ ਦੇਸ਼ ਦੇ ਵਿੱਚ ਕਿੰਨੀ ਕੁ ਹੋਊਗੀ, ਇੱਕ ਗਰੀਬ ਦੀ ਆਵਾਜ਼ ਇਸ ਦੇਸ਼ ਦੇ ਵਿੱਚ ਕਿੱਥੇ ਤੇ ਉਹਦੀ ਕਿੰਨੀ ਕੁ ਸੁਣਵਾਈ ਹੋਊਗੀ, ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ। ਕਿਤੇ ਨਾ ਕਿਤੇ ਉਹ ਤਾਂ ਫੇਰ ਬਿੱਲਾਂ ਦੇ ਉੱਤੇ ਗੱਲ ਕਰਦੇ ਨਜ਼ਰ ਆਏ ਜੀ। ਬਿੱਲ ਜਿਹੜੇ ਨੇ ਤੁਸੀਂ ਦੇਖ ਲੈਣਾ, ਇਹ ਤਾਂ ਕਿਸਾਨਾਂ ਦੇ ਲਈ ਬਹੁਤ ਹੀ ਸਹੀ ਸਾਬਿਤ ਹੋਣਗੇ, ਕਿਸਾਨਾਂ ਨੂੰ ਇਸ ਨਾਲ ਬਹੁਤ ਫਾਇਦਾ ਹੈ। ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੋਈ ਅਜਿਹਾ ਨਹੀਂ ਕਿਸਾਨਾਂ ਨੂੰ ਬੈਨੀਫਿਟ ਦਿੱਤਾ ਗਿਆ ਜਿਹੜਾ ਕਿ ਕੇਂਦਰ ਸਰਕਾਰ ਦੇ ਰਹੀ ਹੈ। ਇਹ ਜਿਹੜਾ ਸ਼ੋਰ ਗੋਲਿਆ ਉਹ ਚੋਰ ਮਚਾਏ ਸ਼ੋਰ ਵਾਲਾ ਹੈਗਾ, ਤੇ ਜਿਹੜੇ ਹੈ ਨਾ ਉਹ ਚੋਰੀ ਆਪਣੀ ਲੁਕਾਉਣ ਲਈ ਜ਼ਿਆਦਾ ਰੌਲਾ ਪਾਉਣਾ ਪੈਂਦਾ। ਰੱਬ ਨੂੰ ਇੰਨੇ ਸੋਲਿਡ ਢੰਗ ਨਾਲ ਛੱਡਣਾ ਕਿ ਉਹ ਸੱਚ ਲੱਗੇ, ਤੇ ਇਹਨੂੰ ਕਹਿੰਦੇ ਆ ਜਿਹੜਾ ਨਵੀਂ ਸਚਾਈ ਅੱਜ ਕੱਲ੍ਹ ਦੀ ਹੈ ਨਾ, ਤੇ ਪੋਸਟ ਟਰੁੱਥ ਦੀ ਟੈਕਨੀਕਲ ਟਰਮ ਕੱਢੀ ਆ। ਪੋਸਟ ਟਰੁੱਥ ਉਹੀ ਆ ਜਿਹਦਾ ਰੌਲਾ ਪਾ ਕੇ ਮਨਾ ਲਓ, ਗੋਬਲਸ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਉਹਨਾਂ ਨੂੰ ਜਿਨ੍ਹਾਂ ਦੀ ਸੋਹਣੀ ਜਿਹੀ ਸਵੇਰ ਸਾਡੇ ਨਾਲ ਚੜੀ ਹੈ। ਸਾਰੇ ਦਰਸ਼ਕਾਂ ਦਾ ਚੈਨਲ ਪੰਜਾਬੀ ਤੇ ਮੈਂ ਸ਼ੈਰੀ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਜਿਨ੍ਹਾਂ ਦੀ ਤਾਂ ਸਵੇਰ ਚੜ ਚੁੱਕੀ ਹੈ ਉਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਚਾਹ ਦੇ ਕੱਪ ਹੱਥ ਦੇ ਵਿੱਚ ਫੜ ਲਓ ਤੇ ਬੈਠੋ ਜ਼ਰਾ, ਤੇ ਆਪਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਰਨੀਆਂ ਨੇ। ਦ ਮਾਰਨਿੰਗ ਸ਼ੋਅ ਸਮੇਂ ਮੈਨੂੰ ਪਤਾ ਹੈ ਕਿ ਕੰਮਾਂ ਕਾਰਾਂ ਦਾ ਵੇਲਾ ਹੁੰਦਾ ਹੈ, ਤੁਸੀਂ ਸਾਰਿਆਂ ਨੇ ਇੱਕ ਭਾਜੜ ਜਿਹੀ ਪਈ ਹੁੰਦੀ ਹੈ ਸਾਰਿਆਂ ਨੂੰ ਕੰਮਾਂ ਕਾਰਾਂ ਤੇ ਜਾਣ ਦੀ, ਪਰ ਜਿਹੜੇ ਲੋਕ ਘਰ ਦੇ ਵਿੱਚ ਹੁੰਦੇ ਨੇ ਉਹ ਟੀਵੀ ਤੇ ਦੇਖਣ, ਤੇ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਤੇ ਸਾਨੂੰ ਦੇਖਣਾ ਚਾਹੁੰਦੇ ਨੇ, ਸੁਣਨਾ ਚਾਹੁੰਦੇ ਨੇ, ਤੇ ਉਹ ਫੇਸਬੁੱਕ ਆਪਣੀ ਜਿਹੜੀ ਆ ਉਹ ਚਲਾ ਸਕਦੇ ਨੇ। ਅਸੀਂ ਉਸ ਦੇ ਉੱਤੇ ਵੀ ਲਾਈਵ ਇਸ ਟਾਈਮ ਹੈਗੇ ਆ। ਸੋ ਗੱਲਾਂ ਆਪਾਂ ਬਹੁਤ ਸਾਰੀਆਂ ਹਰ ਦਿਨ ਕਰਦੇ ਹਾਂ। ਸਭ ਤੋਂ ਵੱਡੀ ਤਾਂ ਅੱਜ ਦੀ ਅਪਡੇਟ ਇਹੀ ਹੈ ਕਿ ਖੇਤੀਬਾੜੀ ਮੰਤਰੀ, ਭਾਰਤ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਜਿਸ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਆਪਣਾ ਭਾਸ਼ਣ ਦੇ ਦਿੱਤਾ ਹੈ ਉਹ ਸਾਰਿਆਂ ਨੇ ਹੁਣ ਤੱਕ ਸੁਣੀ ਲਿਆ ਹੋਏਗਾ। ਉਸ ਭਾਸ਼ਣ ਦੇ ਵਿੱਚ ਕਿਤੇ ਵੀ ਇਹ ਗੱਲ ਨਜ਼ਰ ਨਹੀਂ ਆਈ ਕਿ ਕਿਸਾਨਾਂ ਦੇ ਜਿਹੜੇ ਖੇਤੀਬਾੜੀ ਕਾਨੂੰਨ ਬਿੱਲਾਂ ਨੂੰ ਲੈ ਕੇ ਇੰਨਾ ਵੱਡਾ ਅੰਦੋਲਨ ਚੱਲਦਾ ਪਿਆ ਹੈ, ਕਿੱਥੋਂ ਤੱਕ ਇਸ ਅੰਦੋਲਨ ਦੀ ਆਵਾਜ਼ ਪਹੁੰਚ ਚੁੱਕੀ ਹੈ, ਕਿੰਨਾ ਹੰਗਾਮਾ ਮਚਿਆ ਹੋਇਆ ਹੈ, ਪਰ ਉਸਨੂੰ ਕਿਤੇ ਨਾ ਕਿਤੇ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਗਲਤ ਨਹੀਂ ਮੰਨ ਰਹੀ। ਉਹਨਾਂ ਦਾ ਕਹਿਣਾ ਕਿ ਕਾਨੂੰਨ ਬਿਲਕੁਲ ਸਹੀ ਹੈ। ਸੋਧਾਂ ਕਰਨ ਦਾ ਮਤਲਬ ਇਹ ਨਹੀਂ ਵੀ ਜੇ ਉਹਨਾਂ ਨੇ ਸੋਧਾਂ ਦਾ ਵਿਕਲਪ ਰੱਖ ਦਿੱਤਾ ਹੈ ਤਾਂ ਉਹਦਾ ਮਤਲਬ ਇਹ ਤਾਂ ਉਹ ਕਹਿੰਦੇ ਨਹੀਂ ਹੈ ਵੀ ਬਿੱਲਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੈ। ਬਿੱਲ ਤਾਂ ਬਿਲਕੁਲ ਠੀਕ ਨੇ। ਸੋ ਸੋਧਾਂ ਅਸੀਂ ਕਰ ਰਹੇ ਹਾਂ ਕਿ ਚਲੋ ਥੋੜ੍ਹੀਆਂ ਬਹੁਤ ਸੋਧਾਂ ਜਿਹੜੀਆਂ ਕਿਸਾਨ ਚਾਹੁੰਦੇ ਨੇ ਉਹ ਅਸੀਂ ਕਰ ਦਈਏ। ਰਾਜ ਸਭਾ ਦੇ ਵਿੱਚ ਜਦੋਂ ਅੱਜ ਇਸ ਮੁੱਦੇ ਦੇ ਉੱਤੇ ਉਹ ਬੋਲ ਰਹੇ ਸਨ ਤਾਂ ਉਹ ਆਪਣੀ ਸਰਕਾਰ ਦੀ ਪੂਰੀ ਤਰ੍ਹਾਂ ਪਿੱਠ ਥਪਥਪਾ ਰਹੇ ਸੀ। ਉਹ ਕਹਿੰਦੇ ਸਾਡੇ ਜਿਹੜੇ ਆਪਣੇ ਇੰਨੇ ਸਾਰੇ ਅਸੀਂ ਕੰਮ ਕੀਤੇ ਨੇ ਲੋਕਾਂ ਦੇ ਲਈ ਔਰ ਕਰਦੇ ਵੀ ਅੱਗੇ ਰਹਿੰਦੇ ਆ, ਸੋ ਉਹਨਾਂ ਦੇ ਵਿੱਚ ਕਿਤੇ ਕੋਈ ਕਮੀ ਪੇਸ਼ੀ ਨਹੀਂ ਹੁੰਦੀ, ਪਰ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ। ਸਭ ਤੋਂ ਵੱਡੀ ਤੇ ਇੰਪੋਰਟੈਂਟ ਗੱਲ ਇਹ ਹੋ ਗਈ ਕਿ ਵਰਗਲਾਇਆ ਸ਼ਬਦ ਜਦੋਂ ਉਹਨਾਂ ਨੇ ਇਸਤੇਮਾਲ ਕੀਤਾ ਤਾਂ ਉਸ ਵੇਲੇ ਉਹ ਸਿਰਫ ਔਰ ਸਿਰਫ ਫੋਕਸ ਕਰ ਰਹੇ ਸੀ
ਪੰਜਾਬ ਦੇ ਕਿਸਾਨਾਂ ਨੂੰ। ਉਹਨਾਂ ਨੇ ਇਹ ਚੀਜ਼ ਜਿਹੜੀ ਹੈ ਖਾਸ ਤੌਰ ਦੇ ਉੱਤੇ ਬੋਲੀ ਹੈ ਕਿ ਇਹ ਮਸਲਾ ਸਿਰਫ ਔਰ ਸਿਰਫ ਪੰਜਾਬ ਦਾ ਹੈ, ਪੰਜਾਬ ਦੇ ਕਿਸਾਨਾਂ ਦਾ ਹੈ। ਹਾਲਾਂਕਿ ਉੱਥੇ ਬਹੁਤ ਸਾਰੇ ਮੰਤਰੀ ਹੋਰ ਬੈਠੇ ਹੋਏ ਸੀ, ਵਿਰੋਧੀ ਧਿਰਾਂ ਦੇ ਆਗੂ ਵੀ ਉੱਥੇ ਮੌਜੂਦ ਸੀ। ਜਦੋਂ ਇਹ ਹੰਗਾਮਾ ਹੋਇਆ ਤਾਂ ਉਸ ਵੇਲੇ ਖਾਸ ਤੌਰ ਦੇ ਉੱਤੇ ਜਿਹੜੇ ਹਰਿਆਣੇ ਦੇ ਮੰਤਰੀ ਨੇ ਉਹਨਾਂ ਨੇ ਇਹ ਗੱਲ ਦੇ ਉੱਤੇ ਜਿਹੜਾ ਆਪਣਾ ਫੋਕਸ ਕੀਤਾ। ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਕਿਸ ਦੀ ਗੱਲ ਕਰ ਰਹੇ ਹੋ, ਤੁਸੀਂ ਇੱਥੇ ਪੰਜਾਬ ਦੀ ਗੱਲ ਕਰ ਰਹੇ ਹੋ ਜਾਂ ਹਰਿਆਣਾ ਦੀ ਗੱਲ ਕਰ ਰਹੇ ਹੋ। ਜਦੋਂ ਖੇਤੀ ਕਾਨੂੰਨ ਬਿੱਲਾਂ ਦੇ ਉੱਤੇ ਉਹਨਾਂ ਨੇ ਟਿੱਪਣੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਇਹ ਕਹਿ ਦਿੱਤਾ ਕਿ ਸਾਡੇ ਵੱਲੋਂ ਬਿੱਲ ਸਹੀ ਨੇ, ਹਾਲਾਂਕਿ ਪੰਜਾਬ ਦੇ ਵੱਲੋਂ ਕਿਸਾਨਾਂ ਦੇ ਲਈ ਕੋਈ ਵੀ ਸਹੀ ਜਿਹੜੇ ਬਿੱਲ ਨਹੀਂ ਬਣਾਏ ਗਏ। ਜਿਹੜੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਬਿੱਲਾਂ ਦੀ, ਉਹਦੇ 'ਚ ਇਹ ਹੈ ਵੀ ਜੇ ਕਿਸਾਨ ਕੋਈ ਗਲਤੀ ਕਰੇਗਾ ਤਾਂ ਉਹਨੂੰ ਜੇਲ੍ਹ ਜਾਣਾ ਪਏਗਾ, ਜਦਕਿ ਸਾਡੇ ਕਾਨੂੰਨਾਂ ਦੇ ਵਿੱਚ ਤਾਂ ਅਜਿਹਾ ਕੁਝ ਹੈ ਹੀ ਨਹੀਂ। ਅਸੀਂ ਤਾਂ ਕਿਸਾਨਾਂ ਦੇ ਲਈ ਬਹੁਤ ਸਾਰੀਆਂ ਵਧੀਆ ਚੀਜ਼ਾਂ ਲਿਆ ਰਹੇ। ਉਸ ਟਾਈਮ ਹਰਿਆਣੇ ਦੇ ਮੰਤਰੀਆਂ ਨੇ ਇਸ ਚੀਜ਼ ਦੇ ਉੱਤੇ ਆਪਣੀ ਟਿੱਪਣੀ ਕੀਤੀ, ਆਪਣੀ ਗੱਲ ਰੱਖੀ ਕਿ ਤੁਸੀਂ ਕਿਸ ਦੇ ਬਾਰੇ ਗੱਲ ਕਰ ਰਹੇ ਹੋ। ਪਰ ਇੱਥੇ ਕਿਤੇ ਨਾ ਕਿਤੇ ਨਰਿੰਦਰ ਤੋਮਰ ਨੇ ਇਹ ਕੋਸ਼ਿਸ਼ ਜ਼ਰੂਰ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਇੱਕ ਵੰਡ ਪਾਓ, ਜਿੱਥੇ ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਦਾ ਕਿਸਾਨ ਇਕੱਠੇ ਹੋ ਕੇ, ਰਾਜਸਥਾਨ ਦਾ ਕਿਸਾਨ ਇਕੱਠੇ ਹੋ ਕੇ ਅੰਦੋਲਨ ਦੇ ਵਿੱਚ ਏਕਤਾ ਦੇ ਨਾਲ ਜੁਟੇ ਹੋਏ ਨੇ, ਉੱਥੇ ਨਰਿੰਦਰ ਤੋਮਰ ਦੇ ਬਿਆਨ ਦੇ ਵਿੱਚ ਵੰਡੀਆਂ ਪਾਉਣ ਵਾਲਾ ਕੰਮ ਜਿਹੜਾ ਉਹ ਕੀਤਾ ਗਿਆ। ਉਹਨਾਂ ਨੇ ਸਿਰਫ ਔਰ ਸਿਰਫ ਇਹ ਗੱਲ ਕਹਿ ਦਿੱਤੀ ਕਿ ਇਹ ਤਾਂ ਪੰਜਾਬ ਦੇ ਕਿਸਾਨਾਂ ਦਾ ਸਿਰਫ ਮਸਲਾ ਹੈ, ਬਾਕੀਆਂ ਦਾ ਨਹੀਂ ਹੈ। ਖੈਰ, ਇਹ ਕਿੰਨਾ ਕੁ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੈ ਜਾਂ ਬਾਕੀਆਂ ਦਾ ਨਹੀਂ ਹੈ, ਟਵਿੱਟਰ ਤੇ ਇੱਕ ਅਲੱਗ ਵਾਰ ਛਿੜੀ ਹੋਈ ਹੈ। ਟਵਿੱਟਰ ਦੀ ਵਾਰ ਰੁਕਣ ਦਾ ਨਾਮ ਨਹੀਂ ਲੈ ਰਹੀ। ਉਸ ਤੇ ਵੀ ਕੀ ਮਾਇਨੇ ਕੱਢੇ ਜਾ ਰਹੇ ਨੇ, ਇਸ ਸਭ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜੇ ਹੋਏ ਨੇ। ਪ੍ਰੋਫੈਸਰ ਸਾਹਿਬ, ਦ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਅਸੀਂ ਬਿਆਨ ਤਾਂ ਜਿਹੜਾ ਉਹ ਸੁਣ ਹੀ ਲਿਆ ਨਰਿੰਦਰ ਤੋਮਰ ਨੇ ਜਿਸ ਤਰੀਕੇ ਨਾਲ ਅੱਜ ਗੱਲਾਂ ਕੀਤੀਆਂ। ਸਭ ਤੋਂ ਪਹਿਲਾਂ ਤਾਂ ਇਹ ਪ੍ਰੋਫੈਸਰ ਸਾਹਿਬ ਦੱਸੋ ਕਿ ਜਿਹੜੀਆਂ ਅੱਜ ਉਹਨਾਂ ਵੱਲੋਂ ਗੱਲਾਂ ਕੀਤੀਆਂ ਗਈਆਂ, ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਹੀ ਨਕਾਰ ਦਿੱਤੀ ਕਿ ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਾਂਗੇ। ਇਹ ਤਾਂ ਸ਼ਬਦਾਵਲੀ ਦੇ ਵਿੱਚ ਸਾਫ਼ ਗੱਲ ਨਜ਼ਰ ਆ ਰਹੀ ਸੀਗੀ। ਦੂਜਾ, ਉਹਨਾਂ ਨੇ ਇੱਕ ਵੰਡੀਆਂ ਪਾਉਣ ਵਾਲਾ ਜਿਹੜਾ ਕੰਮ ਕੀਤਾ ਹੈ, ਜਿਹੜਾ ਉਹਨਾਂ ਨੇ ਕਹਿ ਦਿੱਤਾ ਕਿ ਸਿਰਫ ਇਹ ਪੰਜਾਬ ਦਾ ਮਸਲਾ ਹੈ, ਪੰਜਾਬ ਦੇ ਕਿਸਾਨਾਂ ਦਾ ਮਸਲਾ ਹੈ। ਕੀ ਤੁਸੀਂ ਇਹ ਉਹਨਾਂ ਦੀ ਗੱਲ ਨੂੰ ਪਲੀਜ਼ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿ ਇੱਥੇ ਉਹ ਕੀ ਰੋਲ ਪਲੇ ਕਰਦੇ ਨਜ਼ਰ ਆ ਰਹੇ ਸੀ ਜਾਂ ਮਕਸਦ ਕੀ ਸੀਗਾ ਉਹਨਾਂ ਦਾ ਇਸ ਤਰ੍ਹਾਂ ਦਾ ਬਿਆਨ ਦੇਣ ਦਾ? ਦੇਖੋ, ਜਦੋਂ ਵੀ ਕੋਈ ਰਾਜਨੀਤਿਕ ਜਦੋਜਹਿਦ ਜਾਂ ਖਿੱਚੋਤਾਣ ਚੱਲਦੀ ਆ ਜਾਂ ਲੜਾਈ ਚੱਲ ਪੈਂਦੀ ਰਾਜਨੀਤਿਕ, ਜਿਸ ਕਿਸਮ ਦਾ ਹੁਣ ਇੱਕ ਪਿੱਛੋਂ ਇੱਕ ਪਾਸੇ ਪਬਲਿਕ ਦਬਾਅ ਆ, ਜਿਹਦੇ ਵਿੱਚ ਇੱਕ ਪਾਸੇ ਤੁਸੀਂ ਜਨ ਅੰਦੋਲਨ ਕਹੋ, ਦੂਸਰੇ ਪਾਸੇ ਕੇਂਦਰੀ ਸਰਕਾਰ ਆ, ਸ਼ਹਿਰੀ, ਤਾਂ ਉਦੋਂ ਭਾਸ਼ਾ ਸ਼ਬਦ ਦੇ ਨਾਲੋਂ ਜ਼ਿਆਦਾ ਕਿਹੜਾ ਕਿੰਨਾ ਹਾਵੀ ਆ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ, ਉਹ ਗੱਲਾਂ ਤੈਅ ਕਰਦਾ। ਇਹ ਥੋੜੀ ਪਹਿਲੇ ਦਿਨ ਤੋਂ ਹੀ ਹੈ ਤੇ ਪਤਾ ਆ ਸਰਕਾਰ ਨੂੰ, ਇਹ ਚੰਗੇ ਤਰੀਕੇ ਨਾਲ ਪਤਾ ਆ ਕਿ ਜੋ ਵੀ ਉਹਨਾਂ ਨੇ ਕੀਤਾ, ਉਹਨਾਂ ਨੇ ਬੜਾ ਕੌਨਸ਼ੀਅਸਲੀ ਇੱਕ ਡਿਜ਼ਾਈਨ ਨਾਲ ਕੀਤਾ, ਇੱਕ ਮਕਸਦ ਲਈ ਕੀਤਾ, ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ, ਉਹਨਾਂ ਦੇ ਨਾਂ ਤੇ ਜ਼ਮੀਨਾਂ ਲਵਾਉਣ ਲਈ, ਤੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਖਾਲੀ ਕਰਕੇ ਸ਼ਹਿਰਾਂ 'ਚ ਧੱਕਣ ਜਾਂ ਕਿਤੇ ਵੀ ਹੋਰ ਚਲੇ ਜਾਣ, ਪਰ ਉਹ ਪਿੰਡਾਂ ਨੂੰ ਖਾਲੀ ਕਰਨ, ਇਸ ਕਿਸਮ ਦੇ ਮਕਸਦ ਲਈ ਕੀਤਾ। ਅੱਜ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਇੰਨੇ ਦਿਨਾਂ ਬਾਅਦ 11 ਮੀਟਿੰਗਾਂ ਹੋ ਗਈਆਂ, ਸਾਰਾ ਕੁਝ ਹੋਣ ਇੱਕ ਇੱਥੇ ਤੱਕ ਪਹੁੰਚ ਗਿਆ ਕਿ ਕਿਸਾਨਾਂ ਨੂੰ ਇੱਕ ਪ੍ਰਪੋਜ਼ਲ ਇਹ ਵੀ ਆਉਣ ਲੱਗ ਪਈ ਵੀ ਅਸੀਂ 3 ਸਾਲ ਤੱਕ ਵੀ ਕਾਨੂੰਨ ਸਸਪੈਂਡ ਕਰ ਸਕਦੇ ਹਾਂ। 1.5 ਸਾਲ ਦਾ ਤੇ ਆ ਹੀ ਗਿਆ, 1.5-2 ਸਾਲ ਦਾ। ਤਾਂ ਜਦੋਂ ਇੱਥੇ ਤੱਕ ਗੱਲ ਪਹੁੰਚ ਗਈ, ਮਗਰੋਂ ਫਿਰ ਇਹ ਕਹਿ ਦੇਣਾ ਕਾਨੂੰਨ ਤੇ ਠੀਕ ਹੈ ਜੀ, ਇੱਕ ਪੰਜਾਬ ਦਾ ਮਾਮਲਾ ਆ, ਬਾਕੀ ਤੇ ਕੋਈ ਗੱਲ ਹੈ ਨਹੀਂ, ਉਹ ਵੀ ਰਾਜ ਸਭਾ ਦੇ ਵਿੱਚ, ਇਹ ਬਾਕੀ ਤੇ ਸਭ ਠੀਕ ਹੀ ਹੈਗਾ ਆ। ਔਰ ਜੇ ਗੱਲ ਆਪਾਂ ਮਾੜੀ ਮੋਟੀ ਤੇ ਤਾਂ ਮੰਨਦੇ ਹਾਂ ਕਿਉਂਕਿ ਕਿਸਾਨਾਂ ਕਰਕੇ ਉਹਨਾਂ ਨੂੰ ਖੁਸ਼ ਕਰਨ ਲਈ ਅਸੀਂ ਕਹਿੰਦੇ ਹਾਂ ਕਿ ਮਾੜਾ ਮੋਟਾ ਤਬਦੀਲੀ ਕਰ ਦਿੰਦੇ ਹਾਂ, ਕਿਤੇ ਫੁੱਲ ਸਟਾਪ ਕੰਮ ਹਟਾ ਦਿੰਦੇ ਹਾਂ, ਪਰ ਅਦਰਵਾਈਜ਼ ਕਾਨੂੰਨ ਬਾਈ ਐਂਡ ਲਾਰਜ ਠੀਕ ਹੈ। ਇਹਦਾ ਗੱਲ ਦਾ ਭਾਸ਼ਾ ਦਾ ਮਤਲਬ ਕੀ ਹੈਗਾ? ਪਹਿਲਾਂ ਤੇ ਦੇਖੋ, ਪਹਿਲਾਂ ਇਹ ਸ਼ੁਰੂ 'ਚ ਵੀ ਇਹੀ ਗੱਲਾਂ ਸੀ। 8 ਮਿਨਿਸਟਰਾਂ ਦੀ ਇਹਨਾਂ ਨੇ ਡਿਊਟੀ ਲਾਈ ਸੀ ਕਿ ਪੰਜਾਬ ਦੇ ਵਿੱਚ LCD ਵੱਡੀਆਂ ਸਕਰੀਨਾਂ ਲਾ ਕੇ, ਆਪ ਨਹੀਂ ਸੀ ਬਣਨਾ ਚਾਹੁੰਦੇ। ਦੂਰਦਰਸ਼ਨ, ਜਿਸ ਤਰ੍ਹਾਂ ਮੋਦੀ ਜੀ ਮਨ ਕੀ ਬਾਤ ਕਹਿੰਦੇ ਆ, ਦੂਜਿਆਂ ਦੀ ਸੁਣਦੇ ਨਹੀਂ, ਔਰ ਰੇਡੀਓ ਤੇ ਦੂਰਦਰਸ਼ਨ ਤੇ ਬੋਲ ਦਿੰਦੇ ਆ, ਬਾਕੀ ਉੱਥੇ ਚੱਕ ਕੇ ਲਾ ਦਿੰਦੇ ਆ, ਪਰ ਨਾਲ ਉਹ ਆਪ ਕਿਸੇ ਨਾਲ ਡਾਇਲਾਗ ਨਹੀਂ ਕਰਦੇ। ਤੁਹਾਨੂੰ ਪਤਾ, ਕਦੀ ਤੁਸੀਂ ਪ੍ਰੈਸ ਕਾਨਫਰੰਸ ਦੇਖੀ ਮੋਦੀ ਜੀ ਦੀ? ਕਦੀ ਨਹੀਂ ਸੁਣੀ। ਇਹ ਮਤਲਬ ਤੁਸੀਂ ਇੱਕ ਪ੍ਰਧਾਨ ਮੰਤਰੀ ਹੋ, ਇਹਦੇ ਉਲਟ ਇਹਨਾਂ ਦਾ ਯਾਰ ਹੁੰਦਾ ਸੀ ਟਰੰਪ, ਉਹ ਰੋਜ਼ ਪ੍ਰੈਸ ਕਾਨਫਰੰਸ ਕਰਦਾ ਰਿਹਾ। ਤੇ ਇਹ ਕੁਛ ਨਾ ਕੁਛ ਲੋਕਾਂ ਪ੍ਰਤੀ ਜਵਾਬਦੇਹੀ ਹੁੰਦੀ ਆ। ਉਹ ਨਹੀਂ ਆਉਣਗੇ, ਉਹ ਸੁਣਨਗੇ ਨਹੀਂ, ਉਹ ਸੁਣਾਉਣਗੇ, ਆਪਣਾ ਹੀ ਜਾਣੀ ਧੌਂਸ ਦੇਣਗੇ, ਆਪਣੇ ਉਥੋਂ ਡਿਕਰੀ ਜਿਹਨੂੰ ਕਹਿੰਦੇ ਆ, ਐਲਾਨਨਾਮੇ ਜਾਰੀ ਹੋਣਗੇ। ਇਹੀ ਗੱਲ
ਅੱਜ ਤੋਮਰ ਸਾਹਿਬ ਨੇ ਕੀਤੀ ਹੈ। ਅਫਸੋਸ ਹੈ ਮੈਨੂੰ, ਸਾਨੂੰ ਸਾਰਿਆਂ ਨੂੰ ਬੜੀ ਨਿਰਾਸ਼ਾ ਹੋਈ ਹੈ, ਬੜਾ ਅਫਸੋਸ ਹੋਇਆ ਕਿ ਇਹ ਮਿਨਿਸਟਰ ਸਾਹਿਬਾਨ, ਇਹ ਦੇਸ਼ ਦੇ ਕਿਹੋ ਜਿਹੇ ਲੀਡਰ ਲੋਕ ਹੈਗੇ ਆ ਜਿਹੜੇ ਸਾਰਾ ਕੁਝ ਕਰਨ ਤੋਂ ਬਾਅਦ ਕਹਿੰਦੇ ਮੈਂ ਨਾ ਮੰਨੂ, ਹੱਦ ਹੋ ਗਈ ਹੈ। ਇਹ ਮਿਨਿਸਟਰ ਜਦੋਂ ਇੰਨੀ ਦੇਰ ਤੱਕ ਸ਼ਹਿਰੀ ਕਹਿੰਦੇ ਰਹੇ ਕਿ ਇਹ ਕਾਨੂੰਨ ਤੇ ਜੀ ਠੀਕ ਹੈ, ਕਾਨੂੰਨ ਨੇ ਠੀਕ ਹੈ, ਲੋਕਾਂ ਨੇ ਰੇਲਾਂ ਰੋਕਤੀਆਂ। ਰੇਲਾਂ ਰੋਕਣ ਤੋਂ ਬਾਅਦ ਫਿਰ ਲੋਕਾਂ ਨੇ ਕਿਹਾ ਚੰਗਾ ਜੇ ਤੁਸੀਂ ਨਹੀਂ ਕਹਿੰਦੇ ਮੰਨਦੇ ਤੇ ਅਸੀਂ ਫਿਰ ਦਿੱਲੀ ਆਏ, ਉੱਥੇ ਵੀ ਪਹੁੰਚ ਗਏ। ਉੱਥੇ ਮੰਨਣ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਥੋੜੇ ਸੂਤਰ ਹੋਣ ਲੱਗੇ ਤੇ ਕਹਿੰਦੇ ਜੀ ਲਿਆਓ ਜੀ ਜਿੰਨੀਆਂ ਕਿ ਤਰਮੀਮਾਂ ਸਾਰੀਆਂ ਹੀ ਮੰਨ ਲੈਣੀਆਂ। ਅਮਿਤ ਸ਼ਾਹ ਨੇ ਖੁਦ ਕਿਹਾ 13 ਕਿਸਾਨ ਲੀਡਰਾਂ ਨਾਲ ਮੀਟਿੰਗ ਕਰਕੇ ਕਿ ਜੋ ਵੀ ਕਹੋ, ਜਿੰਨਾ ਕਹੋ ਮੈਂ ਠੀਕ ਕਰ ਦੇਣਾ, ਖੋਖਾ ਰੱਖ ਲਓ, ਮਤਲਬ ਜਿਲਦ ਰੱਖ ਲਓ, ਕਾਨੂੰਨ ਨੂੰ ਨਾ ਵਾਪਸ ਕਰੋ ਜਿਹੜਾ ਤੁਸੀਂ ਕਹਿੰਦੇ ਕਿ ਅਸੀਂ ਕਾਨੂੰਨ ਰਿਪੀਲ ਕਰਨੇ। ਉਦੋਂ ਅੱਗੇ ਜਦੋਂ ਇਹ ਗੱਲ ਨਹੀਂ ਮੰਨੀ, ਉਹਨਾਂ ਨੇ ਕਿਹਾ ਚੰਗਾ ਫਿਰ ਤਾਂ ਅਸੀਂ ਜੇ ਕਾਨੂੰਨ ਨੂੰ ਤੁਸੀਂ ਵਾਪਸ ਨਹੀਂ ਲੈਂਦੇ ਅਸੀਂ ਇਸ ਨੂੰ ਸਸਪੈਂਡ ਕਰ ਦਿੰਦੇ ਆ। ਸਸਪੈਂਡ ਵੀ ਇੱਥੇ ਤੱਕ ਗੱਲਾਂ ਚੱਲ ਗਈਆਂ ਸੀ ਵੀ 3 ਸਾਲ ਲਈ ਵੀ ਉਹ ਤਿਆਰ ਬੈਠੇ ਆ ਤੇ MSP ਤੇ ਵੀ ਨਾਲ ਗੱਲ ਚੱਲਣ ਨੂੰ ਤਿਆਰ ਹੈਗੀ। ਹੁਣ ਇਸ ਤੋਂ ਮੁੜ ਕੇ ਇੱਕਦਮ ਯੂ ਟਰਨ ਮਾਰ ਦੇਣਾ, ਪਹਿਲੀ ਜਗ੍ਹਾ ਚਲੇ ਜਾਣਾ ਜਿੱਥੋਂ ਸ਼ੁਰੂ ਹੋਈ ਆ ਗੱਲਬਾਤ, ਕਹਿ ਦੇਣਾ ਕਿ ਦੇਖੋ ਜੀ ਕਾਨੂੰਨ ਤੇ ਸਾਰੇ ਠੀਕ ਆ, ਇਹ ਪੰਜਾਬ ਦਾ ਮਾਮਲਾ, ਪੰਜਾਬ ਨੂੰ ਅਸੀਂ ਆਪੇ ਨਜਿੱਠ ਲਾਂਗੇ, ਬਾਕੀ ਦੇ ਐਵੇਂ ਭੜਕਾਏ ਹੋਏ ਝਮਲਾਏ ਹੋਏ ਆਏ ਆ ਜਾਨੀ ਪੰਜਾਬ ਦੇ ਕਹਿਣ ਤੇ ਆ ਗਏ। ਇਹ ਬਿਲਕੁਲ ਜਾਨੀ ਗੈਰ ਇਮਾਨਦਾਰੀ ਵਾਲੀ ਗੱਲ ਤੇ ਹੈਗੀ ਹੈ। ਇਹਦੇ ਪਿੱਛੇ ਕਿਹੜੀ ਰਾਜਨੀਤੀ ਆ ਉਹ ਸਮਝਣ ਵਾਲੀ ਆ। ਕਿਉਂ ਅੱਜ ਅਚਾਨਕ ਆਇਆ? ਮੈਨੂੰ ਦੋ ਗੱਲਾਂ ਲੱਗ ਰਹੀਆਂ। ਇੱਕ ਗੱਲ ਤੇ ਮੈਨੂੰ ਇਹ ਲੱਗ ਰਹੀ ਹੈ ਕਿ ਜਿਹੜੀ ਅਮਰੀਕਨ ਗਵਰਨਮੈਂਟ ਨੇ ਅੱਜ ਬਿਆਨ ਅਖਬਾਰਾਂ 'ਚ ਆ ਗਿਆ, ਜਿਹਦੇ ਤੋਂ ਪੜ੍ਹਨ ਤੋਂ ਬਾਅਦ ਤੋਮਰ ਜੀ ਨੇ ਆਪਣਾ ਬਿਆਨ ਦਾਗਿਆ। ਉਹਦੇ ਵਿੱਚ ਕਈਆਂ ਅਖਬਾਰਾਂ ਨੇ ਤੇ ਇਹ ਲਿਖਿਆ ਕਿ ਜੋ ਬਾਈਡਨ ਨੇ ਕਿਹਾ ਕਿ ਦੇਖੋ ਜੀ ਇਹਦੇ 'ਚ ਕੋਈ ਕਾਨੂੰਨਾਂ 'ਚ ਤੇ ਕੋਈ ਗਲਤੀ ਨਹੀਂ ਹੈ, ਕਾਨੂੰਨ ਤੇ ਜੋ ਅਸੀਂ ਆਧਾਰਵਾਦੀ ਨੀਤੀਆਂ ਕਰਦੇ ਹਾਂ, ਲਿਬਰਲ ਮਾਡਰਨ ਕਾਰਪੋਰੇਟ ਟਾਈਪ ਅਸੀਂ ਆਪਣੀ ਐਗਰੀਕਲਚਰ ਕੀਤੀ ਹੈ, ਇਹੋ ਹੀ ਮੋਦੀ ਜੀ ਆਪਣੀ ਕਾਰਪੋਰੇਟ ਟਾਈਪ ਐਗਰੀਕਲਚਰ ਬਣਾਉਣਾ ਚਾਹੁੰਦੇ ਆ ਤੇ ਇਹਦੇ 'ਚ ਤੇ ਕੋਈ ਬਹੁਤੀ ਗਲਤ ਗੱਲ ਨਹੀਂ ਆ। ਪਰ ਇੰਜ ਨਹੀਂ ਕਰਨਾ ਚਾਹੀਦਾ, ਧੱਕੇ ਨਾਲ ਨਹੀਂ, ਕਿਸਾਨਾਂ ਨੂੰ ਕੌਨਫੀਡੈਂਸ 'ਚ ਲੈ ਕੇ ਕਰਨ, ਕਿਸਾਨਾਂ ਦੇ ਨਾਲ ਗੱਲ ਕਰਨ। ਉਹ ਜਿਹੜਾ ਲੋਕਤੰਤਰਿਕ ਢੰਗ ਨਾਲ ਪ੍ਰੋਟੈਸਟ ਕਰ ਰਿਹਾ ਉਹ ਬਿਲਕੁਲ ਡੈਮੋਕ੍ਰੇਸੀ ਗਹਿਰੀ ਹੋ ਰਹੀ ਆ, ਉਹਦੇ ਨਾਲ ਡੈਮੋਕ੍ਰੇਸੀ ਨੂੰ ਸ਼ਕਤੀ ਮਿਲ ਰਹੀ ਹੈ ਤੇ ਉਸ ਦੀ ਵੀ ਗੱਲ ਸੁਣਵਾਈ ਹੋਵੇ। ਇਹ ਤੇ ਦੋਵੇਂ ਗੱਲਾਂ ਕਰਦੀਆਂ ਨਾ, ਦੋਵਾਂ ਬੇੜੀਆਂ 'ਚ ਤੂੰ ਵੀ ਠੀਕ ਲੜੀ ਚੱਲੋ, ਇਹ ਇਹੋ ਜੀ ਗੱਲ ਕਰਤੀ। ਪਰ ਉਹਦੇ ਇਸ ਇਸ਼ਾਰੇ ਦੇ ਨਾਲ ਕਿ ਕਾਨੂੰਨ ਠੀਕ ਹੈ, ਕਾਨੂੰਨੀ ਗੱਲ ਮੋਦੀ ਜੀ ਨੇ ਮਗਰ ਹੀ, ਜਿਸ ਤਰ੍ਹਾਂ ਇੱਕ ਡੱਡੂ ਦੂਜੇ ਦੇ ਪਿੱਛੇ ਗੜਾਏ ਕਰਦਾ, ਮਗਰ ਹੀ ਕਰ ਦਿੱਤਾ ਤੋਮਰ ਸਾਹਿਬ ਨੇ ਕਿ ਦੇਖੋ ਜੀ ਇਹ ਕਾਨੂੰਨ ਤੇ ਠੀਕ ਹੈਗੇ, ਇੰਜ ਨਹੀਂ ਕਰਨਾ ਚਾਹੀਦਾ। ਇਹ ਤੇ ਗੱਲ ਨਹੀਂ ਬਣੀ। ਦੂਜੀ ਮੈਨੂੰ ਇਹ ਲੱਗਦੀ ਹੈ ਕਿ ਕਿਤੇ ਨਾ ਕਿਤੇ ਇਹ ਹੋਰ ਨਾ ਕੋਈ ਅੰਦਰੋਂ ਅੰਦਰੀ ਕਿਸੇ ਕਿਸਮ ਦੀਆਂ ਕਿਆਸ ਰਾਈਆਂ ਜਾਂ ਸਾਈਆਂ ਵਧਾਈਆਂ ਲਾਉਂਦੇ ਹੋਣ ਕਿ ਅਸੀਂ ਆਹ ਕਰ ਲਾਂਗੇ, ਉਹਨੂੰ ਤੋੜ ਲਾਂਗੇ, ਉਹਨੂੰ ਲਾਲਚ ਦੇ ਲਾਂਗੇ, ਇੰਜ ਹੋ ਜਾਊਗਾ। ਇਹ ਲੋਕ ਅੰਦੋਲਨ ਬਣ ਚੁੱਕਾ। ਉਹਨਾਂ ਨੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ, ਉਹ ਬੜੀ ਬੁਰੀ ਤਰੀਕੇ ਨਾਲ ਫੇਲ ਹੋਈਆਂ। ਜਿਹੜਾ ਵੀ ਬੰਦਾ ਮਾੜਾ ਜਿਹਾ ਵੀ ਚੂੰ ਕਰਦਾ, ਅਲੱਗ ਹੋਣ ਦਾ ਕਰਦਾ, ਲੋਕ ਉੱਥੇ ਉਹਦੀ ਖਾਟ ਖੜੀ ਕਰ ਦਿੰਦੇ ਆ। ਇਹ ਨਹੀਂ ਚੱਲਣਾ। ਤੁਸੀਂ ਉਹ ਦਿਨ ਗਏ ਜਦੋਂ ਲੋਕਾਂ ਦੇ ਲੀਡਰਾਂ ਨੂੰ ਖਰੀਦ ਲੈਂਦੇ ਸੀ, ਪਾਲ ਲੈਂਦੇ ਸੀਗੇ, ਲੋਕਾਂ ਵਿੱਚ ਅਲੱਗ-ਅਲੱਗ ਏਜੰਡੇ ਆਪਣੀ ਕਿਸਮ ਦੇ ਪਾ ਕੇ ਕਦੀ ਉਹਨਾਂ ਨੂੰ ਆਪਸ ਵਿੱਚ ਲੜਾ ਦੇਣਾ ਜਾਂ ਵਾਇਲੈਂਟ ਕਰਕੇ ਉਹਨਾਂ ਨੂੰ, ਉਹ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਚੁੱਕੀਆਂ ਆ। 26 ਤਰੀਕ ਤੋਂ ਬਾਅਦ 26 ਤਰੀਕ ਨੂੰ ਦੇਖ ਹੀ ਲਿਆ ਕਿਵੇਂ ਪੁਲਿਸ ਨੇ ਖੁਦ ਡਾਇਰੈਕਟ ਕਰਕੇ ਦਿੱਲੀ ਵੱਲ ਨੂੰ ਲੈ ਗਏ। ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਇਹ ਰਸਤਾ ਕਿੱਧਰ ਜਾ ਰਿਹਾ ਹੈ, ਦਿੱਲੀ ਵੱਲ ਜਾ ਰਿਹਾ ਜਾਂ ਇਹ ਜਿੱਥੇ ਪ੍ਰਿਸਕ੍ਰਾਈਬਡ ਰੂਟ ਵੱਲ ਜਾ ਰਿਹਾ। ਬਹੁਤ ਕੁਝ ਹੋਇਆ ਉਦੋਂ ਜੋਸ਼ ਦੇ ਵਿੱਚ। ਤਾਂ ਉਦੋਂ ਬਾਅਦ ਜਦੋਂ ਹੁਣ ਫਿਰ ਮੂਵਮੈਂਟ ਏਡੇ ਵੱਡੇ ਪੱਧਰ ਤੇ ਖੜੀ, ਅੱਜ ਸ਼ਾਮਲੀ 'ਚ ਬਹੁਤ ਵੱਡੀ ਮਹਾਂ ਪੰਚਾਇਤ ਯੂਪੀ 'ਚ ਹੋਈ ਆ। ਇਸੇ ਤਰੀਕੇ ਨਾਲ ਡੋਸਾ ਕਿ ਕੋਈ ਇਹੋ ਜਿਹਾ ਪਿੰਡ ਦਾ ਨਾਂ ਹੈ ਡੋਸਾ, ਉਹ ਪਿੰਡ ਇੱਥੇ ਹਰਿਆਣੇ ਦਾ ਸ਼ਹਿਰੀ, ਉਹਦੇ ਵਿੱਚ ਬਹੁਤ ਵੱਡੀ ਮਹਾਂ ਪੰਚਾਇਤ ਹੋਈ ਆ। ਰਾਜਸਥਾਨ ਦੇ ਵਿੱਚ ਪਾਇਲਟ ਨੇ ਭਾਸ਼ਣ ਦਿੱਤਾ, ਉੱਥੇ ਵੀ ਹੋਇਆ। ਇੱਕ ਨਵੀਂ ਗੱਲ ਮੈਂ ਲਾਸਟ ਕਹੂੰਗਾ ਇਹ ਤੋਂ ਪਹਿਲਾਂ ਕਿ ਤੁਸੀਂ ਅਗਲਾ ਸਵਾਲ ਕਰੋ ਕਿ ਜਿਹੜੀ ਮੂਵਮੈਂਟ ਆ ਹੁਣ ਪੰਜਾਬ ਦੇ ਨਾਲ ਸ਼ੁਰੂ ਹੋ ਕੇ ਜਨ ਅੰਦੋਲਨ ਜਦੋਂ ਬਣਿਆ ਤੇ 26 ਤਰੀਕ ਤੋਂ ਬਾਅਦ ਇਹਦਾ ਜ਼ਿਆਦਾ ਵੱਡਾ ਫੈਲਾਅ ਰਾਜਸਥਾਨ, ਹਰਿਆਣਾ ਤੇ ਪੱਛਮੀ ਯੂਪੀ 'ਚ ਹੋ ਰਿਹਾ, ਜਿਹੜੀ ਸ਼ੂਗਰ ਕੇਨ ਬੈਲਟ ਹੈਗੀ। ਇਹ ਇੱਕ ਚੰਗੇ ਲੱਛਣ ਹੈਗੇ ਆ ਕਿ ਇਹ ਇਕੱਲੀ ਪੰਜਾਬ ਦੀ ਮੂਵਮੈਂਟ ਨਹੀਂ ਬਲਕਿ ਹੌਲੀ ਹੌਲੀ ਸਮੁੱਚੇ ਭਾਰਤ ਦੀ ਵਿਸ਼ਾਲ ਪੱਧਰ ਤੇ ਮੂਵਮੈਂਟ ਬਣਦੀ ਜਾ ਰਹੀ ਹੈ। ਪਿੰਡੋ ਪਿੰਡੀ ਫੈਸਲੇ ਹੋ ਰਹੇ ਆ। ਹਰਿਆਣੇ 'ਚ ਫੈਸਲਾ ਹੋ ਗਿਆ ਕਿ ਪਿੰਡ 'ਚੋਂ 100 ਬੰਦੇ ਤੁਸੀਂ ਬਾਰਡਰ ਤੇ ਭੇਜਣੇ ਆ। ਇਸੇ ਤਰੀਕੇ ਨਾਲ ਰਾਜਸਥਾਨ 'ਚ ਫੈਸਲਾ ਹੋਇਆ ਕਿ ਹਰ ਪਿੰਡ 'ਚੋਂ 15 ਬੰਦੇ ਜ਼ਰੂਰ ਭੇਜਣੇ ਆ। ਇਸੇ ਤਰ੍ਹਾਂ ਯੂਪੀ ਦੇ ਵਿੱਚੋਂ ਤੇ ਵੱਡੇ ਪੱਧਰ ਤੇ ਬੰਦੇ ਇਕੱਠੇ ਜਮਾਵੜਾ ਹੋ ਹੀ ਰਿਹਾ। ਇੱਕ ਨਵੀਂ ਗੱਲ ਜਿਹੜੀ ਹੋਈ ਹੈ ਕਿ ਰਾਜਨੀਤਿਕ ਲੋਕਾਂ ਨੂੰ ਜਿਵੇਂ ਛੇਕਿਆ ਹੋਇਆ ਸੀ ਤੇ ਉਹਨਾਂ ਨੂੰ ਬਹੁਤ ਉਸਲ ਵੱਟੀਆਂ ਲੈਂਦੇ ਸੀ, ਬੜਾ ਉਹਨਾਂ ਨੂੰ ਇੰਨੀ ਤਕਲੀਫ ਹੁੰਦੀ ਸੀ, ਜੈਲਸੀ ਹੁੰਦੀ ਸੀ ਕਿ ਹੱਦ ਹੋ ਗਈ। ਏਡੇ ਲੋਕਾਂ ਦਾ ਝੁਰਮਟ ਇਕੱਠਾ ਹੋਵੇ, ਏਡਾ ਇਕੱਠ ਹੋਵੇ ਤੇ ਉਹ ਉੱਥੇ ਆਪਣਾ ਭਾਸ਼ਣ ਨਾ ਝਾੜਨ, ਇਹ ਤੇ ਕਿਵੇਂ ਹੋ ਸਕਦਾ? ਉਹਨਾਂ ਨੂੰ ਇੰਨੀ ਜ਼ਿਆਦਾ ਤਕਲੀਫ ਸੀਗੀ। ਉਹ ਹੌਲੀ ਹੌਲੀ ਤਕਲੀਫ ਦੂਰ ਹੋਣ ਲੱਗੀ ਹੈ।
ਇੱਕ ਤੇ ਜਿਹੜਾ ਬਿਲਕੁਲ। ਗਾਜ਼ੀਪੁਰ ਵਾਲਾ ਬਾਰਡਰ ਆ ਉੱਥੇ ਨੂੰ ਸਾਰੇ ਆਪਣੀ ਫੇਰੀ ਪਾਉਣ ਲੱਗੇ ਆ। ਕੱਲ 15 ਹੂੰ, MP ਗਏ ਸੀਗੇ, ਉਦੋਂ ਪਹਿਲਾਂ ਸੁਖਬੀਰ ਬਾਦਲ ਜੀ ਗਏ, ਉਧਰੋਂ ਹੋਰ ਮਿਨਿਸਟਰ ਗਏ, ਹੋਰ ਸਾਰੇ ਜਾ ਰਹੇ ਆ ਤੇ ਹੂੰ, ਉੱਥੇ ਜਿਹੜੇ ਦਰਸ਼ਨ ਕਰਕੇ ਗਾਜ਼ੀਪੁਰ ਦੇ ਆਉਂਦੇ ਹੈਗੇ। ਇਹ ਸਿੰਘੂ ਬਾਰਡਰ ਤੇ ਹੂੰ, ਟਿੱਕਰੀ ਬਾਰਡਰ ਤੇ ਇਹੋ ਜਿਹਾ ਅਜੇ ਕੋਈ ਵੀ ਉਹਨਾਂ ਨੂੰ ਨਾ ਆਮੰਤਰਣ ਆ, ਨਾ ਕੋਈ ਇਹੋ ਜਿਹੀ ਇਨਕਰੇਜਮੈਂਟ ਆ। ਪਰ ਹੂੰ, ਪਾਇਲਟ ਨੇ ਜਿਹੜੀ ਪੰਚਾਇਤਾਂ ਦੇ ਵਿੱਚ ਹੂੰ, ਗੱਲਾਂ ਹੋ ਰਹੀਆਂ ਜਾਂ ਜਿਹੜੀਆਂ ਈਵਨ ਸ਼ਾਮਲੀ ਚ ਵੀ ਹੋਈ ਆ, ਉੱਥੇ ਵੀ ਪੋਲੀਟੀਕਲ ਲੀਡਰ ਜਾ ਕੇ ਬੋਲੇ। ਇਹਦਾ ਮਤਲਬ ਕਿ ਜਿਹੜੇ ਪੋਲੀਟੀਕਲ ਹੂੰ, ਲੀਡਰ ਅਲੱਗ ਥਲੱਗ ਪਏ ਸੀ, ਜਿਹੜੇ ਤਰਲੋ ਮੱਛੀ ਹੋਏ ਸੀਗੇ ਤੇ ਬਹੁਤ ਹੀ ਹੂੰ, ਨਿੰਮੋ ਝੂਣੇ ਜੇ ਹੋਏ ਫਿਰਦੇ ਸੀ ਵਿਚਾਰੇ, ਵਿਚਾਰੇ ਤੇ ਹੂੰ, ਬੇਕਾਰ, ਮਤਲਬ ਜਿਸ ਤਰ੍ਹਾਂ ਕਿ ਕੋਈ ਕੰਮੇ ਨਾ ਰਵੇ। ਹੂੰ, ਪੋਲੀਟੀਕਲ ਬੰਦਿਆਂ ਦਾ ਤੇ ਰੈਲੀਆਂ ਐਡਰੈਸ ਬਿਲਕੁਲ। ਕਰਨਾ ਕੰਮ ਹੈ ਨਾ, ਉਹ ਬੇਕਾਰ ਹੋਏ ਪਏ ਸੀਗੇ, ਕੋਈ ਕੰਮ ਹੂੰ, ਨਹੀਂ ਸੀ ਉਹਨਾਂ ਹੂੰ, ਕੋਲ। ਉਹ ਸਾਰਾ ਉਹਨਾਂ ਨੂੰ ਕੰਮ ਹੁਣ ਹੌਲੀ ਹੌਲੀ ਜਾਨੀ ਕੈਜੂਅਲ ਜਿਹਾ ਕੰਮ ਮਿਲਣ ਲੱਗ ਪਿਆ। ਫਿਰ ਹੋ ਸਕਦਾ ਹੋਰ ਹੌਲੀ ਹੌਲੀ ਹੂੰ, ਵੱਡਾ ਵੀ ਮਿਲ ਜੇ, ਪਰ ਇਹਦੇ 'ਚ ਕੋਈ ਮਾੜੀ ਜੀ, ਗੱਲ ਨਹੀਂ ਹੈ ਜੇ ਉਹ ਆਪਣੀਆਂ ਉਹ ਗੱਲਾਂ ਵੀ ਉਸੇ ਤਰੀਕੇ ਦੀਆਂ ਨਾ ਕਰਨ ਜਿਵੇਂ ਕਿ ਹੂੰ, ਬੀਜੇਪੀ ਜਾਂ ਉਹਨਾਂ ਦੀ NDA ਸਰਕਾਰ ਕਰ ਰਹੀ ਆ। ਇਹਨਾਂ ਨੂੰ ਸੁਹਿਰਦ ਹੋਣਾ ਪਊਗਾ ਔਰ ਉਹਨਾਂ ਨੂੰ ਜਿਹੜੇ ਲੀਡਰਸ਼ਿਪ ਹੈਗੀ ਆ ਉਹ ਆਪਣੇ ਹੱਥ ਨਾ ਲੈ ਹੂੰ, ਕੇ ਕਿਸਾਨ ਲੀਡਰਸ਼ਿਪ ਦੇ ਤਹਿਤ ਰਹਿ ਕੇ ਹੀ ਜੋ ਵੀ ਗੱਲਬਾਤ ਜੀ। ਕਰਨੀ ਪਊਗੀ ਸ਼ਹਿਰੀ। ਹੂੰ, ਪ੍ਰੋਫੈਸਰ ਸਾਹਿਬ ਠੀਕ ਹੈ, ਚਲੋ ਗੱਲਾਂ ਤਾਂ ਤੋਮਰ ਸਾਹਿਬ ਨੇ ਅੱਜ ਕਰ ਦਿੱਤੀਆਂ, ਰਾਜ ਸਭਾ ਦੇ ਵਿੱਚ ਹੰਗਾਮਾ ਵੀ ਹੋ ਗਿਆ ਇਸ ਚੀਜ਼ ਨੂੰ ਲੈ ਕੇ ਜਦੋਂ ਮੁੱਦਾ ਛਿੜਿਆ ਤਾਂ, ਤੇ ਕਿਤੇ ਨਾ ਕਿਤੇ ਉਹ ਤਾਂ ਫੇਰ ਬਿੱਲਾਂ ਦੇ ਉੱਤੇ ਗੱਲ ਕਰਦੇ ਨਜ਼ਰ ਆਏ ਜੀ। ਬਿੱਲ ਜਿਹੜੇ ਨੇ ਤੁਸੀਂ ਦੇਖ ਲੈਣਾ, ਇਹ ਤਾਂ ਕਿਸਾਨਾਂ ਦੇ ਲਈ ਬਹੁਤ ਹੀ ਸਹੀ ਸਾਬਿਤ ਹੋਣਗੇ, ਕਿਸਾਨਾਂ ਨੂੰ ਇਸ ਨਾਲ ਬਹੁਤ ਫਾਇਦਾ ਹੈ। ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੋਈ ਅਜਿਹਾ ਨਹੀਂ ਕਿਸਾਨਾਂ ਨੂੰ ਬੈਨੀਫਿਟ ਦਿੱਤਾ ਗਿਆ ਜਿਹੜਾ ਕਿ ਕੇਂਦਰ ਸਰਕਾਰ ਦੇ ਰਹੀ ਹੈ। ਇਸ ਦੇ ਨਾਲ-ਨਾਲ ਪ੍ਰੋਫੈਸਰ ਸਾਹਿਬ ਕਿਤੇ ਨਾ ਕਿਤੇ ਜਦੋਂ ਉਸ ਤੋਂ ਬਾਅਦ ਨਰਿੰਦਰ ਤੋਮਰ ਇਸ ਬਿੱਲ ਦੇ ਉੱਤੇ ਗੱਲ ਕਰਨ ਤੋਂ ਬਾਅਦ ਜਦੋਂ ਫਿਰ ਤੋਂ ਬੋਲਣਾ ਸ਼ੁਰੂ ਕੀਤੀ ਤਾਂ ਉਸ ਵੇਲੇ ਉਹਨਾਂ ਨੇ ਉਹ ਝੜੀ ਲਗਾ ਦਿੱਤੀ ਜਿਹੜੀ ਕਿ ਹਮੇਸ਼ਾ ਲਗਾਈ ਜਾਂਦੀ ਹੈ, ਯਾਨੀ ਕਿ ਆਪਣੀ ਸਰਕਾਰ ਦੀਆਂ ਸਾਰੀਆਂ ਉਪਲਬਧੀਆਂ ਗਿਣਵਾਉਣ ਲੱਗ ਗਏ। ਚਾਹੇ ਉਹ ਮਨਰੇਗਾ ਸਕੀਮ ਹੋਵੇ, ਚਾਹੇ ਕੋਈ ਵੀ ਸਕੀਮ, ਕੋਈ ਬਿੱਲ, ਉਹਨਾਂ ਨੇ ਇਸ ਤਰੀਕੇ ਨਾਲ ਗਿਣਵਾਉਣੇ ਸ਼ੁਰੂ ਕੀਤੇ ਕਿ ਦੇਖੋ ਜੀ ਅਸੀਂ ਕੀ ਕੀਤਾ। ਪਹਿਲੀ ਗੱਲ ਤਾਂ ਜਦੋਂ ਮੁੱਦਾ ਕੋਈ ਉਸ ਤਰੀਕੇ ਦਾ ਹੈ ਜਿਹੜਾ ਚੱਲ ਰਿਹਾ, ਜਿਸ ਤੇ ਗੱਲਬਾਤ ਹੋ ਰਹੀ ਹੈ, ਉਹਨੂੰ ਛੱਡ ਕੇ ਇੰਨੀਆਂ ਸਾਰੀਆਂ ਆਪਣੀਆਂ ਉਪਲਬਧੀਆਂ ਜਿਹੜੀਆਂ ਨੇ ਗਣਵਾਉਣ ਦੀ ਨੌਬਤ ਆ ਹੀ ਕਿਉਂ ਗਈ ਕਿ ਵੀ ਉਹ ਸਕੀਮਾਂ ਬਾਰੇ ਗੱਲ ਕਰ ਰਹੇ ਨੇ, ਉਹ ਗਿਣਾਉਂਦੇ ਹੋਏ ਆਪਣੀ ਹੀ ਪਿੱਠ ਥਪਥਪਾਈ ਜਾ ਰਹੇ ਨੇ। ਐਡੀ ਕਾਹਦੀ ਨੌਬਤ ਆ ਗਈ? ਸ਼ਹਿਰੀ ਇਸ ਤਰ੍ਹਾਂ ਹੈ ਕਿ ਜਦੋਂ ਜ਼ਮੀਨ ਖਿਸਕਦੀ ਨਜ਼ਰ ਆਏ ਤੁਸੀਂ ਸ਼ੋਰ ਜ਼ਿਆਦਾ ਪਾਉਂਦੇ, ਰੌਲਾ ਜ਼ਿਆਦਾ ਪਾਉਂਦੇ ਹੈ ਨਾ, ਹੂੰ, ਤੇ ਉਸ ਕਰਕੇ ਹੂੰ, ਹੋਰ ਇਹ ਨਹੀਂ ਹੈ। ਜਿਹੜਾ ਬੰਦਾ ਕੌਨਫੀਡੈਂਟ ਹੋਵੇ, ਉਹਨੂੰ ਆਪਣੇ ਵਿਚਾਰ ਤੇ ਵਿਸ਼ਵਾਸ ਹੂੰ, ਹੋਵੇ, ਉਸ ਨੂੰ ਆਪਣੇ ਕਰਮ ਤੇ ਵਿਸ਼ਵਾਸ ਹੋਵੇ ਤੇ ਉਹ ਰੌਲਾ ਥੋੜੀ ਪਾਉਂਦਾ ਤੇ ਚੁੱਪ ਬੈਠਾ ਰਹਿੰਦਾ। ਉਹਨੂੰ ਪਤਾ ਹੀ ਹੈ ਜਦੋਂ ਬਿਲਕੁਲ। ਲੋੜ ਪਊਗੀ ਹੂੰ, ਉਹ ਆਪਣੇ ਪੱਤੇ ਖੋਲ ਲੂਗਾ। ਇਹ ਜਿਹੜਾ ਸ਼ੋਰ ਹੂੰ, ਗੋਲਿਆ ਉਹ ਚੋਰ ਮਚਾਏ ਸ਼ੋਰ ਵਾਲਾ ਹੈਗਾ ਵੀ ਜਦੋਂ ਹੈ ਨਾ, ਹੂੰ, ਉਹ ਚੋਰੀ ਆਪਣੀ ਲੁਕਾਉਣ ਲਈ ਜ਼ਿਆਦਾ ਰੌਲਾ ਪਾਉਣਾ ਪੈਂਦਾ। ਇਹ ਚੋਰ ਮਚਾਏ ਬਿਲਕੁਲ। ਸ਼ੋਰ ਵਾਲਾ ਨਰਿੰਦਰ ਤੋਮਰ ਜੀ ਦਾ ਹੈਗਾ। ਜੇ ਅਸਲੀਅਤ ਹੂੰ, ਦੇਖੋ ਤੇ ਜਿਹੜਾ ਹੁਣ ਬਜਟ ਪੇਸ਼ ਹੋਇਆ ਜੇ ਉਹਦੇ ਤੇ ਬਹਿਸ ਹੋ ਰਹੀ ਹੈ, ਜੇ ਤੱਤਾ ਹੀ ਆ, ਜੇ ਠੰਡਾ ਨਹੀਂ ਹੋਇਆ ਹੂੰ, ਬਜਟ ਜਿਹੜਾ ਹੂੰ, ਪੇਸ਼ ਹੋਇਆ। ਹੂੰ, ਉਹਦੇ ਵਿੱਚ ਮਨਰੇਗਾ ਜੀ। ਦੇ ਪੈਸੇ 30-35% ਘਟਾ ਦਿੱਤੇ ਗਏ ਆ। ਇਸੇ ਤਰੀਕੇ ਨਾਲ ਹੂੰ, ਪੇਂਡੂ ਵਿਕਾਸ ਦੇ ਪੈਸੇ ਘਟਾਏ ਗਏ ਆ। ਇੰਪਲਾਇਮੈਂਟ ਦੀ ਕੋਈ ਗੱਲ ਹੀ ਨਹੀਂ ਹੂੰ, ਕੀਤੀ ਗਈ ਜਿਹੜੀ ਕਿ ਹੂੰ, ਸਿਖਰਾਂ ਛੋ ਰਹੀ ਆ, ਜਿਹੜਾ ਬਹੁਤ ਬੁਰਾ ਹਾਲ ਹੈ ਯੂਥ ਦਾ, ਉਹਦੀ ਕੋਈ ਗੱਲ ਨਹੀਂ ਹੂੰ, ਹੂੰ, ਕੀਤੀ ਗਈ। ਇਸ ਲਈ ਜਿਹੜਾ ਹੂੰ, ਬਜਟ ਜਿਹੜੀਆਂ ਗੱਲਾਂ ਵਿਕਾਸ ਦੀਆਂ ਗੱਲਾਂ ਕਰਦੇ ਆ, ਪੰਚਾਇਤਾਂ ਨੂੰ ਕਿਹੜੀਆਂ ਨਵੇਂ ਪੈਸੇ ਦੇ ਦਿੱਤੇ ਇਹਨਾਂ ਨੇ ਦੱਸਣ ਨਾ ਸਾਨੂੰ। ਇਸ ਲਈ ਇਹ ਤੇ ਐਵੇਂ ਹੂੰ, ਜਦੋਂ ਬੰਦਾ ਇਹ ਗੱਲ ਹੀ ਜਾਣੀ ਫੈਸਲਾ ਹੀ ਕਰ ਲੇ ਕਿ ਗੱਪ ਹੀ ਮਾਰਨੀ ਆ ਔਰ ਗੱਪ ਨੂੰ ਹੂੰ, ਇੰਨੇ ਸੋਲਿਡ ਢੰਗ ਨਾਲ ਛੱਡਣਾ ਕਿ ਉਹ ਸੱਚ ਲੱਗੇ, ਤੇ ਇਹਨੂੰ ਕਹਿੰਦੇ ਆ ਹੂੰ, ਜਿਹੜਾ ਨਵੀਂ ਸਚਾਈ ਅੱਜ ਕੱਲ੍ਹ ਦੀ ਹੈ ਨਾ, ਤੇ ਪੋਸਟ ਟਰੁੱਥ ਦੀ ਹੂੰ, ਟੈਕਨੀਕਲ ਟਰਮ ਕੱਢੀ ਆ ਵੀ ਪੋਸਟ ਟਰੁੱਥ ਉਹੀ ਆ ਹੂੰ, ਜਿਹਦਾ ਰੌਲਾ ਪਾ ਕੇ ਮਨਾ ਲਓ, ਗੋਬਲਸ। ਇੱਥੇ ਹੁਣ ਬਿਲਕੁਲ, ਗਪੌੜੀਆਂ ਦਾ ਰਾਜ ਹੋ ਗਿਆ। ਜਿਹੜਾ ਜਿੰਨਾ ਸ਼ੋਰ ਮਚਾ ਲੂ ਬਿਲਕੁਲ। ਮੀਡੀਆ ਰਾਹੀਂ, ਗੋਦੀ ਮੀਡੀਆ ਜਿਹਨੂੰ ਕਹਿੰਦੇ ਆ, ਹੂੰ, ਉਹ ਜਿੰਨਾ ਪ੍ਰਚਾਰ ਲੂ ਉਹੀ ਲੋਕਾਂ ਨੂੰ ਸੱਚ ਲੱਗਣ ਲੱਗ ਜੂ। ਇਸ ਤਰ੍ਹਾਂ ਹੋ ਸਕਦਾ? ਹੁਣ ਜੀ। ਮੈਨੂੰ ਤੁਸੀਂ ਕਹੋ ਜੀ ਬਿਲਕੁਲ, ਮੈਨੂੰ ਭੁੱਖ ਲੱਗੀ ਪ੍ਰੋਫੈਸਰ ਮਨਜੀਤ ਨਾ, ਹਾਂ ਜੀ, ਹਾਂਜੀ ਹਾਂਜੀ, ਬਿਲਕੁਲ। ਦੂਜੇ ਮੈਨੂੰ ਇਹ ਪਾਸੇ ਕਹਿਣ ਲੋਕ ਲੱਗਾ ਸਭਾ ਸੀ ਦੇ ਵੀ ਵਿੱਚ ਮੈਨੂੰ ਜੀ। ਹਾਂ, ਮੈਂ ਇੰਨੀ ਗੱਲ ਮੈਨੂੰ ਇਹ ਨਹੀਂ ਕਹਿਣ ਦਿਓ ਜੇ ਹੂੰ, ਕਿ ਜੇ ਮੈਨੂੰ ਭੁੱਖ ਲੱਗੀ ਹੋਵੇ, ਪੋਸਟਰ ਉੱਤੇ ਪਤਾ ਲੱਗ ਜਾਣਾ ਚਾਹੀਦਾ। ਮੈਨੂੰ ਜੇ ਭੁੱਖ ਲੱਗੀ ਹੋਵੇ ਤੇ ਮੈਨੂੰ ਕਹੀ ਜਾਣ ਤੂੰ ਹੂੰ, ਰੱਜਿਆ ਤੂੰ ਰੱਜਿਆ ਤੂੰ ਰੱਜਿਆ, ਮੈਂ ਮੰਨ ਜਾਊਗਾ ਕਿ ਮੈਂ ਰੱਜਿਆ। ਜਦ ਮੈਨੂੰ ਭੁੱਖ ਲੱਗੀ ਆ ਹੂੰ, ਮੇਰੇ ਕੋਲ ਤਾਂ ਗੱਲ ਨਹੀਂ ਨਿਕਲ ਰਹੀ। ਤੇ ਇਹਦੇ ਨਾਲ ਪੋਸਟ ਟਰੁੱਥ ਦਾ ਹੂੰ, ਕੋਈ ਅਰਥ ਨਹੀਂ ਹੁੰਦਾ। ਜੋ ਲੋਕਾਂ ਨੂੰ ਦੇਖ ਰਿਹਾ, ਲੋਕ ਹੰਢਾ ਰਹੇ ਆ, ਹੂੰ, ਲੋਕ ਤਕਲੀਫ ਦੇ ਵਿੱਚ ਆ, ਪਿੰਡੋ ਪਿੰਡੀ ਹਾਹਾਕਾਰ ਮੱਚੀ ਆ, ਹੂੰ, ਉਹਨਾਂ ਨੇ ਕਹੀ ਜਾਓ ਕਾਨੂੰਨ ਬਹੁਤ ਵਧੀਆ ਜੀ, ਕਾਨੂੰਨ ਬਹੁਤ ਵਧੀਆ, ਹੂੰ, ਵੀ ਜਿਵੇਂ ਉਹ ਬਹੁਤਾ ਰੌਲਾ ਪਾਉਣ ਦੇ ਨਾਲ ਮੰਨੇ ਹੀ ਜਾਣਗੇ ਕਿ ਵਾਕਿਆ ਹੀ ਉਹਨਾਂ ਦਾ ਵਿਕਾਸ ਹੂੰ, ਹੋ ਰਿਹਾ। ਤੇ ਜਿਹੜੀ ਹੈ ਇਹਦੇ ਨਾਲ ਲੋਕ ਮੰਨਣ ਵਾਲੇ ਨਹੀਂ ਹੈ। ਸਾਂਚ ਨੂੰ ਆਂਚ ਨਹੀਂ, ਇਸ ਤਰ੍ਹਾਂ ਨਹੀਂ ਹੈ। ਪ੍ਰਤੱਖ ਨੂੰ ਕੋਈ ਹੂੰ, ਪ੍ਰਮਾਣ ਦੀ ਲੋੜ ਨਹੀਂ। ਜੋ ਉਹਨਾਂ ਨੂੰ ਪ੍ਰਤੱਖ ਦੇਖ ਰਿਹਾ, ਹਟਾ ਰਹੇ ਆ, ਉਹਨੂੰ ਕਾਹਦੀਆਂ ਤੁਸੀਂ ਰੌਲਾ ਪਾ ਕੇ ਕਿਸ ਤਰ੍ਹਾਂ ਪਚਲਾ ਲਓਗੇ ਜਾਂ ਉਹਨਾਂ ਨੂੰ ਗਮਰਾਹ ਕਰ ਲਓਗੇ? ਇਹ ਤੋਮਰ ਜੀ ਦਾ ਭੁਲੇਖਾ ਹੈ ਵੀ ਲੋਕ ਕੱਢ ਦੇਣਗੇ। ਹਾਂਜੀ।
ਜੀ, ਲੋਕ ਸਭਾ ਦੇ ਵਿੱਚ ਪ੍ਰੋਫੈਸਰ ਮਨਜੀਤ ਜਿਸ ਤਰੀਕੇ ਨਾਲ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਗੱਲ ਨੂੰ ਕਾਫੀ ਚੁੱਕਿਆ ਹੈ। ਉਹ ਕਹਿੰਦੇ ਨੇ ਕਿ ਸਾਨੂੰ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ, ਸਾਨੂੰ ਪਹਿਲਾਂ ਕਹਿ ਦਿੱਤਾ ਗਿਆ ਵੀ ਇਸ ਮੁੱਦੇ ਤੇ ਨਹੀਂ, ਇਸ ਮੁੱਦੇ ਦੇ ਉੱਤੇ ਗੱਲ ਕਰਨੀ। ਉਹ ਕਹਿੰਦੇ ਅਸੀਂ ਕਿਸਾਨਾਂ ਦੇ ਇਸ਼ੂ ਦੇ ਉੱਤੇ ਗੱਲ ਕਰਨਾ ਚਾਹੁੰਦੇ ਸੀ ਤੇ ਉੱਥੇ ਸਾਨੂੰ ਕਿਹਾ ਵੀ ਗੱਲ ਹੀ ਨਹੀਂ ਕਰਨੀ ਇਸ ਮੁੱਦੇ ਤੇ। ਇਹ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਕਾਰਵਾਈਆਂ ਤੇ ਕਦੋਂ ਤੋਂ ਹੋਣ ਲੱਗ ਗਿਆ ਵੀ ਮੁੱਦੇ ਜਿਹੜੇ ਨੇ ਉਹ ਵੀ ਉਹ ਦੱਸਣਗੇ ਵੀ ਕਿਹਦੇ ਤੇ ਗੱਲ ਕਰਨੀ ਹੈ, ਇਹ ਸਰਕਾਰ ਦੱਸੇਗੀ। ਦੇਖੋ, ਕਾਫੀ ਕੁਝ ਉੱਠਕ ਬੈਠਕ ਹੋ ਰਿਹਾ ਹੈ। ਚਲੋ ਇਹ ਤੇ ਚੰਗੀ ਗੱਲ ਹੋ ਗਈ ਕਿ ਵੇਲੇ ਸਿਰ ਬਾਹਰ ਆ ਗਏ ਹਰਸਿਮਰਤ ਕੌਰ ਬਾਦਲ ਵੀ, ਨਹੀਂ ਤੇ ਇਹਨਾਂ ਦੇ ਘਰਾਓ ਵੀ ਜਿਹੜੇ ਘਰੋ ਘਰੀ ਜਿਸ ਤਰ੍ਹਾਂ ਬੀਜੇਪੀ ਦੇ ਹੁੰਦੇ ਸੀ ਨਾਲੋਂ ਨਾਲ ਇਹਨਾਂ ਦੇ ਵੀ ਹੋਣੇ ਸੀ। ਇਹਨਾਂ ਦੇ ਲੋਕਾਂ ਨੇ ਜ਼ਿਆਦਾ ਜੋਸ਼ ਨਾਲ ਕਰਨੀ ਸੀ। ਉਹਦਾ ਕਾਰਨ ਹੈ ਕਿ ਕਿਤੇ ਪਿੰਡਾਂ 'ਚ ਘਰ ਜ਼ਿਆਦਾ ਹੈਗੇ, ਉਹਨਾਂ ਦੇ ਸ਼ਹਿਰਾਂ 'ਚ ਥੋੜੇ ਔਖੇ ਹੁੰਦੇ ਆ। ਔਰ ਦੂਸਰਾ, ਕਿਉਂਕਿ ਰੂਲਿੰਗ ਪਾਰਟੀ ਰਹੀ ਹੈ, ਲੋਕਾਂ ਦਾ ਗੁੱਸਾ ਇਹਨਾਂ ਤੇ ਜ਼ਿਆਦਾ ਝੜਨਾ ਸੀਗਾ। ਹੁਣ ਇਹ ਕੱਲ 15 MP ਬੱਸ ਭਰ ਕੇ ਗਏ ਸੀਗੇ 10 ਪਾਰਟੀਆਂ ਦੇ ਸਿੰਘੂ ਬਾਰਡਰ ਦੇ ਉੱਤੇ, ਨਾ ਸੌਰੀ ਜਿਹੜੇ ਗਾਜ਼ੀਪੁਰ ਬਾਰਡਰ ਦੇ ਉੱਤੇ। ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਸਰਕਾਰ ਦਾ ਕੀ ਐਟੀਟਿਊਡ ਆ, ਜਿਹੜੀ ਯੂਪੀ ਦੀ ਸਰਕਾਰ ਦਾ ਕਹਿ ਲਓ, ਤੇ ਯੂਪੀ ਦੀ ਸਰਕਾਰ ਤੇ NDA ਦੇ ਨਾਲ ਹੀ ਯੋਗੀ ਆਦਿੱਤਿਆਨਾਥ ਜੀ, ਇਹਨਾਂ ਦੇ ਯੋਗੀ ਆ ਉੱਥੇ ਬੀਨ ਵਜਾਉਂਦੇ। ਤਾਂ ਉਹਨਾਂ ਨੇ ਜੋ ਵੀ ਕੀਤਾ, ਇਹ ਹਾਲਾਤ ਬਣ ਗਏ ਕਿ ਉੱਥੇ ਗਾਂ ਉਹਨਾਂ ਨੂੰ ਜਾਣ ਨਹੀਂ ਦਿੱਤਾ, ਉੱਥੇ ਰੋਕ ਦਿੱਤਾ। ਉੱਥੇ ਕੋਈ ਬਹਾਨਾ ਆਨਾ ਮਾਇਆ ਹੋਊਗਾ, ਤੁਹਾਡੀ ਸਿਕਿਉਰਿਟੀ ਨਹੀਂ ਜੀ, ਫਲਾਣਾ ਜੀ, ਟਮਕਾਣਾ ਜੀ, ਕਿਸਾਨਾਂ ਤੇ ਇੰਜ ਨਾ ਹੋ ਜੇ, ਇੰਜ ਨਾ ਹੋ ਜੇ। ਪਰ ਉਹ ਉੱਥੇ ਮਿਲਣ ਗਏ ਸੀ, ਉੱਥੇ ਜਾ ਕੇ ਬਾਰਡਰ ਤੋਂ ਹੀ ਉਹਨਾਂ ਨੂੰ ਉਂਝ ਹੀ ਮੋੜ ਦਿੱਤਾ। ਤੁਸੀਂ ਇਸ ਦੇਸ਼ ਦੇ ਵਿੱਚ ਕੀ ਲੋਕਤੰਤਰ ਆ, ਕਿਸ ਕਿਸਮ ਦੀ ਕਾਰਵਾਈ ਚੱਲ ਰਹੀ ਆ, ਕਿਸ ਕਿਸਮ ਦਾ ਰਾਜਨੀਤਿਕ ਐਟੀਟਿਊਡ ਆ ਕਿ ਚੁਣੇ ਹੋਏ ਮੈਂਬਰ, ਉਹ ਵੀ ਸੰਸਦ ਮੈਂਬਰ, ਕੋਈ ਆਰਡੀਨਰੀ ਪਿੰਡ ਦੇ ਸਰਪੰਚ ਤੇ ਹੈ ਨਹੀਂ ਕਿ ਜਿਹੜੇ ਚਲੋ ਕੋਈ ਨਹੀਂ ਦਬਾ ਦਿਓਗੇ ਜਾਂ ਉਹਨਾਂ ਨੂੰ ਕਿਸੇ ਕਿਸਮ ਦਾ, ਤੇ ਜੇ MPਆਂ ਨੂੰ ਉਹ ਵੀ 10 ਅਲੱਗ-ਅਲੱਗ ਪਾਰਟੀਆਂ ਤੋਂ ਉਹਨਾਂ ਦੀ ਕੋਈ ਨਹੀਂ ਸੁਣੀ ਜਾਂਦੀ, ਉਹਨਾਂ ਨੂੰ ਵਾਪਸ ਕਰ ਦਿੱਤਾ ਜਾਂਦਾ। ਇੱਕ ਆਰਡੀਨਰੀ ਫਾਰਮਰ ਦੀ ਆਵਾਜ਼ ਇਸ ਦੇਸ਼ ਦੇ ਵਿੱਚ ਕਿੰਨੀ ਕੁ ਹੋਊਗੀ, ਇੱਕ ਗਰੀਬ ਦੀ ਆਵਾਜ਼ ਇਸ ਦੇਸ਼ ਦੇ ਵਿੱਚ ਕਿੱਥੇ ਤੇ ਉਹਦੀ ਕਿੰਨੀ ਕੁ ਸੁਣਵਾਈ ਹੋਊਗੀ, ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ। ਇਹ ਇਹਨਾਂ ਨੂੰ ਭੁਲੇਖਾ ਲੱਗ ਰਿਹਾ ਆ ਆਪਣਾ ਸ਼ਹਿਰੀ, ਇਹਨਾਂ ਨੂੰ ਇੰਝ ਆ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ 6 ਸਾਲ ਕੱਢ ਲਿਆ ਰੌਲਾ ਰੱਪਾ ਪਾ ਕੇ, ਦਾਦਾਗਿਰੀ ਦੇ ਨਾਲ ਜੋ ਕਿਹਾ ਕਰ ਲਿਆ। ਕਦੀ ਉਹ ਰਾਹੁਲ ਗਾਂਧੀ ਦਾ ਮਜ਼ਾਕ ਉਡਾਤਾ ਜੀ, ਉਹ ਪਤਾ ਨਹੀਂ ਕੀ ਕਹਿੰਦੇ ਉਹਨੂੰ, ਕੁਛ ਇਹੋ ਜਿਹੇ ਪੁੱਠੇ ਸਿੱਧੇ ਜੇ ਨਾਂ ਰੱਖ ਕੇ, ਹੈਨਾ। ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਕਰਨੀਆਂ, ਹੁਣ ਮੈਨੂੰ ਲੱਗਦਾ ਕਿ ਲੋਕ ਜਦੋਂ ਅਸਲੀ ਆਪਣੇ ਜੋ ਇਹਨਾਂ ਨੇ ਨਸ਼ੇ ਦੀਆਂ ਗੋਲੀਆਂ ਲੋਕਾਂ ਨੂੰ ਦਿੱਤੀਆਂ ਸੀ ਜਾਂ ਅਮੀਰ ਦੀਆਂ ਗੋਲੀਆਂ ਦਿੱਤੀਆਂ ਸੀ, ਨਸ਼ੇ ਦਾ ਮਤਲਬ ਪ੍ਰਾਪੇਗੰਡੇ 'ਚ ਫਸਾਏ ਹੋਏ ਸੀ, ਕੋਈ ਐ ਨਹੀਂ ਦੂਜੇ ਢੰਗ ਨਾਲ ਨਹੀਂ ਲੈਣਾ, ਤੇ ਲੋਕ ਮਸਤ ਸੀਗੇ ਜਿੰਨਾ ਚਿਰ ਜੋਗੀ ਦੀ ਬੀਨ ਤੇ ਮਸਤ ਰਹੇ। ਜਦੋਂ ਆਖਿਰਕਾਰ ਉਹ ਸਾਰੀ ਮਸਤੀ 'ਚੋਂ ਹੋਸ਼ ਵਿੱਚ ਆਏ ਤੇ ਦੇਖਿਆ ਕਿ ਇੱਥੇ ਤੇ ਹੋਰ ਹੀ ਕੁਝ ਹੋਈ ਜਾਂਦਾ, ਤਾਂ ਹੁਣ ਉਹਨਾਂ ਨੂੰ ਦੁਬਾਰਾ ਉਹਦੇ ਤੇ ਮਸਤ ਕਰਨਾ, ਰੌਲਾ ਰੱਪਾ ਪਾ ਕੇ ਪਚਲਾਉਣਾ ਜਾਂ ਆਪਣੇ ਧੋਖਾਧੜੀ 'ਚ ਲੈ ਆਉਣਾ, ਉਹ ਮੁਸ਼ਕਲ ਹੋਇਆ, ਹੱਦ ਹੋ ਗਈ ਹੈ। ਇਸ ਲਈ ਅਸੀਂ ਤੇ ਇਹੀ ਕਹਿੰਦੇ ਆ ਕਿ ਇਹ ਕਾਨੂੰਨਾਂ ਤੇ ਗੱਲ ਜਿਹੜੀ ਵੀ ਜਿਸ ਤਰ੍ਹਾਂ ਵੀ ਚੱਲੀ ਹੈ, ਜੋ ਫਿਲਹਾਲ ਇਸ ਮੂਵਮੈਂਟ ਦਾ ਸਾਰੇ ਦੇਸ਼ ਦੇ ਅੰਦਰ ਹੋ ਰਿਹਾ, ਵਿਦੇਸ਼ਾਂ 'ਚ ਹੋ ਰਿਹਾ, ਤੁਸੀਂ ਸਾਰਾ ਪੜ੍ਹਦੇ ਆ, ਟਵਿੱਟਰ ਵਾਰ ਚੱਲੀ ਆ, ਹੋਰ ਸੋਸ਼ਲ ਮੀਡੀਆ ਤੇ ਹੋ ਰਿਹਾ। ਇਸ ਤੋਂ ਪਹਿਲਾਂ ਕਿ ਹੋਰ ਜ਼ਿਆਦਾ ਫੈਲੇ ਜਾਂ ਇਸ ਤੋਂ ਪਹਿਲਾਂ ਕਿ ਹੋਰ ਜ਼ਿਆਦਾ ਗਹਿਰੀ ਹੋ ਜਾਏ, ਇਹ ਮੈਂ ਬੜੇ ਜ਼ਿੰਮੇਵਾਰੀ ਨਾਲ ਸ਼ਬਦ ਕਹਿ ਰਿਹਾ, ਗਹਿਰੀ ਦਾ ਮਤਲਬ ਕਿ ਜੇ ਲੋਕਾਂ ਦਾ ਗੁੱਸਾ ਹੋਰ ਵਧੂਗਾ, ਇੱਥੇ ਇਸ ਦੇ ਜ਼ਿਆਦਾ ਰੈਪਰਕਸ਼ਨ ਹੋਣਗੇ। ਇਹ ਜਿਹੜਾ ਉਦੋਂ 26 ਤਰੀਕ ਨੂੰ ਵੀ ਹੋਇਆ, ਤੁਸੀਂ ਉਸ ਨੂੰ ਬਿਲਕੁਲ ਇੰਝ ਹੀ ਨਾ ਸਮਝੋ ਕਿ ਸ਼ਰਾਰਤੀ ਹੈ, ਸਾਜ਼ਿਸ਼ੀ ਹੈ। ਜੋ ਗੱਲ ਤੋਂ ਗੁੱਸੇ ਵੀ ਆ ਉਹਨਾਂ ਨੂੰ, ਇਸ ਕਿਸਮ ਦੀ ਇਹ ਬਹੁਤ ਜ਼ਿਆਦਾ ਨਿਰਾਸ਼ਾ ਦੇ ਨਾਲ ਬਹੁਤ ਗੁੱਸੇ 'ਚ ਹੈਗੇ ਸਰਕਾਰ ਕਿ ਕਿਸੇ ਨਾ ਕਿਸੇ ਤਰੀਕੇ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਉਹਨਾਂ ਨੂੰ ਪੂਰੀ ਠੇਸ ਲੱਗੇ, ਉਹਨਾਂ ਦੀ ਜਿਹੜੀ ਫੋਕੀ ਸ਼ਾਨ ਬਣਾਈ ਹੋਈ ਆ ਉਹਦੇ 'ਚ ਮੋਰੀ ਹੋ ਜਾਏ। ਇਸ ਤਰੀਕੇ ਨਾਲ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ, ਜਿਹੜਾ ਅੰਗਰੇਜ਼ੀ 'ਚ ਕਹਿੰਦੇ ਆ, ਉਹ ਅਤੀ ਨਾ ਕਰਨ, ਇਸ ਤਰੀਕੇ ਨਾਲ ਨਾ ਕਰਨ। ਬਹੁਤ ਹੋ ਗਿਆ, 2.5 ਮਹੀਨੇ ਹੋ ਗਏ ਆ, ਕੋਈ ਨਾ ਕੋਈ ਡਾਇਲੌਗ ਸ਼ੁਰੂ ਕਰਨਾ ਚਾਹੀਦਾ। ਪਰ ਜੋ ਅੱਜ ਤੁਸੀਂ ਬਿਆਨ ਜਿੱਥੋਂ ਸ਼ੁਰੂ ਕੀਤਾ ਤੋਮਰ ਦਾ, ਉੱਥੇ ਡਾਇਲੌਗ ਕੀ ਕਰਨਾ ਹੈ? ਡਾਇਲੌਗ ਦੀ ਕੋਈ ਸਪੇਸ ਹੀ ਨਹੀਂ ਬਣਾ ਰਹੇ, ਉਹ ਤੇ ਉਲਟਾ ਗੱਲਾਂ ਕਰ ਰਹੇ, ਉਹਦੇ ਉਲਟਾ ਗੱਲਾਂ ਕਰ ਰਹੇ ਕਿ ਅਸੀਂ ਤੇ ਬਿਲਕੁਲ ਸੱਚੇ ਧੋਤੇ ਆ, ਗੰਗਾ ਧੋ ਕੇ ਨਹਾ ਕੇ ਆਏ ਆ, ਇਹਨਾਂ ਨੂੰ ਸਾਡੇ ਕੋਲ ਪਤਾ ਨਹੀਂ ਕਿਉਂ ਨਹੀਂ ਸਾਨੂੰ ਚੰਗਾ ਲੱਗ ਰਿਹਾ। ਇਹ ਇਸ ਤਰ੍ਹਾਂ ਨਾ ਕਰਨ, ਤੁਸੀਂ ਕਾਲੇ ਅੰਦਰੋਂ ਹੈਗੇ ਆ, ਤੁਸੀਂ ਕਾਲਾ ਕੰਮ ਕੀਤਾ, ਲੋਕਾਂ ਨੇ ਉਹ ਕਾਲਖ ਨੂੰ ਜ਼ਾਹਰ ਕਰ ਦਿੱਤਾ। ਪਰ ਹੁਣ ਤੁਸੀਂ ਉੱਤੇ ਪੁੱਛੇ ਜਿੰਨੇ ਮਰਜ਼ੀ ਪਾਈ ਜਾਓ, ਜਿੰਨੀ ਮਰਜ਼ੀ ਕਲੀ ਚੂਨੀ ਵਾਲੀ ਜਿਹੜੀ ਕੂਚੀ ਫੇਰੀ ਜਾਓ, ਉਹ ਕਾਲਖ ਬਾਰ-ਬਾਰ ਉੱਗਰ ਕੇ ਸਾਹਮਣੇ ਲੋਕਾਂ ਦੇ ਉੱਗੜ ਕੇ ਰਹਿਣੀ ਆ। ਇਹਦਾ ਇੱਕੋ ਹੀ ਇੱਕ ਹੱਲ ਹੈ ਕਿ ਕਾਨੂੰਨ ਵਾਪਸ ਲੈ ਲਏ ਜਾਣ ਸ਼ਹਿਰੀ।
ਬਿਲਕੁਲ, ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਕਿ ਜਿਵੇਂ ਹੀ ਨਰਿੰਦਰ ਤੋਮਰ ਨੇ ਆਪਣਾ ਬਿਆਨ ਜਾਰੀ ਕਰ ਦਿੱਤਾ, ਪੰਜਾਬ ਦੇ ਕਿਸਾਨਾਂ ਦਾ ਕਹਿ ਦਿੱਤਾ ਵੀ ਇਕੱਲੇ ਉਹਨਾਂ ਦਾ ਮਸਲਾ ਹੈ, ਤਾਂ ਉਸ ਤੋਂ ਬਾਅਦ ਬਾਹਰ ਆਉਂਦੇ ਹੀ ਕਈ ਹਰਿਆਣੇ ਦੇ ਅਜਿਹੇ ਮੰਤਰੀ ਸੀਗੇ ਜਿਨ੍ਹਾਂ ਨੇ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਇਹ ਸਿਰਫ ਪੰਜਾਬ ਦਾ ਮਸਲਾ ਨਹੀਂ ਹੈ। ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਔਰ ਯੂਪੀ ਹਰ ਕਿਤੋਂ ਦੇ ਜਿਹੜੇ ਕਿਸਾਨ ਨੇ ਉਹ ਜੁਟੇ ਹੋਏ ਨੇ ਤੇ ਅਸੀਂ ਸਾਰੇ ਇਕੱਠੇ ਹਾਂ। ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਸਰਕਾਰ ਲਈ, ਵੀ ਜਦੋਂ ਬਾਕੀ ਖੁਦ ਸੂਬਿਆਂ ਦੇ ਕਿਸਾਨ ਜਾਂ ਮੰਤਰੀ ਉਹ ਕਹਿ ਰਹੇ ਨੇ ਜੀ ਅਸੀਂ ਸਾਰੇ ਇਕੱਠੇ ਹਾਂ, ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਮਸਲਾ ਨਹੀਂ ਹੈ। ਸਵਾਲ ਸ਼ਹਿਰੀ ਇਹ ਬਣਦਾ, ਕੇਰਲਾ ਦੀ ਹਮ ਅਸੈਂਬਲੀ ਨੇ ਜਦੋਂ ਇਸ ਗੱਲ ਨੂੰ ਤਿੰਨਾਂ ਕਾਨੂੰਨਾਂ ਨੂੰ ਰਿਜੈਕਟ ਕਰ ਦਿੱਤਾ, ਉਹ ਪੰਜਾਬੀ ਹੈਗੇ ਆ ਕਿ ਮਲਿਆਲੀ ਹੈਗੇ ਆ? ਹਮ TMC ਦੀ ਗਵਰਨਮੈਂਟ ਨੇ ਉੱਥੇ ਵੈਸਟ ਬੰਗਾਲ 'ਚ ਜਦੋਂ ਤਿੰਨਾਂ ਕਾਨੂੰਨਾਂ ਨੂੰ ਰਿਜੈਕਟ ਕਰ ਦਿੱਤਾ, ਉਹ ਪੰਜਾਬੀ ਹੈਗੇ ਕਿ ਹਮ ਬੰਗਾਲੀ ਹੈਗੇ ਆ? ਇਸੇ ਹਮ ਤਰੀਕੇ ਨਾਲ ਕੇਜਰੀਵਾਲ ਨੇ ਜਦੋਂ ਭਾਵੇਂ ਲੇਟ ਹੀ ਕੀਤਾ, ਸਾਰੇ ਕਾਨੂੰਨ ਪਾੜ ਕੇ ਅਸੈਂਬਲੀ 'ਚ ਰਿਜੈਕਟ ਕਰ ਦਿੱਤੇ, ਹਮ ਉਹ ਪੰਜਾਬੀ ਤਾਂ ਨਹੀਂ ਹੈਗੇ? ਕੇਜਰੀਵਾਲ 'ਚ ਟੋਪੀ ਪਾ ਕੇ ਉੱਥੇ ਹੈ, ਓਰੀਜਨਲੀ ਹਰਿਆਣੇ ਦੇ ਆ, ਰਹਿੰਦੇ ਹੁਣ ਦਿੱਲੀ ਹੈ ਨਾ। ਇਸ ਕਰਕੇ ਜੇ ਹਮ ਇਹ ਗੱਲਾਂ ਕਰੀ ਜਾਣ ਕਿ ਜਦੋਂ ਸਰਕਾਰ ਵਨ ਗਵਰਨਮੈਂਟ ਆਫਟਰ ਗਵਰਨਮੈਂਟ ਕਰ ਰਹੀ ਹੈ, ਇਹ ਛੋਟੀ ਗੱਲ ਨਹੀਂ ਹੈਗੀ, ਹਮ ਤੇ ਉਸ ਨੂੰ ਵੀ ਤੁਸੀਂ ਕਹੀ ਜਾਓ ਜੀ ਨਹੀਂ ਜੀ ਇਹ ਤੇ ਐਵੇਂ ਗੱਲਾਂ ਆ, ਐਵੇਂ ਗੱਲਾਂ, ਇਸ ਤਰ੍ਹਾਂ ਨਹੀਂ ਹੈ। ਹੋਰ ਸਰਕਾਰਾਂ ਵੀ ਹਮ ਮੌਕਾ ਪੈਣ ਤੇ ਸ਼ਾਇਦ ਇਹੋ ਜਿਹੇ ਇਸ ਤਰ੍ਹਾਂ ਦੇ ਰੈਜ਼ੋਲੂਸ਼ਨ ਲੈ ਕੇ ਇਹਨਾਂ ਕਾਨੂੰਨਾਂ ਨੂੰ ਰਿਜੈਕਟ ਕਰਨਗੀਆਂ। ਪਰ ਇੱਕ ਗੱਲ ਹਮ ਚੰਗੀ ਇਹ ਹੋ ਰਹੀ ਹੈ ਕਿਸਾਨਾਂ ਦੇ ਜਿਹੜੇ ਖੁਸ਼ਕਿਸਮਤੀ ਲਈ ਜਾਂ ਉਹਨਾਂ ਲਈ ਜਿਹੜੀ ਖੁਸ਼ੀ ਦੀ ਗੱਲ ਹਮ ਇਹ ਹੈ ਕਿ ਇਹ ਮੂਵਮੈਂਟ ਬੜੀ ਤੇਜ਼ੀ ਨਾਲ ਵੱਡਾ ਫੈਲਾਅ ਕਰ ਰਹੀ ਆ। ਬਹੁਤ ਵੱਡੀਆਂ ਵੱਡੀਆਂ ਖਾਪ ਪੰਚਾਇਤਾਂ ਉਹ ਹਰਿਆਣੇ 'ਚ ਵੀ ਹੋ ਰਹੀਆਂ, ਔਰ ਯੂਪੀ 'ਚ ਵੀ ਹੋ ਰਹੀਆਂ, ਹਮ ਤੇ ਰਾਜਸਥਾਨ 'ਚ ਵੀ ਹੋ ਰਹੀਆਂ। ਔਰ ਪੋਲੀਟੀਕਲ ਪਾਰਟੀਆਂ ਜਿਹੜੀਆਂ ਹਮ ਪਹਿਲਾਂ ਚੁੱਪ ਕਰਕੇ ਬੈਠੀਆਂ ਸੀ ਕਿ ਕਿਸਾਨਾਂ ਤੋਂ ਡਰ ਕੇ ਘਰੇ ਬੈਠੀਆਂ ਸੀਗੀਆਂ, ਉਹ ਵੀ ਹੁਣ ਹਮ ਜਦੋਂ ਸਿੱਧਾ ਸਿੱਧਾ ਇਸ ਮੂਵਮੈਂਟ 'ਚ ਦਿਲਚਸਪੀ ਲੈਣ ਲੱਗ ਪਈਆਂ। ਮੈਨੂੰ ਲੱਗਦਾ ਹੋਰ ਗੱਲਾਂ ਦਾ ਖਤਰੇ ਤੇ ਚਲੋ ਜੋ ਮਰਜ਼ੀ ਹੋਣ, ਪਰ ਇੱਕ ਉਹਨਾਂ ਨੂੰ ਵੀ ਹਮ ਬਲ ਮਿਲੂਗਾ, ਇੱਕ ਮੋਮੈਂਟਮ ਮਿਲੂਗਾ, ਕਿਉਂਕਿ ਆਫਟਰ ਆਲ ਪੋਲੀਟੀਕਲ ਪਾਰਟੀਆਂ ਦੇ ਵੀ ਆਪਣੇ ਕੁਛ ਨਾ ਕੁਛ ਤੌਰ ਤਰੀਕੇ ਕੰਮ ਕਰਨ ਦੇ ਹੈਗੇ ਆ। ਭਾਵੇਂ ਉਹ ਆਪਣਾ ਵਿੱਚੋਂ ਲਾਹਾ ਲੈਣ ਲਈ ਜ਼ਰੂਰ ਕੋਈ ਨਾ ਕੋਈ ਜਗ੍ਹਾ ਬਣਾ ਕੇ ਰੱਖਣਗੇ, ਪਰ ਫਿਰ ਵੀ ਹਮ ਬਿਨਾਂ ਕਿਸਾਨ ਦੀ ਗੱਲ ਕੀਤਿਆਂ ਤੇ ਉਹ ਵੀ ਕੋਈ ਲਾਹਾ ਨਹੀਂ ਲੈ ਪਾਉਣਗੇ। ਇਸ ਲਈ ਜੋ ਵੀ ਹਮ ਚੱਲ ਰਿਹਾ, ਜਿਵੇਂ ਵੀ ਮੂਵਮੈਂਟ ਦਾ ਫੈਲਾਅ ਹੋ ਰਿਹਾ, ਉਹ ਇੱਕ ਚੰਗੀ ਗੱਲ ਹੈਗੀ ਸ਼ਹਿਰੀ। ਜੀ, ਪ੍ਰੋਫੈਸਰ ਸਾਹਿਬ, ਮ੍ਰਿਤਕ ਨਵਨੀਤ ਦੇ ਤੁਸੀਂ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਸ਼ਾਮਿਲ ਹੋਏ ਸੀਗੇ। ਉੱਥੇ ਬਹੁਤ ਸਾਰੇ ਮਾਫ ਕਰਨਾ ਜਦੋਂ ਭੋਗ ਹੋਇਆ ਉਹਨਾਂ ਦਾ, ਤਾਂ ਉਸ ਟਾਈਮ ਤੁਸੀਂ ਉੱਥੇ ਸ਼ਾਮਿਲ ਸੀਗੇ। ਉੱਥੇ ਪ੍ਰਿਯੰਕਾ ਗਾਂਧੀ ਵੀ ਪਹੁੰਚੇ, ਔਰ ਉੱਥੋਂ ਦੇ ਸੂਰਤ ਹਾਲ ਕੀ ਸੀਗੇ? ਤੁਸੀਂ ਖੁਦ ਉਸ ਮੌਕੇ ਦੇ ਉੱਤੇ ਸ਼ਾਮਿਲ ਸੀ। ਪਲੀਜ਼ ਆਪਣੀ ਜੋ ਤੁਸੀਂ ਅੱਖੀ ਦੇਖਿਆ ਉਹਨੂੰ ਬਿਆਨ ਕਰੋ। ਅਸੀਂ ਇੱਥੋਂ ਸ਼ਹਿਰੀ 17-18 ਲੋਕ ਗਏ ਸੀ, 3 ਗੱਡੀਆਂ ਲੈ ਕੇ ਵੱਡੀਆਂ, ਹਮ ਤੇ ਉਹਦੇ 'ਚ ਗਿਆਨੀ ਕੇਵਲ ਸਿੰਘ ਜੀ ਦਮਦਮਾ ਸਾਹਿਬ ਦੇ ਜਿਹੜੇ ਪਹਿਲਾਂ ਜਥੇਦਾਰ ਰਹੇ ਆ ਉਹ ਸੀਗੇ, ਹੋਰ ਕੇਂਦਰੀ ਸਿੰਘ ਸਭਾ ਦੇ ਹਮ ਸੱਜਣ ਸੀਗੇ ਸਾਡੇ ਨਾਲ, ਕੁਛ ਜਰਨਲਿਸਟ ਸੀਗੇ। ਅਸੀਂ ਪੂਰੀ ਟੀਮ ਬਣਾ ਕੇ ਉੱਥੇ ਗਏ ਸੀ, ਹਮ ਔਰ ਸਾਨੂੰ ਬਹੁਤ ਇਸ ਗੱਲੋਂ ਚੰਗਾ ਸਕੂਨ ਮਿਲਿਆ ਕਿ ਬੜੀ ਵੱਡੀ ਗਿਣਤੀ 'ਚ ਲੋਕ ਤੇ ਆਏ ਸੀ, ਪਰ ਲੀਡਰ ਹਮ ਸਾਹਿਬਾਨ ਜਿਹੜੇ ਕੰਸਰਨਡ ਲੋਕ ਆ ਉਹ ਵੀ ਬਹੁਤ ਵੱਡੀ ਗਿਣਤੀ 'ਚ ਪਹੁੰਚੇ ਸੀਗੇ। ਹੁਣ ਮਤਲਬ ਜੀ। ਇੱਕ ਫਾਰਮ ਹਾਊਸ ਦੇ ਉੱਤੇ ਡਿਬਡਬਾ ਜਿਹੜਾ ਹਮ ਰਾਮਪੁਰ ਦਾ ਆ, ਜਿੱਥੇ ਦਾ ਉਹ ਬੱਚਾ, ਉਹ ਪਿੰਡ ਵੀ ਹੈਗਾ ਉਹਨਾਂ ਦਾ, ਫਾਰਮ ਹਾਊਸ ਉੱਥੇ ਹੀ ਹੈਗਾ, ਤੇ ਹਮ ਉਹ 25 ਸਾਲ ਦਾ ਮੁੰਡਾ ਨਵਪ੍ਰੀਤ, ਜਿਹਦੀ ਡੈਥ ਹੋ ਗਈ, ਆਸਟ੍ਰੇਲੀਆ ਦੇ ਵਿੱਚ ਸੀਗਾ। ਉਹ ਇੱਥੋਂ ਆਇਆ ਹੋਇਆ ਸੀਗਾ, ਇੱਥੇ ਆ ਕੇ ਇਸ ਮੂਵਮੈਂਟ ਦੇ ਹਮ ਵਿੱਚ ਸ਼ਾਮਲ ਹੋ ਗਿਆ। ਉਹ ਟਰੈਕਟਰ ਵੀ ਕਿਸੇ ਦਾ ਸੀ, ਕੋਈ ਛੱਡ ਕੇ ਜਦੋਂ ਟੀਅਰ ਗੈਸ ਚੱਲੀ ਉਹ ਭੱਜਿਆ, ਤੇ ਉਹਨੇ ਲੈ ਕੇ ਚਲਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਹੁਣ ਅਲੱਗ-ਅਲੱਗ ਹਮ ਗੱਲਾਂ, ਕੋਈ ਕਹਿੰਦੇ ਉਹਨੂੰ ਗੋਲੀ ਲੱਗੀ, ਕੋਈ ਕਹਿੰਦੇ ਟੀਅਰ ਗੈਸ ਸੈੱਲ ਲੱਗਾ, ਬਿਲਕੁਲ, ਬਹੁਤ ਕੁਝ ਸਾਰੀਆਂ ਵੀ ਗੱਲਾਂ ਲੱਗਾ। ਉੱਥੇ। ਉਹ ਹਰਟ ਹੋਇਆ, ਤੇ ਉਸ ਹਰਟ ਦੇ ਵਿੱਚੋਂ ਜਿਹੜਾ ਟਰੈਕਟਰ ਉਹਦੇ ਕੰਟਰੋਲ 'ਚ ਨਹੀਂ ਰਿਹਾ। ਇਹ ਉੱਥੇ ਗੱਲਾਂ ਸਾਰੀਆਂ ਹਮ ਵੈਸੇ ਤੇ ਪਹਿਲਾਂ ਵੀ ਪਤਾ ਸੀ, ਉੱਥੇ ਉਸ ਨੂੰ ਦੁਹਰਾਇਆ ਗਿਆ, ਦੱਸਿਆ ਗਿਆ ਲੋਕਾਂ ਨੂੰ ਹਮ ਜਾਣਕਾਰੀ, ਹਮ ਕਿਉਂਕਿ ਇਹੋ ਇੱਕ ਮੌਕਾ ਜਿੱਥੇ ਵਿਸ਼ਾਲ ਪੱਧਰ ਦੇ ਉੱਤੇ ਜਾਣਕਾਰੀ ਜਿਹੜੀ ਅਥੈਂਟਿਕ ਆ ਉਹ ਦਿੱਤੀ ਜਾ ਸਕਦੀ ਸੀ। ਉੱਥੇ ਮੰਗਾਂ ਜੀ। ਉੱਠੀਆਂ ਕਿ ਇੱਥੇ ਇਸ ਦੀ ਕੋਈ ਨਾ ਕੋਈ ਜਾਂਚ ਹੋਣੀ ਚਾਹੀਦੀ ਆ, ਜਾਂਚ ਕਮਿਸ਼ਨ ਆ, ਹਮ ਜੁਡੀਸ਼ੀਅਲ ਜਾਂਚ ਕਮਿਸ਼ਨ ਬੈਠਣਾ ਚਾਹੀਦਾ। ਸੁਖਪਾਲ ਸਿੰਘ ਜੀ। ਖਹਿਰਾ ਨੇ ਕਿਹਾ ਕਿ ਜਾਂ ਤੇ ਕੇਂਦਰੀ ਗਵਰਨਮੈਂਟ ਕਰੇ, ਤੇ ਕੇਜਰੀਵਾਲ ਜੀ ਵੀ ਉਹਨਾਂ ਦੇ ਜੇ ਪੁਲਿਸ ਅੰਡਰ ਨਹੀਂ ਹੈਗੀ, ਪਰ ਉਹ ਇੱਕ ਜਿਹੜੀ ਹਮ ਡਿਸਟ੍ਰਿਕਟ ਲੈਵਲ ਦੀ ਕੋਰਟ ਕਚਹਿਰੀਆਂ ਹੁੰਦੀਆਂ, ਜਿਸ ਤਰ੍ਹਾਂ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਜਾਂ ਹਮ ਹੋਰ ਸਾਰੇ ਹੁੰਦੇ ਆ, ਉਹਨਾਂ ਦੀ ਇਨਕੁਆਇਰੀ ਉਹ ਬਿਠਾ ਸਕਦੇ ਆ। ਉਹਨਾਂ ਨੂੰ ਵੀ ਇਨੀਸ਼ੀਏਟਿਵ ਲੈਣਾ ਚਾਹੀਦਾ। ਜੇ ਨਹੀਂ ਕਿਸੇ ਨੇ ਵੀ ਕੁਝ ਕੀਤਾ, ਹਮ ਅਸੀਂ ਕੋਰਟਾਂ 'ਚ ਜਾ ਕੇ ਇਨਕੁਆਇਰੀ ਬਿਠਾਵਾਂਗੇ, ਕੇਸ ਕਰਾਂਗੇ, ਸਾਰਾ ਕੁਝ ਕਰਾਂਗੇ, ਜੀ। FIR ਦਰਜ ਹੋਊਗੀ, ਉਹਦੇ ਨਾਲ ਸਾਰਾ ਹੋਊ। ਇਸ ਕਿਸਮ ਦੀਆਂ ਗੱਲਾਂ ਉੱਥੇ ਹੋਈਆਂ। ਖਹਿਰਾ ਸਾਹਿਬ ਵੀ ਸੀਗੇ, ਹਮ
ਔਰ ਬਹੁਤ ਸਾਰੇ ਕਿਸਾਨ ਲੀਡਰ ਵੀ ਆਏ ਸੀ, ਜਿਵੇਂ ਜਿਹੜੇ ਗੁਰਨਾਮ ਸਿੰਘ ਚੜੂਨੀ, ਉਹ ਉੱਥੇ ਆ ਕੇ ਉਹਨਾਂ ਨੇ ਬੋਲੇ। ਹੋਰ ਇੱਕ ਸਾਨੀ ਸਾਹਿਬ ਮੈਂ ਦੇਖੇ ਸੀਗੇ ਉੱਥੇ, ਨਿਰਭੈ ਸਿੰਘ ਟੁੱਡੀ ਕੇ ਵੀ ਸੀਗੇ, ਹੋਰ ਕਿਸਾਨ ਲੀਡਰ ਵੀ ਸੀ ਜਿਨ੍ਹਾਂ ਨੂੰ ਮੈਂ ਨਹੀਂ ਸੀ ਹੋ ਸਕਦਾ ਉੱਥੇ ਦੇਖਿਆ ਹੋਵੇ, ਮੇਰੇ ਨੋਟਿਸ 'ਚ ਨਾ ਆਏ ਹੋਣ। ਇਸੇ ਤਰੀਕੇ ਦੇ ਨਾਲ ਰਕੇਸ਼ ਟਿਕਾਇਤ, ਜਿਹੜੇ ਅੱਜ ਕੱਲ੍ਹ ਦੇ ਮੂਵਮੈਂਟ ਦੇ ਹੀਰੋ 26 ਤਰੀਕ ਤੋਂ ਬਾਅਦ ਬਣੇ 27 ਨੂੰ, ਉਹਨਾਂ ਦੇ ਬੇਟੇ ਵੀ ਗਰਵ ਟਿਕਾਇਤ ਆਏ ਹੋਏ ਸੀ, ਸੋਹਣਾ ਉੱਥੇ ਉਹ ਵੀ ਬੋਲ ਕੇ ਗਏ। ਇਹ ਤੋਂ ਇਲਾਵਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਸਾ, ਮਨਜਿੰਦਰ ਸਿੰਘ ਸਰਸਾ ਦਿੱਲੀ ਤੋਂ, ਉਹ ਆਏ ਸੀਗੇ। ਮੈਂ ਖਹਿਰਾ ਸਾਹਿਬ ਦਾ ਤੇ ਦੱਸ ਦਿੱਤਾ ਹੈ ਕਿ ਉਹ ਆਏ ਸੀਗੇ। ਇਹ ਇਸੇ ਤਰੀਕੇ ਨਾਲ ਰਣਜੀਤ ਸਿੰਘ ਜਿਹੜੇ ਫਾਰਮਰ ਅਕਾਲ ਤਖਤ ਦੇ ਜਥੇਦਾਰ, ਉਹ ਪਹੁੰਚੇ ਹੋਏ ਸੀ, ਉਹਨਾਂ ਨੇ ਵੀ ਆਪਣੇ ਉੱਥੇ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ। ਤੇ ਥੋੜਾ ਜਿਹਾ ਜਿਹੜਾ ਮਤਲਬ ਸਾਨੂੰ ਸਾਰਿਆਂ ਨੂੰ ਔਡ ਲੱਗਾ ਜਿਹੜਾ ਉੱਥੇ, ਉਹ ਸੀਗਾ ਇੱਕ ਯੂਨਾਈਟਿਡ ਅਕਾਲੀ ਦਲ ਮੋਹਕਮ ਸਿੰਘ ਵੱਲੋਂ। ਪਹਿਲਾਂ ਉਹ ਯੂਨਾਈਟਿਡ ਅਕਾਲੀ ਦਲ ਸੀ, ਹੁਣ ਸ਼ਾਇਦ ਉਹਨਾਂ ਨੇ ਅਲੱਗ ਕੋਈ ਅਕਾਲੀ ਦਲ ਬਣਾਇਆ ਹੋਵੇ, ਕਿਉਂਕਿ ਪਤਾ ਨਹੀਂ ਲੱਗਦਾ, ਰਾਤੋਂ ਰਾਤ ਪਾਰਟੀ ਕਈ ਵਾਰੀ ਬਣ ਜਾਂਦੀ ਹੈ। ਤਾਂ ਉਹਨਾਂ ਨੇ ਭਾਸ਼ਣ ਦਿੱਤਾ, ਉਹਨਾਂ ਨੇ ਸਾਰੇ ਕਿਸਾਨ ਇਸ਼ੂ ਨੂੰ ਥੋੜਾ ਸਿੱਖ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਗੱਲ ਤੇ ਸ਼ਹਿਰੀ ਥੋੜੇ ਜਿਹੇ ਪ੍ਰਤੀਕਰਮ ਆਏ, ਲੋਕਾਂ ਨੇ ਇਸ ਗੱਲ ਨੂੰ ਚੰਗਾ ਮਹਿਸੂਸ ਨਹੀਂ ਕੀਤਾ। ਪਰ ਚੰਗੀ ਗੱਲ ਹੈ ਕਿ ਬਾਕੀ ਜਦੋਂ ਉਦੋਂ ਬਾਅਦ ਸਾਰੇ ਬੋਲੇ, ਜਿਵੇਂ ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਵੀ ਬੋਲੀ, ਉਹ ਬਹੁਤ ਹੀ ਨੌਨ ਪੋਲੀਟੀਕਲ, ਸਾਰਾ ਸੋਸ਼ਲ ਕੰਸਰਨ ਦੇ ਲਈ, ਕਿਸਾਨਾਂ ਦੇ ਹਿੱਤ ਵਿੱਚ, ਕਿਸਾਨਾਂ ਔਰ ਸਰਕਾਰ ਦੀ ਜਿਹੜੀ ਬਦ ਨੀਤੀ ਆ, ਖੋਟੀ ਨੀਤੀ ਆ, ਉਹਦੇ ਵਿਰੁੱਧ ਉੱਥੇ ਸਾਰੇ ਵਿਚਾਰ ਆਏ। ਮੈਨੂੰ ਲੱਗਾ ਕਿ ਇਹ ਇੱਕ ਬਹੁਤ ਹੀ ਮਾਈਲਸਟੋਨ ਸੀਗਾ ਕਿਸਾਨ ਮੂਵਮੈਂਟ ਦੇ ਵਿੱਚ, ਜਿੱਥੇ ਉਸ ਭਾਈ ਜਿਹੜਾ ਨਵਰੀਤ ਸਿੰਘ ਨੂੰ ਸ਼ਰਧਾਂਜਲੀਆਂ ਦੇ ਨਾਲ ਨਾਲ ਉੱਥੇ ਯਾਦ ਕਰਨ ਦੇ ਨਾਲ ਨਾਲ ਇੱਕ ਅਹਿਦ ਕੀਤਾ ਗਿਆ, ਇੱਕ ਫੈਸਲਾ ਕੀਤਾ ਗਿਆ ਕਿ ਸੱਚੀ ਸ਼ਰਧਾਂਜਲੀ ਤਾਂ ਹੀ ਹੋਊਗੀ ਕਿ ਅਸੀਂ ਉਸ ਮੂਵਮੈਂਟ ਨੂੰ ਹੋਰ ਵੱਡੇ ਪੱਧਰ ਤੇ ਵਿਸ਼ਾਲ ਕਰੀਏ, ਔਰ ਇਹ ਜਿਹੜੀਆਂ ਤਿੰਨੇ ਮੰਗਾਂ ਕਿਸਾਨਾਂ ਦੇ, ਤਿੰਨੇ ਕਾਲੇ ਕਾਨੂੰਨ, ਉਹਨੂੰ ਵਾਪਸ ਕਰਵਾਈਏ, ਔਰ ਨਾਲ ਹੀ ਜਿਹੜੀ MSP ਹੈਗੀ ਜਾਂ ਹੋਰ ਵੀ ਜਿਹੜੀਆਂ ਮੰਗਾਂ ਕਦੀ ਕਦੀ ਗਾਹੇ ਬਗਾਹੇ ਐਡ ਹੁੰਦੀਆਂ ਰਹਿੰਦੀਆਂ, ਸਵਾਮੀਨਾਥਨ ਦੀ ਜਾਂ ਹੋਰ ਸਾਰੀ ਰਿਪੋਰਟ ਨੂੰ ਲਾਗੂ ਕਰਨ ਦੀ, ਇਸ ਦੇ ਬਾਰੇ ਵੀ ਅਸੀਂ ਮੂਵਮੈਂਟ ਨੂੰ ਹੋਰ ਅੱਗੇ ਤੋਰੀਏ। ਹਾਂਜੀ ਸ਼ਹਿਰੀ ਜੀ। ਪ੍ਰੋਫੈਸਰ ਸਾਹਿਬ, 6 ਤਰੀਕ ਨੂੰ ਜਿਹੜਾ ਚੱਕਾ ਜਾਮ ਦਾ ਸੁਨੇਹਾ ਦਿੱਤਾ ਗਿਆ, ਔਰ ਉਸ ਨੂੰ ਲੈ ਕੇ ਕੀ ਤਿਆਰੀ ਹੁਣ ਤੱਕ ਲਿਖੀ ਜਾ ਰਹੀ ਹੈ? ਕਿਉਂਕਿ ਕਿਸਾਨ ਜਥੇਬੰਦੀਆਂ ਨੇ ਇਸ ਵਾਰ ਖਾਸ ਤੌਰ ਤੇ ਇਸ ਗੱਲ ਦੀ ਤਾਕੀਦ ਕੀਤੀ ਹੈ ਵੀ ਜਿਹੜੇ ਵੀ ਰੂਲਸ ਬਣਾਏ ਗਏ ਨੇ ਉਹਨਾਂ ਨੂੰ ਫੋਲੋ ਕਰਨਾ, ਕੋਈ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਵਾਪਰਨੀ ਚਾਹੀਦੀ, ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਹ ਚੱਕਾ ਜਾਮ ਕੀਤਾ ਜਾਏਗਾ। ਸਾਰੇ ਰੂਟ ਬਕਾਇਦਾ ਦੱਸੇ ਗਏ ਨੇ, ਕਿੱਥੇ ਕਿੱਥੇ ਜਾਣਾ, ਕਿੱਥੇ ਕਿੱਥੇ ਨਹੀਂ। ਲੋਕ ਆਪਣੇ ਪੱਧਰ ਦੇ ਉੱਤੇ ਜਿਹੜੇ ਲੋਕ ਕਿਤੇ ਵੀ ਕਰਨਾ ਚਾਹੁੰਦੇ ਨੇ ਆਪਣੇ ਸੂਬੇ ਦੇ ਵਿੱਚ, ਉਹਨਾਂ ਨੂੰ ਵੀ ਇਹ ਕਿਹਾ ਵੀ ਸ਼ਾਂਤਮਈ ਹੋ ਕੇ ਹੀ ਕਰਨਾ, ਤੇ ਜੇ ਪੁਲਿਸ ਤੁਹਾਨੂੰ ਕੁਝ ਗਾਈਡੈਂਸ ਕੁਝ ਦੇ ਰਹੀ ਹੈ ਤਾਂ ਉਹਨੂੰ ਵੀ ਕਿਸੇ ਮਤਲਬ ਸ਼ਾਂਤਮਈ ਤਰੀਕੇ ਦੇ ਨਾਲ ਸੁਣਨਾ ਤੇ ਉਹਨਾਂ ਦੀ ਇਨਫੈਕਟ ਇਸ ਦੇ ਵਿੱਚ ਮਦਦ ਹੀ ਕਰਨਾ। ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਚੱਕਾ ਜਾਮ ਹੈ, ਇਹ ਮੈਸੇਜ ਤਾਂ ਬਹੁਤ ਵੱਡਾ ਸਰਕਾਰ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਸੇਜ ਬਹੁਤ ਵੱਡਾ ਦੇਣਾ ਹੈ, ਪਰ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰਾ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਉਹ ਨੇਪਰੇ ਚੜ ਜਾਏ। ਸ਼ਹਿਰੀ ਇੱਕ ਗੱਲ ਤੇ ਬੜੀ ਸਾਫ਼ ਆ ਕਿ 2.5 ਮਹੀਨਿਆਂ ਦੇ ਸੰਘਰਸ਼ ਤੋਂ ਜਿਹੜਾ ਬਾਰਡਰ ਤੋਂ ਆ, ਤੇ 4 ਮਹੀਨੇ 3 ਮਹੀਨੇ ਪਹਿਲਾਂ ਜਿਹੜਾ ਪੰਜਾਬ 'ਚ ਵੀ ਹੋਇਆ, ਉਹ ਹਮੇਸ਼ਾ ਭਾਵੇਂ ਅਸੀਂ ਰੇਲਾਂ ਦੇ ਟਰੈਕਾਂ ਤੇ ਲੰਬੀ ਦੇਰ ਤੇ ਬੈਠੇ ਰਹੇ, ਉਹ ਸਾਰੇ ਦਾ ਸਾਰਾ ਬੜਾ ਹੀ ਸ਼ਾਂਤਮਈ ਸੀ, ਕਿਤੇ ਮਾੜੀ ਜੀ ਰੋੜੀ ਵੀ ਕਿਸੇ ਨੇ ਕਿਸੇ ਨੂੰ ਨਹੀਂ ਮਾਰੀ। ਤੇ ਇਹ ਬੜੀ ਸਾਫ਼ ਜ਼ਾਹਿਰ ਜੀ ਗੱਲ ਹੈਗੀ ਆ ਕਿ ਜਿਹੜੀ ਲੀਡਰਸ਼ਿਪ ਆ, ਜਿਹੜੀ ਆਰਗੇਨਾਈਜ਼ਡ ਮੂਵਮੈਂਟ ਆ, ਉਹ ਬੜੀ ਮੈਚਿਓਰ ਹੋਈ ਆ, ਔਰ ਉਹਨਾਂ ਨੂੰ ਇਹ ਸਮਝ ਪਈ ਹੈ ਕਿ ਨਾ ਕੁੱਟ ਖਾਓ ਨਾ ਕੁੱਟ ਮਾਰੋ, ਪਰ ਤੁਸੀਂ ਆਪਣੀ ਸ਼ਕਤੀ ਬਲ ਦਾ, ਏਕੇ ਦਾ ਤੇ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਦਾ ਜਦੋਂ ਅੱਗੇ ਸਾਰਾ ਪਸਾਰਾ ਕਰਦੇ ਆ, ਮੂਵਮੈਂਟ ਨੂੰ ਅੱਗੇ ਤੋਰਦੇ ਆ, ਤੇ ਉਹਦੇ ਵਿੱਚ ਦੁਨੀਆ ਦੇ ਵਿੱਚ ਵੀ ਇੱਕ ਸਲਾਨਾ ਹੁੰਦੀ ਆ, ਉਹਦੀ ਐਪਰੀਸੀਏਸ਼ਨ ਹੁੰਦੀ ਆ, ਔਰ ਇੱਥੇ ਭਾਰਤ ਦੇ ਅੰਦਰ ਵੀ ਲੋਕਾਂ ਨੂੰ ਹੋਰ ਨਾਲ ਜੋੜਨਾ ਆਸਾਨ ਹੋ ਜਾਂਦਾ, ਭਾਵੇਂ ਉਹ ਮਿਡਲ ਕਲਾਸ ਹੋਵੇ, ਭਾਵੇਂ ਵਪਾਰੀ ਹੋਵੇ, ਨੌਜਵਾਨ ਹੋਣ, ਕੋਈ ਵੀ ਹੋਣ। ਤੇ ਬਜ਼ੁਰਗਾਂ ਲਈ ਵੀ ਸ਼ਾਂਤਮਈ ਸੰਘਰਸ਼ ਹੀ ਚੰਗਾ, ਕਿਉਂਕਿ ਹੁਣ ਕਿੰਨੀ ਕੁ ਦੇਰ ਤੱਕ ਅੱਗੇ ਉਹ ਉਸ ਕਿਸਮ ਦੇ ਵੱਡੇ ਪੱਧਰ ਤੇ ਨੌਜਵਾਨਾਂ ਦਾ ਇੱਕ ਤਬਕਾ ਜ਼ਰੂਰ ਹੈ ਕਿ ਜੋ ਕਈ ਵਾਰੀ ਆਪਣਾ ਜੋਸ਼ ਦਿਖਾ ਜਾਂਦੇ। ਤੇ ਇਸ ਲਈ ਇਹ ਵੈਸੇ ਵੀ ਜੇ ਅਸੀਂ ਕੁਝ ਵੀ ਸ਼ਹਿਰੀ ਬੜਾ ਸਿੰਪਲ ਜਿਹਾ ਪ੍ਰਿੰਸੀਪਲ ਹੈ, ਮੈਂ ਆਪ ਖੁਦ ਇਸ ਗੱਲ ਦਾ ਬੜਾ ਧਾਰਨੀ ਹੈ, ਜੇ ਤੁਸੀਂ ਲੋਕਾਂ ਲਈ ਕੰਮ ਕੋਈ ਚੰਗਾ ਕਰਨਾ, ਤੇ ਮੈਨੂੰ ਕੋਈ ਇਕੱਲੇ ਨੂੰ ਕਰਨ ਦੀ ਕੀ ਲੋੜ ਪਈ ਹੈ? ਮੈਂ ਕੋਈ ਕਿਸੇ ਕਿਸਮ ਦਾ ਨਾ ਤੇ ਭਗਵਾਨ ਆ, ਨਾ ਮੇਰਾ ਕੋਈ ਕਿਸੇ ਕਿਸਮ ਦੀ, ਸਾਰਿਆਂ ਨੇ ਬੈਠ ਕੇ ਜ਼ਿੰਮੇਵਾਰੀ ਲਾਈ ਹੈ। ਮੋਦੀ ਦੀ ਤੇ ਜ਼ਿੰਮੇਵਾਰੀ ਉਹ ਆਪ ਹੀ ਆਪਣੀ ਬਣਾਈ ਬੈਠੇ ਆ, ਤੇ ਇਸ ਕਰਕੇ ਉਹ ਜੋ ਵੀ ਕਰਨਾ ਆਪਣੇ ਤੌਰ ਤੇ ਲੱਗੇ। ਅਸੀਂ ਕੋਈ ਮੋਦੀ ਦੇ ਪੈਰੋਕਾਰ ਨਹੀਂ ਹੈਗੇ, ਨਾ ਉਸ ਮੋਦੀ ਦੇ ਸੋਚ ਦੇ ਭਾਗੀਦਾਰ ਹੈਗੇ। ਅਸੀਂ ਕੀ ਚਾਹੁੰਦੇ ਹਾਂ ਕਿ ਜੋ ਵੀ ਕੰਮ ਹੋਣਾ ਲੋਕਾਂ ਦੇ ਵਿੱਚ ਰੱਖਿਆ ਜਾਏ, ਲੀਡਰਸ਼ਿਪ ਉਹਨਾਂ ਦੇ ਅੱਗੇ ਪ੍ਰੋਬਲਮ ਰੱਖੇ, ਜੋ ਲੋਕ ਫੈਸਲਾ ਕਰਨ ਲੀਡਰਸ਼ਿਪ ਉਹਨੂੰ ਲੈ ਕੇ
ਅੱਗੇ ਚੱਲੇ, ਕਿਉਂਕਿ ਲੋਕਾਂ ਨੂੰ ਜੀ ਸਾਰੀ ਗੱਲ ਬੜੇ ਟਰਾਂਸਪੇਰੈਂਟ ਢੰਗ ਨਾਲ, ਪਾਰਦਰਸ਼ਕ ਢੰਗ ਦੇ ਨਾਲ ਪਤਾ ਹੋਵੇ ਕੀ ਕਮਜ਼ੋਰੀਆਂ, ਕੀ ਸ਼ਕਤੀਆਂ, ਕਿੱਥੇ ਜਾਣਾ, ਕੀ ਸਾਡੀਆਂ ਮੰਗਾਂ, ਕਿਵੇਂ ਸਾਨੂੰ ਤਕਲੀਫ ਆ ਰਹੀ ਆ, ਕੀ ਢਿੱਕੇ ਆ ਰਹੇ, ਸਾਰਾ ਕੁਝ ਪਬਲਿਕ ਦੇ ਵਿੱਚ ਤੈਅ ਹੋ ਕੇ ਪਬਲਿਕ ਦੇ ਵਿੱਚ ਡਿਸਕੋਰਸ ਚੱਲੇ, ਤਾਂ ਕਿ ਲੋਕ ਉਸ ਨੂੰ ਆਪਣੇ ਭਾਗੀਦਾਰ ਸਮਝਣ, ਨਾ ਕਿ ਉਹਦੇ ਕਿਸੇ ਲੀਡਰ ਦੇ ਪਿੱਛ ਲੱਗ ਹੋਣ। ਕੋਈ ਪੂਛ ਬਣ ਕੇ ਚੱਲਣ ਦੀ ਲੋੜ ਨਹੀਂ ਹੁੰਦੀ, ਨਾ ਕਿਸੇ ਲੀਡਰ ਨੂੰ ਇੰਨੀ ਸ਼ਕਤੀ ਦੇਣੀ ਚਾਹੀਦੀ ਹੈ ਕਿ ਉਹ ਆਪਣੀਆਂ ਮਨਮਰਜ਼ੀਆਂ ਕਰਨ ਲੱਗੇ ਤੇ ਆਪ ਹੀ ਮੂਵਮੈਂਟ ਨੂੰ ਕਦੀ ਸੱਜੇ ਖੱਬੇ ਕਰਨ ਦੇ ਲਈ ਵੀ ਤਿਆਰ ਹੋ ਜੇ। ਇਸ ਲਈ ਇਹ ਜਿਹੜਾ ਨਵਾਂ ਸ਼ਾਂਤੀ ਪੱਥ ਚੱਲਿਆ, ਸ਼ਾਂਤੀ ਦਾ ਮਾਰਗ ਦੇ ਉੱਤੇ ਮੂਵਮੈਂਟ ਨੂੰ ਅੱਗੇ ਲਿਜਾਣਾ, ਔਰ ਸਾਰਿਆਂ ਨਾਲ ਸਰਬ ਸਾਂਝੀ ਵਾਲਤਾ ਦਾ ਇੱਕ ਕਰਕੇ ਇੱਕ ਸਮੁੱਚੀ ਰਾਏ ਬਣਾ ਕੇ ਚੱਲਣਾ, ਪੂਰੀ ਤਹਿਕੀਕਾਤ, ਪੂਰੀ ਡਿਸਕਸ਼ਨ ਕਰਕੇ, ਸਾਰਿਆਂ ਦੇ ਵਿਚਾਰ ਨੂੰ ਸਮੂਲੀਅਤ ਕਰਕੇ ਫਿਰ ਕੋਈ ਪ੍ਰੋਗਰਾਮ ਬਣਾ ਕੇ ਚੱਲਣਾ। ਇਹ ਥੋੜੀ ਜਿਹੀ ਪ੍ਰਕਿਰਿਆ ਔਖੀ ਜ਼ਰੂਰ ਹੁੰਦੀ ਹੈ, ਉਹ ਚ ਟਾਈਮ ਕੰਜ਼ਿਊਮਿੰਗ ਬਹੁਤ ਹੁੰਦਾ, ਹਰ ਗੱਲ ਨੂੰ ਮਨਾ ਕੇ ਚੱਲਣਾ ਬੜਾ ਔਖਾ ਹੁੰਦਾ। ਪਰ ਜਦੋਂ ਹਾਂਜੀ ਬਿਲਕੁਲ, ਪਰ ਜਦੋਂ ਇਹ ਬਣ ਜਾਂਦਾ, ਪਰ ਉਹਦੀ ਜਿਹੜੀ ਸ਼ਕਤੀ ਹੁੰਦੀ ਆ ਔਰ ਜਿਹਦਾ ਆਨੰਦ ਵੀ ਹੁੰਦਾ ਉਹਦਾ, ਔਰ ਜੋ ਉਹਦੀ ਜਿੰਨੀ ਤੁਸੀਂ ਉਸ ਨੂੰ ਲੰਬੇ ਦੇਰ ਤੱਕ ਚਲਾਉਣ ਦੇ ਵਿੱਚ ਕਾਮਯਾਬ ਹੁੰਦੇ ਆ, ਉਹ ਹੋਰ ਕੋਈ ਵੀ ਮੂਵਮੈਂਟ ਬੜੀ ਐਪੀਸੋਡਿਕ ਹੁੰਦੀ ਆ। ਉਹ ਪੜਾਕੇ ਦੇਣੀ ਚੱਲਦੀ ਆ, ਫਿਰ ਬੰਦ ਹੋ ਜਾਂਦੀ ਆ, ਫਿਰ ਘਰੋਂ ਘਰੀ ਆ ਜਾਂਦੇ। ਇਹ ਦੇਖੋ ਹੁਣ 2.5 ਮਹੀਨਿਆਂ ਚ ਅਜੇ ਵੀ ਡਾਵਾਂਡੋਲ ਨਹੀਂ, ਰਾਦਰ ਵੱਧ ਰਹੀ ਹੈ। ਇਹ ਬੋਰਡ ਵਾਂਗੂ ਹੈ, ਜਿਹੜਾ ਬੋਰਡ ਹੈ ਜਦੋਂ ਇੱਕ ਵਾਰੀ ਲੱਗ ਜੇ ਤੇ ਕਈ 100 200 ਸਾਲ ਤੱਕ ਉਹ ਜੀਂਦਾ ਰਹਿੰਦਾ। ਇਹ ਮੂਵਮੈਂਟ ਉਹ ਤਾਂ ਹੀ ਆ ਕਿਉਂਕਿ ਬੜੇ ਸਲੋਲੀ ਤੁਸੀਂ ਹਰ ਇੱਕ ਕਦਮ ਨੂੰ ਲੋਕਾਂ ਦੇ ਵਿੱਚ ਰੱਖ ਕੇ, ਲੋਕਾਂ ਦੀ ਸਹਿਮਤੀ ਦੇ ਨਾਲ, ਲੋਕਾਂ ਦੇ ਸਾਥ ਦੇ ਨਾਲ, ਲੋਕਾਂ ਦੇ ਵਿੱਚ ਰਹਿ ਕੇ, ਲੋਕਾਂ ਲਈ, ਲੋਕਾਂ ਨੂੰ ਨਾਲ ਲੈ ਕੇ, ਇਹ ਸਾਰਾ ਜਦੋਂ ਇਹੋ ਜਿਹਾ ਕੰਮ ਕਰਦੇ ਆ, ਇੱਕ ਬੜੀ ਵਿਸ਼ਾਲਤਾ ਤੇ ਮਜ਼ਬੂਤ ਆਧਾਰ ਮੂਵਮੈਂਟ ਦਾ ਬਣਦਾ। ਉਹਦੇ ਤੇ ਨਾਲ ਚੀਜ਼ਾਂ ਹੋਰ ਸ਼ਮੂਲੀਅਤ ਹੁੰਦੀ ਜਾਂਦੀ ਹੈ। ਇਸੇ ਤਰੀਕੇ ਨਾਲ ਇਹ ਮੂਵਮੈਂਟ ਦਾ ਫੈਲਾਅ ਹੋਇਆ, ਔਰ ਇਹ ਇੱਕ ਬਹੁਤ ਵੱਡਾ ਹੀ ਸਾਰੇ ਜਿਹੜੇ ਦੁਨੀਆ ਦੇ ਵਿੱਚ ਮੂਵਮੈਂਟ ਲੜ ਰਹੇ ਆ ਉਹਨਾਂ ਨੂੰ ਇੱਥੋਂ ਇੱਕ ਸਿੱਖਣ ਲਈ ਵੀ। ਇਸੇ ਕਰਕੇ ਮੈਂ ਕਹਿੰਦਾ ਕਿ ਕਿਸਾਨ ਯੂਨੀਵਰਸਿਟੀ ਹੈ, ਇਹ ਕਿਸਾਨ ਯੂਨੀਵਰਸਿਟੀ ਚੋਂ ਘੱਟੋ ਘੱਟ ਸੋਸ਼ਲ ਮੂਵਮੈਂਟਸ ਲਈ ਸਿੱਖਣ ਲਈ, ਉਹ ਕਿਵੇਂ ਚੱਲੇ, ਕਿਵੇਂ ਉਹ ਸੈਲਫ ਸਸਟੇਨਿੰਗ ਹੁੰਦੀ ਹੈ, ਕਿਵੇਂ ਉਹ ਆਟੋ ਮੋਡ ਤੇ ਚਲੇ ਜਾਂਦੀ ਆ, ਕਿਵੇਂ ਉਸ ਨੂੰ ਅਸੀਂ ਹੋਰ ਲਗਾਤਾਰ ਉਹਦਾ ਫੈਲਾਅ ਕਰਦੇ ਹਾਂ। ਇਹ ਬਹੁਤ ਕੁਝ ਸਿੱਖਣ ਲਈ ਆ, ਸਕਾਲਰਾਂ ਲਈ ਵੀ, ਐਕਟਿਵਿਸਟਾਂ ਲਈ ਵੀ, ਐਨਵਾਇਰਮੈਂਟਲਿਸਟਾਂ ਲਈ ਵੀ, ਤੇ ਧਾਰਮਿਕ ਲੋਕਾਂ ਲਈ ਵੀ। ਹਾਂਜੀ ਸ਼ੈਰੀ, ਬਿਲਕੁਲ ਜੀ। ਪ੍ਰੋਫੈਸਰ ਸਾਹਿਬ, ਇੱਕ ਚੀਜ਼ ਦੀ ਹੋਰ ਕੁਝ ਲੋਕਾਂ ਦੇ ਵਿੱਚ ਕਨਫਿਊਜ਼ਨ ਸੁਣਨ ਨੂੰ ਵੀ ਮਿਲੀ ਹੈ, ਦੇਖਣ ਨੂੰ ਵੀ ਮਿਲੀ ਹੈ। ਕੁਝ ਲੋਕ ਇਹ ਕਹਿੰਦੇ ਨੇ ਕਿ ਕਿਸਾਨ ਮਜ਼ਦੂਰ ਕਮੇਟੀ ਤੇ ਜਿਹੜੀ ਕਿਸਾਨ ਸੰਯੁਕਤ ਮੋਰਚਾ ਹੈ, ਕਿ ਜਿਹੜੀ ਵੀ ਹੁਣ ਪਲੈਨਿੰਗ ਹੋ ਰਹੀ ਹੈ, ਚਾਹੇ ਹੁਣ ਚੱਕਾ ਜਾਮ ਦੀ ਵੀ ਪਲੈਨਿੰਗ ਹੈ, ਤਾਂ ਕਿ ਉਹਨਾਂ ਦੇ ਵਿੱਚ ਵੀ ਕੋਈ ਸਹਿਮਤੀ ਇੱਕ ਪਲੇਟਫਾਰਮ ਦੇ ਉੱਤੇ ਬਣਦੀ ਦਿਖਾਈ ਦੇ ਰਹੀ ਹੈ, ਜਾਂ ਫਿਰ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਬਿਆਨ ਤਾਂ ਖੈਰ ਨੋ ਡਾਊਟ ਅਲੱਗ-ਅਲੱਗ ਆ ਹੀ ਰਹੇ ਨੇ, ਇੱਕ ਮੰਚ ਦੇ ਉੱਤੇ ਉਹ ਦਿਖਾਈ ਨਹੀਂ ਦੇ ਰਹੇ, ਪਰ ਕੀ ਜਿਹੜੀ ਪਲਾਨ, ਸਟ੍ਰੈਟਜੀ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਉਹ ਆਪਸ ਦੇ ਵਿੱਚ ਰਾਬਤੇ ਦੇ ਵਿੱਚ ਹੈਗੇ ਨੇ? ਦੇਖੋ, ਇਹ ਪਹਿਲਾਂ ਵੀ ਇੱਕ ਅੱਧੀ ਯੂਨੀਅਨ ਨੇ ਇਹੋ ਜਿਹਾ ਕੀਤਾ ਸੀ ਜਿਹਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਹਿੰਦੀ ਹੈ, ਤੇ ਉਹਨਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ। ਉਹਨਾਂ ਤੇ ਬਾਅਦ ਵਿੱਚ ਹਮਲਾ ਵੀ ਹੋਇਆ, ਉਹ ਇੱਕ ਅਲੱਗ ਵੀ ਆਪਣਾ ਤੰਬੂ ਲਾਈ ਬੈਠੇ। ਜੇ ਕੋਈ ਵੀ ਯੂਨੀਅਨ ਜਿਹੜੀ ਆਪਣੀ ਢਾਈ ਪਾ ਖਿਚੜੀ ਅਲੱਗ ਪਕਾਊਗੀ, ਉਹਨੂੰ ਕੌਣ ਐਪਰੀਸ਼ੀਏਟ ਕਰੂਗਾ? ਉਹ ਤੇ ਠੀਕ ਨਹੀਂ ਗੱਲ ਹੈਗੀ। ਮਨਾਉਣ ਤੇ ਵੀ ਨਹੀਂ ਮੰਨਦੇ ਕਈ ਵਾਰੀ ਕਈ ਬੰਦੇ, ਇਹ ਠੀਕ ਨਹੀਂ ਹੈ। ਬਾਈ ਐਂਡ ਲਾਰਜ ਜੋ ਮੰਗਾਂ ਕਾਨੂੰਨ ਵਾਪਸ ਕਰਨ ਲਈ ਤੇ ਕਹਿੰਦੇ ਆ, ਪਰ ਤੁਸੀਂ ਜੇ ਸਾਰੇ ਸਪੀਡ 40 ਤੇ ਚੱਲਦੇ ਆ, ਦੂਜਾ 50 ਤੇ ਚੱਲ ਜੇ, ਉਹ ਤੇ ਠੀਕ ਹੈ, ਨਾਲੋਂ ਰਲ ਜੂਗਾ। ਮਤਲਬ 50 ਵਾਲਾ ਕਦੀ 40 ਤੇ ਹੋ ਜੂਗਾ, ਜਾਂ 40 ਵਾਲਾ ਕਦੀ ਵਿੱਚ 50 ਤੇ ਹੋ ਜੂ। ਪਰ ਜੇ ਹੁਣ ਇੱਕ 40 ਦੀ ਸਪੀਡ ਤੇ ਚੱਲਦਾ, ਦੂਜਾ ਕਵੇ ਮੈਂ 150 ਦੀ ਤੇ ਚੱਲਣਾ, ਫਿਰ ਤੇ ਉਹਦਾ ਤਾਲਮੇਲ ਨਹੀਂ ਰਹੂਗਾ। ਇਹ ਕੰਮ ਕਰਦੇ ਆ ਸਾਡੇ ਬੰਦੇ ਵਿੱਚੋਂ ਕਈ, ਤੇ ਕਦੀ ਕਦੀ ਉਹਨਾਂ ਨੂੰ ਇਹੋ ਜਿਹਾ ਅੱਗਿਓਂ ਭੁੱਸ ਜਿਹਾ ਪੈਂਦਾ ਅੰਦਰੋਂ। ਮੈਨੂੰ ਲੱਗਦਾ ਕਿ ਇਸ ਗੱਲ ਤੇ ਕੰਟਰੋਲ ਕਰਨਾ ਚਾਹੀਦਾ, ਕੰਟੇਨ ਕਰਨਾ ਚਾਹੀਦਾ, ਠੰਡਾ ਰੱਖਣਾ ਚਾਹੀਦਾ ਮਨ ਨੂੰ, ਕਿਉਂਕਿ ਜੇ ਆਪਾਂ ਚੀਤੇ ਵਾਂਗੂ ਤੇਜ਼ੀ ਨਾਲ ਭੱਜ ਲਾਂਗੇ ਤੇ ਫਿਰ ਅਸੀਂ 100 ਮੀਟਰ ਭੱਜ ਸਕਦੇ ਹਾਂ, ਫਿਰ ਅਸੀਂ ਕਿਲੋਮੀਟਰਾਂ 'ਚ ਨਹੀਂ ਪਾ ਸਕਦੇ, ਮੀਟਰਾਂ 'ਚ ਹੀ ਪਾ ਸਕਦੇ ਹਾਂ। ਤੇ ਕਛੂਆ ਚਾਲ ਜਿਹੜੀ ਆ ਉਹ ਜ਼ਿਆਦਾ ਜਿੱਤ ਦਾ ਜਿਹੜਾ ਪੱਕਾ ਸਬੂਤ ਹੈਗਾ। ਅਸੀਂ ਤੇ ਇਹੋ ਕਵਾਂਗੇ, ਤੁਸੀਂ ਜਿਹੜੀ ਹੀ ਗੱਲ ਕਹੀ ਹੈ, ਉਸ ਚਿੰਤਾ ਸਾਡੀ ਲਗਾਤਾਰ ਬਣੀ ਰਹਿੰਦੀ ਹੈ, ਕਿਸਾਨ ਲੀਡਰਾਂ ਦੀ ਵੀ ਤੇ ਆਮ ਉੱਥੇ ਜਿਹੜੇ ਕਾਰਕੁਨ ਉਹਨਾਂ ਦੀ ਵੀ। ਹੁਣ ਮੈਂ ਜਿਹੜੀ ਚੱਕੇ ਜਾਮ ਦੀ ਗੱਲ ਕਹਿ ਦੇਣਾ, ਹੁਣੇ ਬਿਆਨ ਮੈਂ ਟੀਵੀਆਂ ਤੇ ਸੁਣ ਰਿਹਾ ਆ ਕਿ ਟਕਾਇਤ ਸਾਹਿਬ ਨੇ ਕਹਿਤਾ ਤੇ ਉੱਤਰਾਖੰਡ ਵਾਲਿਆਂ ਲੀਡਰਾਂ ਨੇ ਕਹਿਤਾ ਕਿ ਅਸੀਂ ਚੱਕਾ ਜਾਮ ਨਹੀਂ ਕਰਨਾ। ਬਈ ਤੁਸੀਂ ਕਿਉਂ ਨਹੀਂ ਕਰਨਾ ਜੀ? ਇੱਥੇ ਗੰਨਿਆਂ ਦਾ ਸੀਜ਼ਨ ਆ ਤੇ ਮਿੱਲ ਨੂੰ ਗੰਨੇ ਜਾਣੇ ਆ। ਮੈਨੂੰ ਲੱਗਦਾ ਬੜਾ ਹੀ ਲੇਮ ਜਿਹਾ ਐਕਸਕਿਊਜ਼ ਹੈਗਾ। ਤੁਸੀਂ ਇਹ ਦੱਸੋ ਵੀ 12 ਤੋਂ 3 ਵਜੇ 3 ਘੰਟੇ ਇਹ ਬਿਆਨ ਬਿਲਕੁਲ ਮੈਂ ਵੀ
ਮੈਂ ਵੀ ਇਸ ਬਿਆਨ ਨੂੰ ਪ੍ਰੋਫੈਸਰ ਸਾਹਿਬ ਸੁਣਿਆ। ਇਸ ਬਿਆਨ ਦੇ ਕੀ ਮਾਇਨੇ ਸਮਝੇ ਜਾਣ? ਹਾਲਾਂਕਿ ਰਾਕੇਸ਼ ਟਕੈਤ ਨੇ ਕਹਿਤਾ ਵੀ ਚਲੋ ਉਹ ਨਾ ਕਰਨ, ਉਹਨਾਂ ਨੇ ਆਪਣਾ ਗੰਨਾ ਜਿਹੜਾ ਉਹ ਮਿੱਲਾਂ ਤੱਕ ਪਹੁੰਚਾਉਣਾ ਤੇ ਉਹਨਾਂ ਨੂੰ ਉਹ ਕੰਮ ਕਰਨ ਦਿੱਤਾ ਜਾਏ, ਉਹ ਇਸ ਚੱਕਾ ਜਾਮ ਤੋਂ ਪਰੇ ਰਹਿਣਗੇ। ਇਹ ਸਟ੍ਰੈਟਜੀ ਕੁਝ ਸਮਝ ਨਹੀਂ ਆਈ ਕਿ ਵਾਕਈ ਇਹੀ ਰੀਜ਼ਨ ਹੈ ਜਾਂ ਫਿਰ ਕੁਝ ਹੋਰ। ਨਹੀਂ, ਮੈਨੂੰ ਤੇ ਤੁਹਾਨੂੰ ਵੀ ਤੁਸੀਂ ਦੇਖੋ ਐਡੀ ਦੂਰ ਬੈਠੇ ਗੱਲ ਨੂੰ ਸਮਝਦੇ ਆ, ਮੈਂ ਵੀ ਬੈਠਾ ਇਹ ਹੂੰ ਸਮਝ ਰਿਹਾ ਕਿ 3 ਘੰਟੇ ਹੂੰ ਨਾਲ ਕਿਹੜੀ ਚੀਜ਼ ਸੀਗੀ ਜਿਹੜੀ ਐਡੀ ਵੱਡੀ ਉੱਥੇ ਹੋ ਜਾਣੀ ਹੂੰ ਸੀ। ਫਿਰ ਹੋਰ ਵੀ ਹੁੰਦਾ, ਬਿਲਕੁਲ। ਤੁਸੀਂ ਇਹ ਕਹਿ ਦਿਓ ਕਿ ਸਾਡੇ ਹੂੰ ਬੜਾ ਸੀਜ਼ਨ ਤਕੜਾ ਆ, ਅਸੀਂ 3 ਘੰਟੇ ਹੂੰ ਨਹੀਂ, ਅਸੀਂ 2 ਘੰਟੇ ਕਰਾਂਗੇ, ਪਰ ਕਰਾਂਗੇ ਜ਼ਰੂਰ। ਘੰਟਾ ਕਹਿ ਦਿਓ ਕਿ ਅਸੀਂ ਬਿਲਕੁਲ 1 ਘੰਟਾ ਕਰਾਂਗੇ, ਬਿਲकुल ਉੱਥੇ ਸਮਾਂ ਲਾਈਨਾਂ ਮਿਥਿਆ ਜਾ ਬੜੀਆਂ ਲੰਮੀਆਂ। ਸਕਦਾ। ਹਾਂ, ਹੂੰ ਲਾਈਨਾਂ ਬੜੀਆਂ ਲੰਮੀਆਂ ਲੈ ਜਾਂਦੀਆਂ ਲੱਗ ਜਾਂਦੀਆਂ ਹੈ, ਕਿਸਾਨ ਵੀਰ ਬੜੇ ਪਰੇਸ਼ਾਨ ਹੋਵਾਂਗੇ। ਸਾਨੂੰ ਮਾਫ ਕਰੋ, ਹੂੰ ਅਸੀਂ ਸ਼ਾਮਲ ਤੇ ਜ਼ਰੂਰ ਆ, ਪਰ ਅਸੀਂ 3 ਘੰਟੇ ਹੂੰ ਨਹੀਂ, ਅਸੀਂ 1.5 ਘੰਟਾ ਕਰ ਲਾਂਗੇ। ਇਹੋ ਜਿਹੀ ਤਾਂ ਗੱਲ ਕੀਤੀ ਜਾ ਹੂੰ ਸਕਦੀ ਹੈ ਨਾ। ਪਰ ਜੇ ਬਿਲकुल। ਤੁਸੀਂ ਉਂਝ ਹੀ ਐਵੇਂ ਝੂਠਾ ਜਿਹਾ, ਐਵੇਂ ਮਤਲਬ ਬਹੁਤ ਵੀਕ, ਝੂਠਾ ਤਾਂ ਨਹੀਂ ਮੈਂ ਕਹੂੰਗਾ, ਬਹੁਤ ਵੀਕ ਜਿਹਾ ਐਕਸਕਿਊਜ਼ ਬਣਾ ਕੇ ਕਿ ਦੇਖੋ ਜੀ ਸਾਡੇ ਹੂੰ ਗੰਨੇ ਦੀ ਸਪਲਾਈ ਹੈ ਤੇ ਬਾਕੀ ਵਿਹਲੇ ਬੈਠੇ ਆ, ਇਸ ਤਰ੍ਹਾਂ ਨਹੀਂ ਕਹਿ ਕਰਨਾ ਹੂੰ ਚਾਹੀਦਾ ਨਾ। ਹਰ ਇੱਕ ਦੇ ਕੰਮ ਆ, ਕਿਹਦੇ ਕੰਮ ਨਹੀਂ ਹੈਗੇ? ਮਿਡਲ ਹੂੰ ਕਲਾਸ ਦੇ ਵੀ ਕੰਮ ਹੈਗੇ ਆ। ਉਹ ਜਦੋਂ ਚੱਕਾ ਜਾਮ ਹੋਊਗਾ ਤੇ ਉਹਨਾਂ ਦੇ ਵੀ ਕੰਮ ਖਰਾਬ ਹੋਣਗੇ। ਟਰਾਂਸਪੋਰਟਰਾਂ ਦੇ ਕੰਮ ਹੂੰ ਆ, ਟ੍ਰੇਡਰਸ ਦੇ ਕੰਮ ਹੈਗੇ ਆ, ਕਿਸਾਨਾਂ ਦੇ ਕੰਮ, ਕਿਸਾਨਾਂ ਦੇ ਤੇ ਸੜਕਾਂ ਤੇ ਸਭ ਤੋਂ ਘੱਟ ਕੰਮ ਹੋਣਗੇ, ਸਭ ਤੋਂ ਜ਼ਿਆਦਾ ਤੇ ਬਿਜ਼ਨਸ ਦੇ ਕੰਮ ਹੂੰ ਹੋਣਗੇ। ਗੰਨਿਆਂ ਦੇ ਤੇ ਕੰਮ ਹੂੰ ਚਲੋ ਜਿਹੜੇ ਵੀ ਜਿੰਨੇ ਵੀ ਹੈ ਉਹ ਤੇ। ਇਸ ਲਈ ਇਹ ਕੋਈ ਮੈਨੂੰ ਬਹੁਤਾ ਚੰਗਾ ਸ਼ਗਨ ਜਾਂ ਕੋਈ ਚੰਗੀ ਗੱਲ ਨਹੀਂ ਲੱਗੀ। ਇਹੋ ਜਿਹੀਆਂ ਗੱਲਾਂ ਜਿਹੜੀਆਂ, ਹੂੰ ਪਰ ਇਹ ਚੱਲਦੀ ਮੂਵਮੈਂਟ ਦੇ ਵਿੱਚ ਸਾਰਾ ਹੁੰਦਾ ਰਹੂਗਾ। ਇਹ ਉਹੀ ਟਕੈਤ ਸਾਹਿਬ ਦੀ ਹੂੰ ਸੂਬਾ ਹੈਗਾ ਜਿਨ੍ਹਾਂ ਨੇ ਜਦੋਂ ਐਡਾ ਵੱਡਾ ਹਮਲਾ ਹੋਇਆ ਤੇ ਡਟ ਕੇ ਮੁਕਾਬਲਾ ਕੀਤਾ ਔਰ ਸਾਰਿਆਂ ਨੂੰ ਇੱਕ ਨਵਾਂ ਸਾਹਸ ਬਖਸ਼ਿਆ, ਇੱਕ ਨਵੀਂ ਲੀਜ਼ ਆਫ ਲਾਈਫ ਵੀ ਹੂੰ ਦਿੱਤੀ। ਤੇ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਪਰ ਮੇਰਾ ਖਿਆਲ ਉੱਥੇ ਰਾਜੇਵਾਲ ਸਾਹਿਬ ਵੀ ਸੀਗੇ, ਉਹਨਾਂ ਨੇ ਸ਼ਾਇਦ ਉਹ ਇਸ ਗੱਲ ਲਈ ਹੂੰ ਥੋੜਾ ਜਿਹਾ ਪਰਸੂਏਡ ਕਰਨ ਲਈ ਗਏ ਹੁਣ, ਕਿਉਂਕਿ ਇਹੀ ਟਕੈਤ ਸਾਹਿਬ ਆ ਜਿਨ੍ਹਾਂ ਨੇ ਜੀ ਹੁਣੇ ਹੂੰ ਹੀ ਆ ਪਿੱਛੇ ਪਰਸੋਂ ਜਿਹੜੀ ਰੈਲੀ ਹੋ ਕੇ ਹਟੀ ਹੈ ਉਹਦੇ ਚ ਇਹਨਾਂ ਨੇ ਕਿਹਾ ਸੀਗਾ ਕਿ ਸਾਡਾ ਲੀਡਰ ਰਾਜੇਵਾਲ ਹੈ ਨਾ, ਤੇ ਸਿੰਘੂ ਬਾਰਡਰ ਜਿਹੜਾ ਆ ਹੂੰ ਉਹੀ ਜਿਸਨੇ ਪਹਿਲਾਂ ਲੀਡ ਕਰਦੇ ਇਸ ਤਰੀਕੇ ਨਾਲ ਇਹ ਸਾਰੀ ਮੂਵਮੈਂਟ ਦੇ ਉਹ ਕੇਂਦਰ ਬਿੰਦੂ ਹੂੰ ਹੈਗੇ ਆ। ਇਹ ਚੰਗੀ ਗੱਲ ਹੈ। ਉਹਨਾਂ ਨੇ ਉਸ ਹੂੰ ਜਿਹੜੀ ਖਾਪ ਪੰਚਾਇਤ ਦੀ ਮੀਟਿੰਗ ਦੇ ਵਿੱਚ ਉੱਥੇ ਬੋਲਣ ਵੀ ਗਏ ਸੀਗੇ ਹਰਿਆਣੇ ਦੇ ਹੂੰ ਵਿੱਚ, ਤੇ ਇਹਨਾਂ ਨੇ ਇਸ ਗੱਲ ਦਾ ਐਲਾਨ ਵੀ ਕੀਤਾ। ਸਾਨੂੰ ਵੀ ਇਸ ਗੱਲ ਦਾ ਚੰਗਾ ਲੱਗਾ। ਹੋ ਸਕਦਾ ਕਿ ਜਿਹੜੇ ਹੂੰ ਰਾਜੇਵਾਲ, ਬਲਬੀਰ ਸਿੰਘ ਰਾਜੇਵਾਲ, ਉਹ ਇਸ ਗੱਲ ਦੀ ਗੱਲ ਕਰਨੇ ਗਏ ਹੋਣ, ਉਹਨਾਂ ਦੀ ਗੱਲ ਕੋਈ ਵਾਜਬ ਵੀ ਹੋ ਸਕਦੀ। ਪਰ ਮੈਨੂੰ ਲੱਗਦਾ ਆ ਕਿ ਜੇ ਉਹ ਬੰਦ ਰਾਜਸਥਾਨ 'ਚ ਹੋ ਰਿਹਾ, ਹਰਿਆਣੇ 'ਚ ਹੋ ਰਿਹਾ, ਪੰਜਾਬ 'ਚ ਹੋ ਰਿਹਾ, ਹੋਰ ਸਾਰੀ ਜਗ੍ਹਾ ਵੀ ਜਿੱਥੇ ਜਿੱਥੇ ਲੋਕਾਂ ਨੂੰ ਹੋਊਗਾ ਉਹ ਹੂੰ ਜ਼ਰੂਰ ਕਰਨਗੇ। ਤੇ ਇੱਥੇ ਹੂੰ ਅਲੱਗ ਸੁਰ ਜੇ ਨਾ ਨਿਕਲਦੀ ਤੇ ਉਹ ਸਾਨੂੰ ਹੋਰ ਖੁਸ਼ੀ ਹੋਣੀ ਸੀ। ਪਰ ਜੇ ਨਿਕਲ ਵੀ ਗਈ ਹੈ ਤੇ ਕੋਈ ਐਡਾ ਲੋੜਾ ਨਹੀਂ ਆ ਗਿਆ। ਹਾਂਜੀ ਸ਼ਹਿਰੀ। ਹੂੰ ਪ੍ਰੋਫੈਸਰ ਸਾਹਿਬ, ਦਿੱਲੀ ਬਾਰਡਰ ਦੀ ਕੀ ਖਬਰ ਤੁਹਾਡੇ ਤੱਕ ਪਹੁੰਚ ਰਹੀ ਹੈ? ਕਿਉਂਕਿ ਜਿਸ ਤਰੀਕੇ ਨਾਲ ਇੰਟਰਨੈਟ ਸੇਵਾਵਾਂ ਉੱਥੇ ਬੰਦ ਨੇ, ਅਸੀਂ ਗੱਲ ਤਾਂ ਕਰ ਹੀ ਚੁੱਕੇ ਵੀ ਇੱਕ ਕਿਲੇ ਦੇ ਵਿੱਚ ਇੱਕ ਤਬਦੀਲ ਤਾਂ ਕਰ ਹੀ ਦਿੱਤਾ ਗਿਆ ਔਰ ਕਿਸ ਤਰੀਕੇ ਨਾਲ ਉੱਥੇ ਬਾਰਡਰ ਵਰਗੀ ਸਿਚੁਏਸ਼ਨ ਬਣਾ ਦਿੱਤੀ ਗਈ ਵੀ ਇੱਧਰਲੇ ਉੱਧਰ ਨਹੀਂ ਜਾਣਗੇ, ਉੱਧਰਲੇ ਇੱਧਰ ਨਹੀਂ ਆਣਗੇ, ਜਿਹਦੇ ਨਾਲ ਆਮ ਜਨਤਾ ਵੀ ਕਿਤੇ ਨਾ ਕਿਤੇ ਖੱਜਲ ਖੁਆਰ ਹੋ ਰਹੀ ਹੈ। ਬਹੁਤ ਸਾਰੇ ਲੋਕਾਂ ਦੇ ਰਿਐਕਸ਼ਨਸ ਮੈਂ ਸੁਣ ਰਹੀ ਸੀ ਕਿ ਕਿਸੇ ਚੈਨਲ ਦੇ ਉੱਤੇ ਉਹ ਲੋਕ ਕਹਿ ਰਹੇ ਸੀ ਵੀ ਜਿਹੜੇ ਕੰਮਾਂ ਕਾਰਾਂ ਤੇ ਜਾਂਦੇ ਨੇ, ਜਿਹੜਾ ਨੇ ਆਪਣੇ ਘਰਾਂ ਚੋਂ ਨਿਕਲ ਕੇ ਕੁੰਡਲੀ ਤੋਂ ਸਿੰਘੂ ਬਾਰਡਰ ਵੱਲ ਦਾ ਰਸਤਾ ਉਹਨਾਂ ਦਾ ਆਉਂਦਾ ਆਪਣੀਆਂ ਫੈਕਟਰੀਆਂ ਤੇ ਜਾਣ ਨੂੰ, ਕੰਮਾਂ ਕਾਰਾਂ ਤੇ ਜਾਣ ਨੂੰ, ਜਿਹੜੇ ਉੱਥੋਂ ਦੇ ਵਸਨੀਕ ਹੈ, ਉਹ ਕਹਿੰਦੇ ਸਾਨੂੰ ਇੰਨਾ ਲੰਬਾ ਪੈਦਲ ਤੁਰਨਾ ਪੈਂਦਾ ਵੀ ਅਸੀਂ ਲੇਟ ਵੀ ਹੋ ਰਹੇ ਹਾਂ ਔਰ ਸਾਨੂੰ ਬਹੁਤ ਖੱਜਲ ਹੋਣਾ ਪੈ ਰਿਹਾ ਕਿਉਂਕਿ ਸਾਡੇ ਰੂਟ ਬਦਲ ਚੁੱਕੇ ਨੇ, ਇੱਥੋਂ ਸਾਰਾ ਬੰਦ ਪਿਆ। ਵੀ ਪਹਿਲਾਂ ਜਦੋਂ ਕਿਸਾਨ ਜਥੇਬੰਦੀਆਂ ਬੈਠੀਆਂ ਸੀ ਤਾਂ ਉਸ ਟਾਈਮ ਤੇ ਉਹਨਾਂ ਨੂੰ ਦਿੱਕਤ ਨਹੀਂ ਆ ਰਹੀ ਸੀ, ਦਿੱਲੀ ਦੇ ਰਹਿਣ ਵਾਲੇ ਜਿਹੜੇ ਲੋਕ ਨੇ, ਜਿਹੜੇ ਬਾਰਡਰਾਂ ਤੇ ਰਹਿੰਦੇ ਨੇ, ਉਸ ਟਾਈਮ ਤੇ, ਕਿਉਂਕਿ ਉਹਨਾਂ ਨੇ ਰਸਤਾ ਦਿੱਤਾ ਹੋਇਆ ਸੀ। ਪਰ ਹੁਣ ਜਦੋਂ ਪੁਲਿਸ ਦਾ ਉੱਥੇ ਪੂਰੇ ਤਰੀਕੇ ਨਾਲ ਕਿਲਾ ਬਣਾ ਦਿੱਤਾ ਗਿਆ, ਉੱਥੇ ਕਿੱਲ ਵਿਛਾ ਦਿੱਤੇ ਗਏ, ਕੰਡਿਆਲੀਆਂ ਤਾਰਿਆਂ ਬੰਦ ਕਰ ਦਿੱਤਾ ਗਿਆ, ਬੈਰੀਕੇਡਿੰਗ ਕਰ ਦਿੱਤੀ ਗਈ ਹੈ, ਉਹ ਲੋਕਾਂ ਨੂੰ, ਆਮ ਜਨਤਾ ਨੂੰ ਬਹੁਤ ਖੱਜਲ ਕਰ ਰਹੀ ਹੈ। ਸੋ ਕੀ ਪ੍ਰੋਫੈਸਰ ਸਾਹਿਬ ਉੱਥੋਂ ਦੀ ਸਿਚੁਏਸ਼ਨ ਦੇ ਹੁਣ ਕੀ ਅੰਦਾਜ਼ੇ ਲਾਏ ਜਾਣ? ਕਿਉਂਕਿ ਮੀਡੀਆ ਤਾਂ ਖੁਦ ਨਹੀਂ ਉੱਥੇ ਪਹੁੰਚ ਪਾ ਰਹੀ, ਤਸਵੀਰ ਜਿਹੜੀ ਆ ਉਹ ਵੀ ਕਿਤੇ ਨਾ ਕਿਤੇ ਅੱਧ ਅਧੂਰੀ ਬਾਹਰ ਨਿਕਲ ਰਹੀ ਹੈ ਕਿਉਂਕਿ ਇੰਟਰਨੈਟ ਬੰਦ ਹੈ, ਡੋਂਗਲਸ ਨਹੀਂ ਚੱਲਦੀਆਂ ਪਈਆਂ ਮੀਡੀਆ ਕਰਮੀਆਂ ਦੀਆਂ, ਤਾਂ ਫਿਰ ਕਿਵੇਂ ਉੱਥੋਂ ਦੇ ਸੂਰਤੇ ਹਾਲ ਪਤਾ ਲੱਗਣਗੇ? ਸ਼ਹਿਰੀ ਹਾਲਤ ਇਹ ਆ ਕਿ ਜਿਹੜੀ ਪਿੱਛੇ ਜੇ 4-5 ਦਿਨ ਹੂੰ ਪਹਿਲਾਂ ਇੱਥੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਰਾਜੇਵਾਲ ਹੋਣਾ ਨੇ, ਅਸੀਂ ਉਹਨਾਂ ਦੇ ਨਾਲ ਹੀ ਸੀ, ਮੈਂ ਉਸ ਪ੍ਰੈਸ ਕਾਨਫਰੰਸ 'ਚ ਵੀ ਬੈਠਾ ਹੋਇਆ ਸੀਗਾ। ਉਹ ਤਾਂ ਇੱਥੇ ਚੰਡੀਗੜ੍ਹ 'ਚ ਆ ਕੇ ਕਰਨੀ ਪਈ ਕਿਉਂਕਿ ਉੱਥੇ ਸਾਰਾ ਨੈਟਵਰਕ ਬੰਦ ਕੀਤਾ ਹੋਇਆ, ਉੱਥੇ ਕੋਈ ਵੀ ਬਿਲਕੁਲ। ਬਾਹਰ ਦੀ ਖਬਰ, ਹੂੰ ਕਿਸਾਨ ਦੀ ਖਬਰ ਨਹੀਂ ਸੀ ਆ ਰਹੀ, ਤੇ ਜਿਹੜਾ ਹੂੰ ਗੋਦੀ ਮੀਡੀਆ ਆ ਉਹਦੀ ਧੜਾ-ਧੜ ਖਬਰਾਂ ਆ ਰਹੀਆਂ ਸੀ। ਉਸ ਗੱਲ ਨੂੰ ਕਲੈਰੀਫਾਈ ਹੂੰ ਕਰਦੇ ਕਿ ਹਲੇ ਹਾਲਾਤ ਬਿਲਕੁਲ ਠੀਕ ਆ, ਲੋਕ ਬੜੇ ਜੋਸ਼ ਵਿੱਚ ਆ, ਨਹੀਂ ਤੇ ਨੈਗੇਟਿਵ ਖਬਰਾਂ ਸਾਰੀਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਲਈ ਕੀਤਾ ਗਿਆ। ਕੱਲ ਹੂੰ ਹੀ ਰਾਤੀ ਜਾਣੀ ਮੈਂ ਇੱਥੇ ਦੀ ਲੰਘ ਕੇ ਆਇਆ ਆ, ਜਾਣੀ ਇੰਜ ਕਹਿ ਲਓ 14-15 ਘੰਟੇ ਪਹਿਲਾਂ ਹੀ ਮੈਂ ਹਰਿਆਣੇ ਚੋਂ ਲੰਘ ਕੇ ਆਇਆ।
ਔਰ ਉਹਦੇ ਵਿੱਚ ਮੈਂ ਦੇਖਿਆ ਜਗ੍ਹਾ ਜਗ੍ਹਾ ਬਿਲਕੁਲ ਸਾਫ਼ ਹੋ ਜਾਂਦਾ, ਉੱਥੇ ਕੋਈ ਸਿਗਨਲ ਨਹੀਂ ਹੈਗਾ। ਇਹਦਾ ਮਤਲਬ ਉਹਨਾਂ ਨੇ ਜਗ੍ਹਾ ਜਗ੍ਹਾ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਕੀਤਾ। ਅੱਜ ਮੈਂ RS ਬੈਂਸ, ਸਾਡੇ ਜਿਹੜੇ ਸੋਸ਼ਲ ਐਕਟੀਵਿਸਟ ਵੀ ਆ, ਹਾਈ ਕੋਰਟ ਦੇ ਸੀਨੀਅਰ ਵਕੀਲ ਵੀ ਹੈਗੇ ਆ ਚੰਡੀਗੜ੍ਹ ਦੇ, ਉਹ ਕਹਿ ਰਹੇ ਸੀਗੇ ਕਿ ਅਸੀਂ ਕੋਰਟ ਦੇ ਵਿੱਚ ਜਾ ਚੁੱਕੇ ਹਾਂ ਔਰ ਅਸੀਂ ਸਰਕਾਰ ਦੀ ਜਵਾਬਦੇਹੀ ਹਰਿਆਣੇ ਦੀ ਕਰ ਰਹੇ ਹਾਂ ਕਿ ਇਹ ਕਿਵੇਂ ਹੋ ਸਕਦਾ ਕਿ ਤੁਸੀਂ ਹਫ਼ਤੇ ਦੇ ਉੱਤੇ ਇੰਟਰਨੈਟ ਬੰਦ ਕਰਕੇ ਰੱਖਿਆ। ਕਸ਼ਮੀਰ ਦਾ ਅਜੇ ਅੱਜ 4G 18 ਮਹੀਨਿਆਂ ਬਾਅਦ 4G ਨੈਟ ਅੱਜ ਚੱਲਿਆ, ਨਹੀਂ ਤਾਂ 2G ਉਹਨਾਂ ਨੇ ਸ਼ੁਰੂ ਕੀਤਾ ਸੀ, ਉਹ ਵੀ 2-3 ਮਹੀਨੇ ਬੰਦ ਕਰਨ ਤੋਂ ਬਾਅਦ। ਤੇ ਇਹ ਹਾਲਾਤ ਤੁਸੀਂ ਹੁਣ ਬਾਕੀ ਦੇ ਦੇਸ਼ ਦੇ ਵਿੱਚ ਵੀ ਉਹ ਫਾਰਮੂਲਾ ਕਸ਼ਮੀਰ ਵਾਲਾ ਮਤ ਲਾਓ। ਉਹ ਤੇ ਵੈਲੀ ਵਿੱਚ ਲੋਕ ਇੱਕ ਅਲੱਗ ਬੈਠੇ ਸੀਗੇ, ਉਹਨਾਂ ਨੇ ਬਰਦਾਸ਼ਤ ਕਰ ਲਿਆ, ਦਬਾਅ ਵੀ ਉਹਨਾਂ ਤੇ ਬਹੁਤ ਜ਼ਿਆਦਾ ਸੀ। ਪਰ ਜੇ ਤੁਸੀਂ ਹਰਿਆਣੇ ਵਰਗੇ ਪਲੇਨ ਏਰੀਏ ਜਿੱਥੇ ਇੰਨੇ ਤਗੜੀ ਮੂਵਮੈਂਟ ਲੋਕ ਲੜਦੇ ਆ, ਔਰ ਈਵਨ ਪੱਛਮੀ ਯੂਪੀ ਜੇ ਇਹੋ ਜਿਹੀਆਂ ਗੱਲਾਂ ਕੋਸ਼ਿਸ਼ਾਂ ਕਰੋਗੇ ਤਾਂ ਇਹ ਤੇ ਮਨਜ਼ੂਰ ਕਿਸੇ ਨੂੰ ਨਹੀਂ ਹੋਊਗਾ। ਉਸ ਲਈ ਉਹ ਕਿਹਾ ਕੋਰਟਾਂ ਵਿੱਚ ਗਏ ਹੋਏ ਆ, ਤੇ ਉਹ ਹੋ ਸਕਦਾ ਹੈ ਉਸ ਦੀ ਤੇ ਕੋਈ ਨਾ ਕੋਈ ਸੋਮਵਾਰ ਨੂੰ ਵੈਸੇ ਡੇਟ ਹੋ ਗਈ ਹੈ, ਉਹਦੇ ਤੇ ਹੋ ਸਕਦਾ ਕੋਈ ਫੈਸਲਾ ਹੋਵੇ, ਜਾਂ ਉਹਦੇ ਤੋਂ ਪਹਿਲਾਂ ਹੀ ਕੋਈ ਫੈਸਲਾ ਡਰਦੇ ਮਾਰੇ ਹਰਿਆਣਾ ਗੌਰਮੈਂਟ ਕੋਈ ਉਹਨਾਂ ਨੂੰ ਅਲਾਓ ਕਰ ਦੇ ਕਿ ਇੰਟਰਨੈਟ ਜਿਹੜਾ ਸਾਰਾ ਖੋਲਤਾ ਜਾਏ। ਪਰ ਇਹ ਹੈਗੀ ਬੜੀ ਬੇਸ਼ਰਮੀ ਵਾਲੀ ਗੱਲ ਅੱਜ ਕੱਲ੍ਹ ਦੇ ਦੁਨੀਆ ਦੇ ਵਿੱਚ, ਜਿੱਥੇ ਮੀਡੀਆ ਦੀ ਇੰਨੀ ਸਖਤ ਲੋੜ ਹੈਗੀ ਆ, ਜਿੱਥੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਖਬਰ ਮਿਲਦੀ ਆ, ਕਿਉਂਕਿ ਜਿਹੜੇ ਸਰਕਾਰੀ ਸਪਾਂਸਰਡ ਮੀਡੀਆ ਹੈਗਾ ਉਹਦੇ ਚੋਂ ਤੇ ਲੋਕਾਂ ਨੂੰ ਕੋਈ ਖਬਰ ਲੱਭਦੀ ਨਹੀਂ, ਉਹਨਾਂ ਦੇ ਅਗੇਂਸਟ ਹੀ ਖਬਰ ਸਾਰੀ ਆਉਂਦੀ ਆ। ਉੱਥੇ ਜਦੋਂ ਇੰਟਰਨੈਟ ਬੰਦ ਕਰਤਾ ਜਾਂਦਾ ਤੇ ਲੋਕਾਂ ਨੂੰ ਇੱਕ ਖਬਰਾਂ ਤੋਂ ਵੀ ਵਿਰਵੇ ਰੱਖਿਆ ਜਾਂਦਾ। ਜਿਹੜੀ ਤੁਸੀਂ ਗੱਲ ਕਹਿੰਦੇ ਉਹ ਇੱਕ ਨਵਾਂ ਰੂਪ ਆ ਗਿਆ ਆ ਕਿ ਜਦੋਂ ਇਹ 26 ਤਰੀਕ ਹੋ ਗਈ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ, ਉਹ 10-11 ਕਿਲੋਮੀਟਰ ਦੂਰ, 12 ਕਿਲੋਮੀਟਰ ਸਿੰਘੂ ਬਾਰਡਰ ਤੋਂ ਦੂਰ ਹੀ GT ਰੋਡ ਦੇ ਉੱਤੇ ਦਿੱਲੀ ਵੱਲ ਅੱਗੇ ਪੁਲਿਸ ਨੇ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ। ਜਿਹੜਾ ਤੇ ਉਹਨਾਂ ਦਾ ਖਾਸ ਨੈਸ਼ਨਲ ਮੀਡੀਆ, ਗੋਦੀ ਮੀਡੀਆ ਜਾਣਦਾ, ਉਹਨੂੰ ਤੇ ਗੱਡੀ ਲੈ ਕੇ ਅੱਗੇ ਆਉਣ ਦਿੰਦੇ ਆ, ਬਾਕੀ ਦਿਆਂ ਨੂੰ ਕਹਿੰਦੇ ਆ ਕਿ ਇੱਥੋਂ ਤੁਸੀਂ ਆਪਣੀ ਗੱਡੀ ਇੱਥੇ ਖੜੀ ਕਰੋ, ਜਿੱਥੇ ਮਰਜ਼ੀ ਕਰੋ, ਪੈਦਲ ਜਾਓ। 10-11 ਕਿਲੋਮੀਟਰ ਕਿਹੜਾ ਚੱਲ ਕੇ ਆਊਗਾ ਉੱਥੋਂ, ਜਿਹੜਾ ਜਿਹਦੇ ਕੋਲ ਚੱਲਿਆ ਨਹੀਂ ਜਾਂਦਾ, ਕਿਸ ਤਰ੍ਹਾਂ ਹੋਊਗਾ? ਇਹ ਬੜਾ ਮੁਸ਼ਕਲ ਆ। ਫਿਰ ਇੰਨਾ ਟਾਈਮ ਨਹੀਂ ਹੁੰਦਾ, ਕਈ ਵਾਰੀ ਤੁਸੀਂ ਭੱਜ ਨੱਸ ਦੀ ਲਾਈਫ ਹੈਗੀ ਆ, ਤਾਂ ਉਹ ਖਾਸ ਕਰ ਜਿਹਨੇ ਮੀਡੀਆ ਨੇ ਕਵਰ ਕਰਨਾ, ਉਹਨੇ ਖਾਸ ਮੂਵਮੈਂਟ ਦੇ ਉੱਤੇ ਕਰਨਾ, ਉਹਨੇ ਇੱਕੋ ਜਗ੍ਹਾ ਥੋੜੀ ਕਵਰ ਕਰਨਾ, ਉਹਨੇ ਕਈ ਜਗ੍ਹਾ ਕਵਰ ਕਰਨਾ। ਬਿਲਕੁਲ ਹਾਂ, ਇਸ ਲਈ ਮੈਂ ਇਹੀ ਗੱਲ ਕਹਿਣਾ ਸ਼ਹਿਰੀ ਕਿ ਇਸ ਕਿਸਮ ਦੀਆਂ ਜਿਹੜੀਆਂ ਨਵੀਆਂ ਪਰੇਸ਼ਾਨੀਆਂ, ਇਹਦੇ ਤੋਂ ਇਹ ਨਹੀਂ ਲੱਗਦਾ ਕਿ ਸਰਕਾਰ ਜਿਹੜੀ ਹੈ ਆਪਣੀਆਂ ਨਲਾਇਕੀਆਂ ਤੋਂ ਕੁਝ ਸਿੱਖੀ ਆ, ਅਜੇ ਵੀ ਪੁੱਠੇ ਪਾਸੇ ਚੱਲੀ ਹੋਈ ਆ। ਦੇਖੋ ਆਗੇ ਕੀ ਉਹਨਾਂ ਦੇ ਮਨ ਮੇਰ ਪੈਂਦੀ ਹੈ ਕਿ ਨਹੀਂ ਪੈਂਦੀ। ਪ੍ਰੋਫੈਸਰ ਸਾਹਿਬ, ਇਹ ਤਾਂ ਉਹੀ ਗੱਲ ਹੋ ਗਈ ਨਾ ਕਿ ਜਦੋਂ ਇੰਟਰਨੈਟ ਸੇਵਾਵਾਂ ਬੰਦ ਹੈ, ਮੀਡੀਆ ਕਰਮੀ ਨਹੀਂ ਆਉਣ ਦਿੱਤੇ ਜਾ ਰਹੇ, ਔਰ ਉਹੀ ਗੱਲ ਹੈ ਕਿ ਜੇ ਭਾਰਤ ਸਰਕਾਰ ਬਾਰ-ਬਾਰ ਇਹ ਟਵੀਟ ਤਾਂ ਕਰ ਰਹੀ ਹੈ, ਜਦੋਂ ਵਿਦੇਸ਼ੀ ਲੋਕ ਵਿੱਚ ਐਂਟਰ ਹੋ ਰਹੇ ਨੇ ਜਾਂ ਵਿਦੇਸ਼ਾਂ ਤੋਂ ਲੋਕ ਆਪਣੀ ਇਸ ਮੁੱਦੇ ਸੰਬੰਧੀ ਆਪਣੀ ਸਲਾਹ ਰੱਖ ਰਹੇ ਨੇ, ਰਾਏ ਰੱਖ ਰਹੇ ਨੇ, ਟਵੀਟ ਕਰ ਰਹੇ ਨੇ, ਉਦੋਂ ਭਾਰਤ ਸਰਕਾਰ ਇਹ ਕਹਿੰਦੀ ਹੈ ਵੀ ਸਾਡਾ ਅੰਦਰੂਨੀ ਮਸਲਾ ਹੈ, ਅੰਦਰੂਨੀ ਮਸਲੇ ਦੇ ਵਿੱਚ ਬਾਹਰਲੇ ਦਖਲ ਕਿਉਂ ਦੇਣ? ਤਾਂ ਫਿਰ ਇਹੀ ਗੱਲ ਹੋਗੀ ਕਿ ਜੋ ਇਸ ਮਸਲੇ ਨੂੰ ਅੰਦਰੂਨੀ ਹੀ ਰੱਖਣਾ ਚਾਹੁੰਦੇ ਨੇ ਤਾਂ ਇਹ ਇੰਟਰਨੈਟ ਸੇਵਾਵਾਂ ਬੰਦ ਕਰਕੇ ਉੱਥੇ ਮੀਡੀਆ ਕਰਮੀ ਜਾ ਨਹੀਂ ਸਕਦੇ, ਮੀਡੀਆ ਕਰਮੀਆਂ 'ਚ ਪਰਚੇ ਜਿਸ ਤਰੀਕੇ ਨਾਲ ਦਰਜ ਕੀਤੇ ਜਾ ਰਹੇ ਨੇ ਉਹਨਾਂ 'ਚ ਇੱਕ ਵੱਖ ਕਿਸਮ ਦਾ ਡਰ ਬੈਠ ਚੁੱਕਿਆ ਹੋਇਆ। ਸੋ ਕਿਤੇ ਨਾ ਕਿਤੇ ਹੁਣ ਜਿਹੜੀ ਬਾਰਡਰ ਦੀ ਸਿਚੁਏਸ਼ਨ ਹੈ ਉਹਦੀ ਵੀ ਜਿਹੜੀ ਅੰਦਰਲੀ ਗੱਲ ਹੈ ਉਹ ਬਾਹਰ ਨਹੀਂ ਨਿਕਲਣ ਦੇਣਾ ਚਾਹੁੰਦੀ ਭਾਰਤ ਸਰਕਾਰ, ਕਿ ਜਿਸ ਤਰੀਕੇ ਨਾਲ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਔਰ ਮਾਹੌਲ ਜਿਸ ਤਰੀਕੇ ਨਾਲ ਬਣਾਇਆ ਜਾ ਰਿਹਾ। ਸੋ ਵਾਕਈ ਇਹ ਕਹਿਣਾ ਸਹੀ ਹੋਏਗਾ ਕਿ ਅੰਦਰੂਨੀ ਮਸਲੇ ਨੂੰ ਅੰਦਰ ਤੱਕ ਰੱਖਣ ਦੇ ਲਈ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ। ਦੇਖੋ ਸ਼ਹਿਰੀ, ਅੰਦਰੂਨੀ ਮਾਮਲਾ ਕੀ ਹੁੰਦਾ? ਹਿਊਮਨ ਰਾਈਟਸ ਦਾ ਮਾਮਲਾ ਹੈਗਾ, ਲੋਕਾਂ ਦੇ ਜੀਵਨ ਦਾ ਮਾਮਲਾ ਹੈਗਾ, ਲੋਕਾਂ ਦੇ ਭਵਿੱਖ ਦਾ ਤੇ ਜਿਉਣ ਦਾ ਮਾਮਲਾ ਹੈ ਨਾ, ਜਿਉਂਦੇ ਰਹਿਣ ਦਾ ਮਾਮਲਾ। ਇਹ ਅੰਦਰੂਨੀ ਬਾਰੀ ਕੀ ਹੁੰਦਾ ਆ? ਇਨਸਾਨੀਅਤ ਸਭ ਇੱਕ ਆ, ਇੱਕੋ ਪਰਮਾਤਮਾ ਦੇ ਅਸੀਂ ਇਨਸਾਨ ਪੈਦਾ ਕੀਤੇ ਹੋਏ ਆ, ਧਰਤੀ ਇੱਕ ਆ। ਵਿੱਚ ਲੋਕਾਂ ਨੇ ਹੁਣ ਐਵੇਂ ਬਾਉਂਡਰੀਜ਼ ਪਾ ਲੀਆਂ, ਕਿਸੇ ਨੇ ਕੰਡਿਆਂ ਵਾਲੀ ਤਾਰ ਲਾ ਲਈ, ਕਿਸੇ ਨੇ ਖੜੀ ਕਰਤੀ, ਕਿਸੇ ਨੇ ਗੋਲੀਆਂ ਵਾਲੇ ਖੜੇ ਕਰਤੇ, ਕਿ ਮੇਰੀ ਕਿਸੇ ਨੇ ਦੀਵਾਰ ਹੀ ਖੜੀ ਕਰਤੀ ਚੀਨ ਵਾਂਗੂ, ਜਾਂ ਇੱਧਰ ਟਰੰਪ ਕਰੀ ਜਾਂਦਾ, ਉੱਥੇ ਮੈਕਸੀਕੋ ਵੱਲ ਦੇ ਪਾਸੇ ਵੱਡੀ ਦੀਵਾਰ ਖੜੀ ਕਰੀ ਜਾਂਦੇ। ਇਹ ਧਰਤੀ ਕਿਸੇ ਦੇ ਪਿਓ ਦੀ ਨਹੀਂ ਹੈ ਸ਼ਹਿਰੀ, ਇਹ ਧਰਤੀ ਸਾਰਿਆਂ ਦੀ ਸਾਂਝੀ, ਰੱਬ ਨੇ ਸਾਰਿਆਂ ਲਈ, ਹਵਾ ਵੀ ਸਾਰਿਆਂ ਲਈ ਬਣਾਈ, ਪਾਣੀ ਸਾਰਿਆਂ ਲਈ ਬਣਾਈ, ਸਮੁੰਦਰ ਸਾਰਿਆਂ ਲਈ ਬਣਾਏ, ਪਹਾੜ ਸਾਰਿਆਂ ਲਈ ਜੀਣ ਲਈ, ਘੁੰਮਣ ਫਿਰਨ ਲਈ, ਦੇਖਣ ਲਈ ਬਣਾਏ। ਇਹ ਸਾਰਿਆਂ ਦੇ ਸਾਂਝੇ ਹੈਗੇ ਆ। ਹਰ ਕੋਈ ਆਪਣੇ ਆਪਣੇ ਕਬਜ਼ੇ ਕਰੀ ਬੈਠਾ, ਕੋਈ ਤੇ ਜ਼ਮੀਨਾਂ ਤੇ ਕਬਜ਼ੇ ਕਰਕੇ ਬਹਿ ਗਿਆ, ਕੋਈ ਦੇਸ਼ ਤੇ ਹੀ ਕਬਜ਼ੇ, ਇੱਕ ਮੋਹਰ ਲਾ ਕੇ ਬਹਿ ਗਿਆ, ਪੋਲੀਟੀਕਲ ਪਾਰਟੀਆਂ ਜਾਂ ਸਰਕਾਰਾਂ ਲਾ ਕੇ ਬਹਿ ਜਾਂਦੀਆਂ। ਇਹ ਬੜੀਆਂ ਹੀ ਇਹ ਜਿਹੜੀ ਜੋ ਪਰਮਾਤਮਾ ਦੀ ਖੇਲ ਹੈ ਧਰਤੀ ਤੇ, ਉਹਦੇ ਬਿਲਕੁਲ ਵਿਪਰੀਤ, ਉਹਦੇ ਅਨੁਕੂਲ ਨਹੀਂ ਹੈਗੀ। ਇਨਸਾਫ ਸਭ ਨੂੰ ਮਿਲਣਾ ਚਾਹੀਦਾ, ਇਨਸਾਫ ਜਾਨਵਰਾਂ ਨੂੰ ਮਿਲਣਾ ਚਾਹੀਦਾ, ਇਨਸਾਫ ਜੰਗਲਾਂ ਨੂੰ ਮਿਲਣਾ ਚਾਹੀਦਾ, ਇਨਸਾਫ ਧਰਤੀ ਨੂੰ ਮਿਲਣਾ ਚਾਹੀਦਾ ਜਿਹਦੇ ਤੇ ਇੰਨੀ ਤਬਾਹੀ ਮਚਾਈ ਹੈ। ਜਗ੍ਹਾ ਜਗ੍ਹਾ ਖੋਦ ਕੇ ਉਹਦੇ 'ਚ ਕਦੇ ਤੇਲ ਕੱਢੀ ਜਾਂਦੇ ਆ, ਕਦੇ ਮਾਇਨੇ ਕਰੀ ਜਾਂਦੇ ਆ, ਤਬਾਹੀ ਮਚਾਈ ਜਾਂਦੇ ਆ।
ਇਹ ਵੀ ਧਰਤੀ ਨਾਲ ਵੀ ਜਿਹਦੇ ਉੱਤੇ ਖੜੇ ਅਸੀਂ ਉਹਦੇ ਨਾਲ ਵੀ ਕਿੰਨੀ ਹੈ। ਜੀ ਤੇ ਇਸ ਕਰਕੇ ਇਨਸਾਫ ਦੀ ਜਿਹੜੀ ਗੱਲ ਆ ਨਾ ਉਹਦੀ ਕੋਈ ਬਾਉਂਡਰੀ ਨਹੀਂ ਹੈਗੀ। ਕਿਹਨੇ ਕਿੱਥੋਂ ਟਵੀਟ ਕਰਦਾ ਦੱਸੋ ਜੀ। ਤੁਸੀਂ ਸਾਰਿਆਂ ਨੂੰ ਟਵੀਟ ਲਈ ਜਗ੍ਹਾ ਦਿੱਤੀ ਤੇ ਟਵੀਟ ਕੋਈ ਕਰਦਾ ਤੁਹਾਡੇ ਘਰ ਆ ਕੇ ਥੋੜੀ ਕੋਈ ਬਾਹਰੋਂ ਗੋਲੀ ਨਾਲ ਬਿਲਕੁਲ ਛੱਡ ਜਾਂਦਾ ਬਿਲਕੁਲ ਜੋ ਟਵੀਟ। ਸੋਸ਼ਲ ਮੀਡੀਆ ਜਦੋਂ ਪਲੇਟਫਾਰਮ ਇੰਟਰਨੈਟ ਅਵੇਲੇਬਲ ਦਾ ਹੈ ਤੇ ਹੱਕ ਹੈ। ਬਿਲਕੁਲ ਜਦੋਂ ਡਿਜੀ ਵਰਲਡ ਹੋ ਹੀ ਗਿਆ, ਜਦੋਂ ਸਾਰੀ ਦੁਨੀਆ ਇੱਕ ਗਲੋਬਲ ਵਿਲੇਜ ਅਸੀਂ ਬਾਰ-ਬਾਰ ਕਹਿੰਦੇ ਆ, ਜਦੋਂ ਤੇ ਤੁਸੀਂ ਦੇਸ਼ ਦੇ ਪੈਸੇ ਬਾਹਰ ਲਿਜਾਣੇ ਹੋਣ ਬੈਂਕਾਂ ਰਾਹੀਂ ਜਾਂ ਹੋਰ ਕਾਲਾ ਧਨ ਇੱਧਰ ਲਿਆਉਣਾ ਹੋਵੇ ਜਾਂ ਲਿਜਾਣਾ ਹੋਵੇ, ਉਦੋਂ ਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੁੰਦੀ ਵੀ ਕਿੰਨਾ ਅਮਰੀਕਾ ਲੈ ਗਏ, ਕਿੰਨਾ ਹਾਲੈਂਡ ਲੈ ਗਏ, ਕਿੰਨਾ ਯੂਰਪ ਚ ਲੈ ਗਏ ਇੱਥੋਂ ਚੁੱਕ ਕੇ ਪੈਸਾ, ਹੈ ਨਾ, ਉੱਥੇ ਜ਼ਮੀਨਾਂ ਵੀ ਬਣਾ ਲਈਆਂ ਪ੍ਰਾਪਰਟੀ, ਉਹਦੀ ਤਕਲੀਫ ਨਹੀਂ ਹੁੰਦੀ। ਉਹ ਉਦੋਂ ਕੋਈ ਦੇਸ਼ ਵਿਦੇਸ਼ ਦੀ ਗੱਲ ਨਹੀਂ ਹੁੰਦੀ। ਜੇ ਕੋਈ ਟਵੀਟ ਆ ਗਿਆ, ਕੋਈ ਉਹ ਗੋਲੀ ਤੇ ਹੈ ਨਹੀਂ ਆ ਕੇ ਲੱਗ ਗਈ ਕਿਸੇ ਦੇ, ਇੱਕ ਅੱਖਰ ਹੀ ਹੈ ਨਾ ਚਾਰ, ਉਹਦੀ ਤਕਲੀਫ ਦੇਖੋ ਕਿੰਨੀ ਹੋਈ ਹੈ। ਕਿ ਉਹ ਪਹਿਲਾਂ ਰਿਹਾਨਾ ਨੇ ਕੀਤਾ, ਉਦੋਂ ਬਾਅਦ ਉਹਨੂੰ ਦੇਖ ਕੇ ਗ੍ਰੇਟਾ ਥਨਬਰਗ, ਉਹ ਯੰਗ ਲੜਕੀ ਹੈਗੀ ਹੈ ਜੇ, ਹੈ ਨਾ, ਤੇ ਉਸਨੇ ਕੀਤਾ ਸਵੀਡਨ ਤੋਂ। ਜਦੋਂ ਉਹਨੇ ਕੀਤਾ ਤੇ ਇਹਨਾਂ ਨੇ ਉਹਦੇ ਤੇ FIR ਦਰਜ ਕਰਤੀ ਕਿ ਕਹਿੰਦੇ ਜਿਹੜੀ ਟੂਲ ਕਿਟ ਯੂਜ਼ ਕੀਤੀ ਆ ਉਹਦੇ ਪਤਾ ਨਹੀਂ ਕਿੰਨਾ, ਹਾਂ ਟੂਲ ਕਿਟ ਜਿਹੜੀ ਯੂਜ਼ ਕੀਤੀ ਹੈ ਕਿਸੇ ਨੇ, ਉਹ ਹੋ ਸਕਦਾ ਹੈ ਕਿ ਖਾਲਿਸਤਾਨੀਆਂ ਨੇ ਕਰ ਲਈ ਜਾਂ ਕਿਸੇ ਹੋਰ ਵੱਡੇ ਐਂਟੀ, ਇਹਨਾਂ ਦੇ ਮੁਤਾਬਕ, ਸਰਕਾਰ ਦੇ ਮੁਤਾਬਕ ਕਿਸੇ ਬਹੁਤ ਡੇਂਜਰਸ ਗਰੁੱਪ ਨੇ ਕੀਤੀ ਸੀ। ਉਹ ਕਹਿੰਦੀ ਚੰਗਾ ਮੈਂ ਟੂਲ ਕਿਟ ਛੁੱਟ ਦੇਣੀ, ਮੈਂ ਨਵੀਂ ਟੂਲ ਕਿਟ ਲਾ ਲੈਣੀ ਆ। ਫਿਰ ਉਹਨੇ ਫਿਰ ਦੁਬਾਰਾ ਕਰ ਦਿੱਤਾ। ਉਹਨੂੰ ਕੀ, ਮੈਨੂੰ ਨਹੀਂ ਪਤਾ, ਅਜੇ ਤੱਕ ਮੈਂ ਕਦੀ ਜ਼ਿੰਦਗੀ 'ਚ ਟਵੀਟ ਨਹੀਂ ਕੀਤਾ, ਮੇਰੇ ਕਿਸੇ ਨੇ ਮੇਰਾ ਅਕਾਊਂਟ ਤੇ ਬਣਾਇਆ, ਮੈਨੂੰ ਪਤਾ ਹੀ ਨਹੀਂ ਕਿਵੇਂ ਕਰੀਦਾ। ਹੁਣ ਜੇ ਮੇਰੇ ਕੋਲ ਕੋਈ ਇਹੋ ਜਿਹਾ ਗਲਤ ਫਲਤ ਹੋ ਜੇ ਤੇ ਐਵੇਂ ਥੋੜੀ ਕਿ ਤੁਸੀਂ ਉਹ 'ਚ FIR ਦਰਜ ਕਰ ਦੋਗੇ ਮੇਰੇ ਤੇ, ਇੰਜ ਨਹੀਂ ਹੈ। ਇਹ ਤੇ ਬਹੁਤ ਧੱਕਾ ਹੈਗਾ ਆ ਉਹਦੇ ਤੇ। ਇਸ ਕਰਕੇ FIR ਦਰਜ ਕਰ ਲਈ ਇੱਥੇ ਦੇਸ਼ ਦੇ ਵਿੱਚ। ਹੁਣ ਜਾ ਕੇ ਉਹਨੂੰ ਇੱਥੇ ਬੁਲਾਉਣਗੇ, ਉਹ ਬੈਠੀ ਹੋਈ ਆ ਇਹਨਾਂ ਦੇ ਆਉਣ ਲਈ। ਇਹ ਬੇਕਰਤੂਤੀਆਂ ਕਰਦੇ ਆ ਇਹਨਾਂ ਦੇ। ਜਿਹੜਾ ਜੈ ਸ਼ੰਕਰ ਸਾਡੇ ਫੋਰਨ ਮਿਨਿਸਟਰ ਆ, ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਉਹਦਾ ਚਿਦੰਬਰਮ ਨੇ ਬੜਾ ਸੋਹਣਾ ਜਵਾਬ ਦਿੱਤਾ। ਉਹ ਕਹਿੰਦੇ ਜੀ ਅਸੀਂ, ਸਾਨੂੰ ਕਹਿੰਦੇ ਆ ਕਾਨੂੰਨ ਗਲਤ ਆ, ਕਾਨੂੰਨ ਗਲਤ ਆ। ਸਾਰੇ ਟਵੀਟੀ ਕਰਨ ਲੱਗੇ ਹੋਏ ਆ ਦੁਨੀਆ ਦੇ ਵਿੱਚ, ਵੱਡੇ ਵੱਡੇ ਸਟਾਰ ਆ ਗਏ, ਜਾਨੀ ਹੋਰ ਵੀ ਆ ਗਏ, ਸਾਰੇ ਸਾਡੇ ਵਿਰੁੱਧ ਇੱਥੇ ਭੁਗਤ ਰਹੇ ਆ। ਇਹਨਾਂ ਨੇ ਫਿਰ ਆਪਣੇ ਐਕਟਰਾਂ ਨੂੰ ਵੀ ਲਾਇਆ ਆਪਣੇ ਹੱਕ 'ਚ, ਉਹ ਵੀ ਇੱਥੇ ਚੱਲਿਆ। ਇਹ ਨਵਾਂ ਤਮਾਸ਼ਾ ਚੱਲਿਆ। ਵਿੱਚ ਜਿਹੜੇ ਇੱਥੇ ਦੇ ਸੈਲੀਬ੍ਰਿਟੀ ਆ ਉਹਨਾਂ ਨੂੰ ਉਹ ਸਰਕਾਰ ਦੇ ਹੱਕ 'ਚ ਲੱਗਦੇ ਆ, ਕੋਈ ਤੇ ਸਿੱਧੇ ਤੌਰ ਤੇ, ਕੋਈ ਪੋਚੇ ਪਾਚਾ ਪਾ ਕੇ ਲੱਗੇ। ਪਰ ਲੋਕੀ ਕਾਹਨੂੰ ਪੜਦੇ ਰਹਿਣ ਦਿੰਦੇ, ਲੋਕਾਂ ਨੇ ਪੜਦੇ ਲਾ ਕਈਆਂ ਦੇ ਟਵੀਟ, ਕਈਆਂ ਦੇ ਬਿਲਕੁਲ ਸਰ, ਕਈਆਂ ਦੇ ਟਵੀਟ ਤਾਂ ਇਹ ਸੀਗੇ ਵੀ ਇੱਕ ਦੂਜੇ ਦੇ ਹੀ ਉਹਨਾਂ ਨੇ ਰੀਟਵੀਟ ਕਰ ਦਿੱਤੇ, ਲੈਂਗੁਏਜ ਸੇਮ ਸ਼ਬਦਾਵਲੀ। ਔਰ ਕਈ ਅਜਿਹੇ ਲੋਕ ਸਾਹਮਣੇ ਆਏ ਨੇ, ਸਚਿਨ ਤੰਦੂਲਕਰ ਵਰਗੇ, ਜਿਹੜੇ ਕਦੀ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਵੀ ਭਾਰਤ ਦੇ ਵਿੱਚ ਉਹਨਾਂ ਨੇ ਕਦੀ ਆਪਣੀ ਰਾਏ ਨਹੀਂ ਰੱਖੀ, ਕਦੀ ਟਵੀਟ ਹੀ ਨਹੀਂ ਕੀਤਾ। ਔਰ ਭਾਰਤ ਦੇ ਵਿੱਚ ਜਦੋਂ ਫਾਰਮਰਸ ਇਸ਼ੂ ਆਇਆ ਤਾਂ ਉਹਨਾਂ ਦੇ ਵਿਚਾਰਿਆਂ ਦੇ ਟਵੀਟ ਆ ਰਹੇ, ਔਰ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਧੱਕੇ ਦੇ ਨਾਲ ਹੀ ਉਹਨਾਂ ਨੂੰ ਮੈਸੇਜ ਪਹੁੰਚਾਇਆ ਜਾ ਰਿਹਾ ਵੀ ਟਵੀਟ ਕਿਉਂ ਨਹੀਂ ਕੀਤਾ ਤੁਸੀਂ, ਔਰ ਆਹ ਵਾਲਾ ਟਵੀਟ ਕਰਨਾ ਹੈ। ਮਤਲਬ ਤੁਸੀਂ ਸ਼ਬਦਾਵਲੀ ਦੇਖੋ, ਅਕਸ਼ੇ ਕੁਮਾਰ ਦੀ ਜੇ ਟਵੀਟ ਨੂੰ ਪੜਿਆ ਜਾਏ, ਸਾਨੀਆ ਨੇਹਵਾਲ ਨੇ ਕਹਿੰਦੇ ਕੀਤਾ, ਮਤਲਬ ਉਹਨਾਂ ਸਾਰਿਆਂ ਦੇ ਜਿਹੜੇ ਟਵੀਟ ਨੇ ਉਹ ਸੇਮ ਲੈਂਗੁਏਜ ਵਾਲੇ, ਵੀ ਜਿਵੇਂ ਇੱਕ ਕਿਸੇ ਨੂੰ ਭੇਜ ਕੇ ਕਿਹਾ ਹੁੰਦਾ ਵੀ ਆ ਪੂਰੇ ਗਰੁੱਪ 'ਚ ਸੈਂਡ, ਔਰ ਇਹੀ ਹੋਣਾ ਚਾਹੀਦਾ। ਸੋ ਵਾਕਈ ਸਿੰਪਲ ਭੇਜਦਾ ਹੋਵੇ ਤੇ ਸਾਰਿਆਂ ਕੋਲ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਏ। ਮਤਲਬ ਇੱਕ ਤੋਤੇ ਵਾਂਗੂ ਰਟਿਆ ਰਟਾਇਆ ਜਵਾਬ ਕਿ ਇਹੀ ਬੋਲਣਾ ਔਰ ਇਹੀ ਕਹਿਣਾ। ਕਮਾਲ ਦੀ ਗੱਲ ਹੈ। ਇਸ ਅੰਦੋਲਨ ਦੇ ਵਿੱਚ ਕੀ ਹੁੰਦਾ ਦਿਖਾਈ ਦੇ ਰਿਹਾ ਨਹੀਂ। ਪਰ ਫਿਰ ਸਾਡੇ ਵੀ ਦੇਖੋ, ਉਹ ਜਿਹੜਾ ਮੈਂ ਗੱਲ ਇਹ ਕਹਿ ਰਿਹਾ ਸੀਗਾ ਕਿ ਜਿਹੜਾ ਜੈ ਸ਼ੰਕਰ ਉਹਨਾਂ ਨੇ ਉੱਥੇ ਬਿਆਨ ਦਿੱਤਾ, ਉਹਨਾਂ ਨੇ ਇਹ ਕਿਹਾ ਕਿ ਅਸੀਂ ਤੇ ਭਾਰਤ ਦੀ ਪਾਰਲੀਮੈਂਟ ਚੋਂ ਪਾਸ ਕਰਾਇਆ, ਕਿਸੇ ਨੂੰ ਕੀ ਮਿਰਚਾਂ ਲੱਗਦੀਆਂ ਬਈ, ਕੋਈ ਲੋਕ ਟਵੀਟੀ ਹੋਈ ਜਾਂਦੇ ਆ। ਪਾਰਲੀਮੈਂਟ ਸਭ ਤੋਂ ਸਰਵਉੱਚਤਮ ਆ ਤੇ ਉਹਨਾਂ ਨੇ ਡਿਬੇਟ ਹੋਈ, ਡਿਸਕਸ ਹੋਇਆ, ਫਿਰ ਬਿੱਲ ਜਿਹੜੇ ਆ ਉਹ ਫਿਰ ਕਾਨੂੰਨ ਬਣੇ ਆ। ਤੇ ਇਹਦੇ ਤੇ ਚਿਦੰਬਰਮ ਨੇ ਕਿਹਾ ਕਿ ਤੁਸੀਂ ਕਾਰਵਾਈ ਕੱਢੋ, ਛੁਦਾ ਝੂਠ ਨਾ ਬੋਲਿਆ ਕਰੋ। ਤੁਸੀਂ 90% ਝੂਠ ਬੋਲ ਲਓ, ਕੋਈ ਗੱਲ ਨਹੀਂ, ਤੁਸੀਂ ਤੇ 100% ਤੋਂ ਵੀ 200% ਝੂਠ ਬੋਲਦੇ ਆ, ਇੰਨਾ ਨਾ ਕਰੋ। ਇਹ ਤੇ ਧੱਕਾ ਆ। ਸਾਰਿਆਂ ਨੂੰ ਪਤਾ ਪਾਰਲੀਮੈਂਟ ਦੀ ਕਾਰਵਾਈ ਦਾ ਜਦੋਂ ਕਾਨੂੰਨ ਪਾਸ ਹੋਇਆ ਵੀ ਉੱਥੇ ਡਿਸਕਸ਼ਨ ਨਹੀਂ ਕਰਨ ਦਿੱਤੀ, ਧੱਕੇ ਨਾਲ ਪਾਸ ਕੀਤੀ। ਇੱਥੋਂ ਤੱਕ ਕਿ ਜਦੋਂ ਰਾਜ ਸਭਾ 'ਚ ਵੋਟ ਡਿਵੀਜ਼ਨ ਲਿਖਿਆ, ਤੁਸੀਂ ਉਹ ਵੀ ਨਹੀਂ ਕੀਤਾ। ਇਟਸ ਔਨ ਰਿਕਾਰਡ, ਕੋਈ ਉਹਦੇ ਨੂੰ ਕੁਐਸਚਨ ਨਹੀਂ ਕਰਦਾ। ਫਿਰ ਵੀ ਬੇਸ਼ਰਮੀ ਲੱਗਿਆ ਕਿ ਅਸੀਂ ਤੇ ਜੀ ਬਹੁਤ ਵੱਡੇ ਜਿਹੜਾ ਲੋਕਤੰਤਰ ਤਾਣੇ ਬਾਣੇ ਦਾ ਅਸੀਂ ਗੁਰਜ ਲੈ ਕੇ ਬੈਠੇ ਆ, ਸਾਡੇ ਨਾਲੋਂ ਵੱਡਾ ਤੇ ਲੋਕਤੰਤਰ ਇੱਕ ਮਾਈਂਡ ਹੀ ਕੋਈ ਨਹੀਂ ਹੈ। ਇਹ ਗੱਲਾਂ ਕਿਸੇ ਨੂੰ ਪਚਦੀਆਂ ਨਹੀਂ, ਹਜ਼ਮ ਨਹੀਂ ਹੁੰਦੀਆਂ, ਨਾ ਇਹ ਕਿਸੇ ਤਰਕ ਤੇ ਜਾਂ ਫੈਕਟ ਦੇ ਉੱਤੇ ਆਧਾਰਿਤ ਹੈਗੀਆਂ। ਜਿਹੜੀ ਤੁਸੀਂ ਗੱਲ ਕਹਿੰਦੇ, ਮੈਨੂੰ ਤੇ ਇਹ ਆਪਣੇ ਜਿਹੜੇ ਵੱਡੇ ਸੈਲੀਬ੍ਰਿਟੀ ਆ, ਜਿਨ੍ਹਾਂ ਨੂੰ ਕਹਿੰਦੇ ਆ ਸਟਾਰ ਹੈਗੇ ਆ, ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹ ਸਟਾਰ ਨੂੰ ਗ੍ਰਹਿਣ ਨਾ ਲੱਗੇ। ਮਤਲਬ ਠੀਕ ਨਹੀਂ ਗੱਲ ਹੈਗੀ। ਮੈਂ ਕਿਉਂ ਇਹ ਗੱਲ ਕਹਿ ਰਿਹਾ ਕਿ ਤੁਸੀਂ ਏਡੇ ਵੱਡੇ ਲੋਕ ਤੁਹਾਨੂੰ ਦੇਖਦੇ, ਲੋਕ ਸੁਣਦੇ, ਤੁਹਾਡੀਆਂ ਫਿਲਮਾਂ ਦੇਖਦੇ ਆ ਜਾਂ ਤੁਹਾਡਾ ਕ੍ਰਿਕਟ ਦੇਖਦੇ ਆ। ਇਹ ਕੰਮ ਜਿਹੜਾ ਤੁਸੀਂ ਕੀਤਾ,
ਕਿਸੇ ਦੇ ਕਹਿਣ ਤੇ ਕੀਤਾ, ਡਰ ਚੋਂ ਕੀਤਾ ਜਾਂ ਲਾਲਚ ਚੋਂ ਕੀਤਾ ਕਿ ਕੱਲ ਨੂੰ ਰਾਜ ਜੀ ਸਭਾ ਦੀ ਸੀਟ ਬਿਲਕੁਲ। ਰੰਜਨ ਗਗੋਈ ਵਾਂਗੂ ਮਿਲ ਜੇ ਸਾਨੂੰ, ਜਾਂ ਕੋਈ ਹੋਰ ਕਿਤੇ ਕਿਸੇ ਨੇ ਗਾਂ ਗਵਰਨਰ ਲੱਗਣਾ ਹੋਵੇ। ਅਕਸ਼ੇ ਦਾ ਪਤਾ ਹੀ, ਉਹ ਇੱਕ ਵਾਰੀ ਮੈਨੂੰ ਪਤਾ ਨਹੀਂ ਉਹ ਅੰਬ ਖਾ ਰਹੇ ਸੀ, ਅੰਬ ਕਿਵੇਂ ਖਾਦੇ ਜਾਂਦੇ ਆ, ਅੰਬ ਕੱਟਿਆ ਕਿਵੇਂ ਜਾਂਦਾ ਮੋਦੀ ਜੀ ਦੇ ਨਾਲ, ਜਦੋਂ ਕੋਈ ਹੋਰ ਇੰਟਰਵਿਊ ਨਹੀਂ ਸੀ ਹੁੰਦੀ ਤੇ ਉੱਥੇ ਗਏ ਸੀ ਉਹਨਾਂ ਦੇ ਨਾਲ ਗੱਲਬਾਤ ਕਰ। ਮੈਂ ਟੀਵੀ ਤੇ ਦੇਖ ਰਿਹਾ ਸੀਗਾ ਤੇ ਕੋਈ ਯਾਰੀ ਯੂਰੀ ਹੋਣੀ ਆ ਤੇ ਚਲੋ ਕਿਤੇ ਇੰਡੀਵਿਜੂਅਲ ਕਿਸੇ ਦੀ ਯਾਰੀ ਹੋਣੀ ਹੋਰ ਗੱਲ ਹੁੰਦੀ ਆ, ਤੁਹਾਡੀ ਸੋਸ਼ਲ ਰਿਸਪੌਂਸਿਬਿਲਟੀ ਵੀ ਤੇ ਹਰ ਬੰਦੇ ਦੀ ਹੈਗੀ ਆ ਨਾ, ਕਿ ਕਿਸਾਨ ਜਿਹੜੇ ਉਹ ਕਿਸੇ ਦੇ ਜਾਏ ਨਹੀਂ ਹੈਗੇ, ਕਿਸਾਨ ਕੋਈ ਧਰਤੀ ਦੇ ਇਸ ਦੇਸ਼ ਦੇ ਲੱਗਦੇ ਨਹੀਂ ਹੈਗੇ, ਤੁਸੀਂ ਉਹਨਾਂ ਦੇ ਵਿਰੁੱਧ ਭੁਗਤ ਰਹੇ ਆ, ਕੋਈ ਸ਼ਰਮ ਤੇ ਕਰੋ, ਹੈ ਨਾ, ਕਿ ਤੁਸੀਂ ਜਿਨ੍ਹਾਂ ਦਾ ਦਿੱਤਾ ਖਾਂਦੇ ਆ, ਸਾਰੀ ਦੁਨੀਆ ਖਾਂਦੀ, ਸਾਰਾ ਦੇਸ਼ ਖਾਂਦਾ, ਜਿਹੜਾ ਮਿੱਟੀ ਨਾਲ ਮਿੱਟੀ ਹੁੰਦੇ ਉਹਨਾਂ ਨੂੰ ਛੱਡ ਕੇ ਤੁਸੀਂ ਮੋਦੀ ਦੇ ਉੱਥੇ ਗੁਣ ਗਾਇਨ ਕਰਨ ਚੱਲੇ ਆ। ਕੀ ਦੇ ਦੂਗਾ ਮੋਦੀ? ਸਾਰਿਆਂ ਨੂੰ ਮਖਾਣੇ ਦੇਣੇ ਆ। ਇਹ ਇਹਨਾਂ ਨੇ ਆਪਣੀ ਬੇਇੱਜ਼ਤੀ ਆਪ ਕਰਾਈ ਆ, ਇਹਨਾਂ ਨੂੰ ਇੰਜ ਨਹੀਂ ਚਾਹੀਦਾ। ਪਰ ਠੀਕ ਹੈ, ਜਿਹੜੇ ਵੱਡੇ ਬੰਦੇ ਵੱਡੇ ਦੀ ਬੈਕ ਸਕ੍ਰੈਚ ਕਰਦੇ ਆ, ਉਹ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਆ, ਪਰ ਲੋਕ ਜਿਸ ਪੱਧਰ ਦੇ ਉੱਤੇ ਉੱਠੇ ਉਹ ਸਾਰਿਆਂ ਨੂੰ ਨੋਟ ਕਰ ਰਹੇ ਆ, ਦੇਖ ਰਹੇ ਆ ਕਿ ਕੌਣ ਕਿਹਦਾ ਚਿਹਰਾ ਤੇ ਕਿੰਨਾ ਦਿਲ ਤੇ ਕਿੰਨਾ ਦਿਮਾਗ ਕਿੱਥੇ ਹੈਗਾ, ਉਹ ਜ਼ਰੂਰ ਹਿਸਾਬ ਕਿਤਾਬ ਲੈਣਗੇ ਸ਼ਹਿਰੀ। ਬਿਲਕੁਲ। ਪ੍ਰੋਫੈਸਰ ਮਨਜੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਫਿਰ ਤੋਂ ਮਿਲਾਂਗੇ ਜੀ, ਫਿਰ ਕਰਾਂਗੇ ਨਵੀਆਂ ਗੱਲਾਂ ਬਾਤਾਂ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਸ਼ਹਿਰੀ ਤੁਹਾਡਾ, ਤੁਹਾਡੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਪ੍ਰੋਫੈਸਰ ਸਾਹਿਬ ਨਾਲ ਬਹੁਤ ਸਾਰੀਆਂ ਅਸੀਂ ਗੱਲਾਂ ਕੀਤੀਆਂ ਨੇ, ਔਰ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਟਵੀਟ ਦੀ ਲੈਂਗੁਏਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਟਵੀਟ ਇੱਕੋ ਜਿਹੇ ਹੀ ਲੱਗ ਰਹੇ ਨੇ। ਸੋ ਕੋਸ਼ਿਸ਼ ਕਰੋ ਕਿ ਜੇ ਟਵੀਟ ਕਰਨਾ ਚਾਹੁੰਦੇ ਹੋ, ਆਪਣੀ ਗੱਲ ਰੱਖਣਾ ਚਾਹੁੰਦੇ ਹੋ, ਤਾਂ ਜੋ ਤੁਹਾਡੇ ਜ਼ਿਹਨ ਦੇ ਵਿੱਚ, ਜੋ ਤੁਹਾਡੇ ਦਿਲ ਦੇ ਵਿੱਚ ਹੈ, ਉਹ ਟਵੀਟ ਕਰੋ। ਇੱਕ ਦੂਜੇ ਦੇ ਟਵੀਟਰ ਸੇਮ ਲੈਂਗੁਏਜ ਨਾ ਕਰੋ। ਮੰਨਦੇ ਆ ਕਿ ਕੋਈ ਮਜਬੂਰੀ ਹੁੰਦੀ ਹੈ, ਕਈ ਵਾਰੀ ਰਟੇ ਰਟਾਏ ਜਿਹੜੇ ਅੱਗੋਂ ਫਰਮਾਨ ਜਾਰੀ ਕਰ ਦਿੱਤਾ ਜਾਂਦਾ ਉਹ ਮੰਨਣਾ ਵੀ ਪੈਂਦਾ, ਪਰ ਫਿਰ ਵੀ ਆਪਣੇ ਦਿਲ ਦਿਮਾਗ ਦੀ ਵੀ ਸੁਣਨੀ ਚਾਹੀਦੀ ਹੈ। ਸੋ ਬਾਕੀ ਅੱਜ ਦੀ ਅਪਡੇਟ ਦੇ ਵਿੱਚ ਇਹ ਵੀ ਦੱਸਦੀ ਕਿ ਆਸ਼ਰਮ ਮੂਵੀ ਦੀ ਜਿਹੜੀ ਆਸ਼ਰਮ ਸੀਰੀਜ਼ ਹੈ, ਉਸ ਦੀ ਸ਼ੂਟਿੰਗ ਚੱਲ ਰਹੀ ਸੀ ਪਟਿਆਲੇ ਦੇ ਵਿੱਚ, ਤੇ ਕਿਸਾਨ ਜਥੇਬੰਦੀਆਂ ਦੇ ਕਈ ਕਿਸਾਨ ਆਗੂ ਪਹੁੰਚੇ। ਉਹਨਾਂ ਨੇ ਸਾਫ਼ ਤੌਰ ਤੇ ਉੱਤੇ ਉਹ ਸ਼ੂਟਿੰਗ ਰੁਕਵਾਈ ਹੈ। ਉਹਨਾਂ ਨੇ ਕਿਹਾ ਵੀ ਕਿਸਾਨਾਂ ਦੇ ਇਸ਼ੂ ਦੇ ਉੱਤੇ ਜਦੋਂ ਦਿਓਲ ਪਰਿਵਾਰ ਬੋਲਦਾ ਹੀ ਨਹੀਂ ਤੇ ਬੌਬੀ ਦਿਓਲ ਦੀ ਅਸੀਂ ਸ਼ੂਟਿੰਗ ਹੋਣ ਨਹੀਂ ਦੇਣੀ। ਹਾਲਾਂਕਿ ਉਹਨਾਂ ਨੇ ਉੱਥੇ ਕੋਈ ਹੱਲਾ ਗੁੱਲਾ ਨਹੀਂ ਕੀਤਾ, ਪਰ ਉਹ ਨਾਰਾਜ਼ ਨੇ, ਆਪਣੀ ਨਾਰਾਜ਼ਗੀ ਜਿਹੜੀ ਹੈ ਉਹ ਜ਼ਾਹਰ ਜ਼ਰੂਰ ਕੀਤੀ ਹੈ। ਸੋ ਦੇਖਦੇ ਹਾਂ ਕਿ ਕੀ ਮਾਹੌਲ ਬਣਦਾ। ਫਿਲਹਾਲ ਦੇ ਲਈ ਤਾਂ ਸੈਟਰਡੇ ਸੰਡੇ ਯਾਨੀ ਵੀਕਐਂਡ ਆ ਗਿਆ, ਤੇ ਵੀਕਐਂਡ ਦੇ ਵਿੱਚ ਅਸੀਂ ਤੁਹਾਡੇ ਨਾਲ ਮੁਖਾਤਿਬ ਨਹੀਂ ਹੋ ਪਾਵਾਂਗੇ ਦ ਮਾਰਨਿੰਗ ਸ਼ੋਅ ਦੇ ਵਿੱਚ, ਪਰ ਬਹੁਤ ਕੁਝ ਸਾਡੇ ਕੋਲ ਉਦੋਂ ਤੱਕ ਅਪਡੇਟ ਆ ਜਾਏਗਾ। ਸੋ ਸੋਮਵਾਰ ਨੂੰ ਮਿਲਾਂਗੇ ਦ ਮਾਰਨਿੰਗ ਸ਼ੋਅ ਦੇ ਵਿੱਚ। ਤੁਸੀਂ ਵੀ ਜੁੜਿਆ ਕਰੋ ਨਾਲ, ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਿਆ ਕਰੋ। ਫੇਸਬੁੱਕ ਪਲੇਟਫਾਰਮ ਜਿਹੜਾ ਉਹ ਲਾਈਵ ਸਾਨੂੰ ਦਿਖਦਾ ਰਹਿੰਦਾ ਹੈ, ਸੋ ਉਹਦੇ ਵਿੱਚ ਆਪਣੀ ਪਲੀਜ਼ ਰਾਏ ਜਿਹੜੀ ਜ਼ਰੂਰ ਰੱਖਿਆ ਕਰੋ। ਤੇ ਕੋਈ ਵੀ ਟੌਪਿਕ ਤੁਹਾਡੇ ਕੋਲ ਵੀ ਹੁੰਦਾ ਤੇ ਮੇਰੇ ਨਾਲ ਪਲੀਜ਼ ਜ਼ਰੂਰ ਸਾਂਝੇ ਕਰਿਆ ਕਰੋ, ਕਿਉਂਕਿ ਤੁਹਾਡੇ ਰਾਏ ਮੈਂ ਹਮੇਸ਼ਾ ਕਹਿੰਦੀ ਹਾਂ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ। ਸੋ ਫਿਲਹਾਲ ਦੇ ਲਈ ਇਜਾਜ਼ਤ ਦਿਓ ਜੀ। ਚੈਨਲ ਪੰਜਾਬੀ ਦੇ ਵਿੱਚ ਫਿਲਹਾਲ ਦੇ ਲਈ ਬਸ ਇੰਨਾ ਹੀ। ਅੱਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਜਲਦੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੀ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।